ਇਹ ਇਬਾਰਤਾਂ ਦਾਰੁ ਜ਼ਿਆਫਤ ਚ ਇਹ ਲਿਖੀਆਂ ਨੇ? ਰਵਾ ਦਾਰੋ ਜ਼ਿਆਫਤ। ਹਾਂ ਹਾਂਜੀ ਕਰਨ ਦਿਓ ਹਾਂਜੀ ਕਰਨ ਦਿਓ ਹਾਂਜੀ ਕਰਨ ਅੱਛਾ, ਮੈਨੂੰ ਪਤਾ ਨਹੀਂ, ਮੈਂ ਤਾਂ ਨੋਟਸ ਬਣਾ। ਜੀ ਜੀ। ਉੱਥੇ ਤੁਸੀਂ ਜਾਓ ਨਾ, ਉੱਥੇ ਸਾਹਮਣਾ ਹੁਣ ਤਾਂ ਇਹਦੇ ਨਾਲ ਬਦਲ ਦਿੱਤੀਆਂ ਨੇ, ਜਿਹੜਾ ਹੈਗਾ ਨਾ ਆਪਣੇ ਉਹ ਜਿਹੜਾ ਬਿਲਡਿੰਗ ਹੈ ਉੱਥੇ ਬਹੁਤ ਬੜੀ ਇੱਕ ਹੋਰ ਤਮੀਰ ਹੋ ਗਈ। ਉਹ ਜਿਹੜੀ ਜਗ੍ਹਾ ਜਿੱਥੇ ਉਹ ਬਣਿਆ ਸੀ ਨਾ ਸਿਲਸਿਲਾ, ਉੱਥੇ ਹੁਣ ਇੱਕ ਬੜੀ ਵੱਡੀ ਬਣ ਗਈ, ਮਹਿਮਾਨਖਾਨਾ ਬਣ ਗਿਆ। ਉੱਥੇ ਇਬਾਰਤਾਂ ਸਾਰੀਆਂ ਲਿਖੀਆਂ ਸੀ ਦੀਵਾਰਾਂ ਦੇ ਉੱਤੇ ਨਾ, ਉਹ ਜਿਸ ਤਰ੍ਹਾਂ ਉਹਨੂੰ ਕੁੰਦ ਕੀਤੀਆਂ ਸੀ, ਅਤੇ ਉਹਦੇ 'ਚ ਸਾਰੀਆਂ ਚੀਜ਼ਾਂ ਲਿਖੀਆਂ ਸੀ। ਔਰ ਉਹਦੇ ਵਿੱਚ ਨਬੀ ਕਰੀਮ ਸੱਲਮ ਦੇ ਇਸ਼ਕ ਦੀਆਂ ਗੱਲਾਂ, ਬਹੁਤ ਕੁਛ ਜਿਹੜੇ ਪੜ੍ਹਦੇ ਨਾ ਤੇ ਅਸੀਂ ਹੈਰਾਨ ਰਹਿ ਗਏ ਵੀ ਯਾਰ ਕਰ ਰੌਲਾ ਕੀ ਹੈ। ਖੈਰ ਉੱਥੋਂ ਅਸੀਂ ਨਾ ਛਾਣ ਲੜਕਿਆਂ ਨੇ ਸਲਾਹ ਕੀਤੀ ਕਿ ਇਹ ਪਹਿਲੇ ਪਤਾ ਕਰੀਏ ਇਹਨਾਂ ਦਾ ਕਲਮਾ ਦਿਲ, ਕਿਉਂਕਿ ਮੇਰੇ ਭਰਾ ਨੇ ਕਿਹਾ ਸੀ ਉੱਤੋਂ ਤੂੰ ਹੋਰ ਪੜ੍ਹਦੇ ਨੇ, ਦਿਲ 'ਚ ਇਹਨਾਂ ਦੇ ਕਲਮਾ ਹੋਰ ਏ। ਅਸੀਂ ਹੁਣ ਦਿਲ 'ਚੋਂ ਕਲਮਾ ਕੱਢਣ ਵਾਸਤੇ ਨਾ, ਤਾਂ ਅਸੀਂ ਸੋਚਿਆ ਕਿਸੇ ਬੱਚੇ ਨੂੰ ਨਾ ਟਾਰਗੇਟ ਕਰਨੇ ਆ। ਉੱਥੇ ਬੱਚੇ ਸਾਹਮਣੇ ਦਾਰੋ ਜ਼ਿਆਫਤ ਦੇ ਸਾਹਮਣੇ ਇੱਕ ਛੋਟਾ ਜਿਹਾ ਨਾ ਗਰਾਊਂਡ ਏ, ਉਹਦੇ ਬੱਚੇ ਨਾ ਕ੍ਰਿਕਟ ਖੇਡ ਰਿਹਾ ਸੀ ਛੋਟੇ ਛੋਟੇ। ਉਹਨਾਂ ਦੇ ਵਾਲਦੈਨ ਸੀ ਜਿਹੜੇ ਉਹ ਥੋੜ੍ਹੇ ਜਿਹੇ ਮਤਲਬ ਨੇੜੇ ਸੀ, ਪਰ ਦੂਰ ਬੈਠੇ ਸੀ, ਕੋਈ ਕਿਤੇ ਬੈਠਾ ਕੋਈ, ਉਹ ਬੱਚੇ ਖੇਡ ਰਿਹਾ ਸੀ। ਅਸੀਂ ਉਹਦੇ ਕੋਲ ਜਾ ਕੇ ਨਾ, ਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਲਿਆਕਤ ਦੋਸਤ ਲੜਕੇ ਨੇ ਕਿਹਾ, ਉਹਨੇ ਕਿਹਾ ਯਾਰ ਬੇਟਾ ਇਹਨਾਂ ਨੇ ਜਿਹੜਾ ਨਾ ਇਹ ਦੱਸੋ ਕਿ ਆਪਣਾ ਕਲਮਾ ਕਿਹੜਾ ਹੈ। ਉਹਨਾਂ ਨੇ ਸਾਰੇ ਗੌਰ ਨਾਲ ਮੂੰਹ ਨਾਲ ਵੇਖੇ ਨਾ, ਤੇ ਖੈਰ ਉਹਨਾਂ ਕਿਹਾ ਕਿ ਦੂਸਰਾ ਕਲਮਾ ਕਿਹੜਾ। ਉਹਨੇ ਕਲਮਾ ਸੁਣਾਤਾ, ਤੇ ਉਹਨੇ ਕਿਹਾ ਨਹੀਂ ਆਪਣਾ ਕਲਮਾ। ਉਹਨੇ ਕਿਹਾ ਆਪਣਾ ਕਲਮਾ ਅੰਕਲ ਮੈਨੂੰ ਤਾਂ ਨਹੀਂ ਪਤਾ, ਲੇਕਿਨ ਕਲਮਾ ਸਾਡਾ ਆਈਏ। ਉਹ ਮੈਂ ਉਹਨੂੰ ਕਿਹਾ ਯਾਰ ਆਪਣੇ ਅਹਿਮਦੀਆਂ ਵਾਲਾ ਕਲਮਾ ਸੁਣਾਇਆ ਇਹਨੂੰ, ਅਤੇ ਉਹ ਬੜਾ ਹੈਰਾਨ ਹੋ ਕੇ ਵੇਖ ਕੇ ਤੇ ਕਹਿਣ ਲੱਗਾ ਸਾਡਾ ਤਾਂ ਕਲਮਾ ਇਹ ਹੀ ਹੈ। ਖੈਰ ਉਸ ਤੋਂ ਬਾਅਦ ਇੱਕ ਬੱਚਾ ਭੱਜ ਕੇ ਨਾ ਆਪਣੇ ਬਾਪ ਦੇ ਕੋਲ ਚਲਾ ਗਿਆ। ਉਹਨੇ ਜਾ ਕੇ ਕਿਹਾ ਕਿ ਜਿਹੜੇ ਉਹ ਲੜਕੇ ਨਾ ਉਹ ਸਾਨੂੰ ਕਹਿੰਦੇ ਕਿ ਬੇਟਾ ਤੁਸੀਂ ਆਪਣਾ ਕਲਮਾ ਅਹਿਮਦੀਆਂ ਵਾਲਾ ਸੁਣਾਓ। ਤਾਂ ਅੱਬੂ ਕਿਹੜਾ ਅਹਿਮਦੀਆਂ ਵਾਲਾ ਕਲਮਾ? ਉਹਨੇ ਕਿਹਾ ਬੇਟਾ ਉਹ ਗੈਰ ਅਹਿਮਦੀ ਹੋਣਗੇ, ਅਤੇ ਉਹ ਚਲੋ ਮੈਂ ਜਾਣਾ। ਉਹ ਆ ਗਿਆ, ਉਹਨਾਂ ਆਣ ਕੇ ਸਾਨੂੰ ਪੁੱਛਿਆ ਕਿ ਬੇਟਾ ਕੀ ਮਸਲਾ ਹੈ। ਅਸੀਂ ਕਿਹਾ ਕਿ ਇਸ ਦੱਸਾਂਗੇ ਨਹੀਂ ਹੁਣ ਤੁਹਾਡਾ ਕਲਮਾ ਬਦਲ ਗਿਆ। ਉਹਨੇ ਕਿਹਾ ਬੇਟਾ ਤੁਹਾਡੇ ਮੌਲਵੀਆਂ ਨੂੰ ਲਾਹਨਤ ਵੱਜੀ, ਝੂਠ ਬੋਲਦੇ ਨੇ, ਅਤੇ ਤੁਸੀਂ ਇਹਨਾਂ ਗੱਲਾਂ 'ਤੇ ਨਾ ਜਾਓ ਨਾ, ਐਸੀ ਕੋਈ ਗੱਲ ਨਹੀਂ ਦੀ। ਸਾਡਾ ਹੋਰ ਦਿਲ ਤਾਕਤ ਫੜ ਗਿਆ ਕਿ ਯਾਰ ਗੱਲ ਜ਼ਰੂਰ ਵਿੱਚ ਕੋਈ ਨਾ ਕੋਈ ਹੈਗਾ, ਜਿਹੜਾ ਇਹ ਮੌਲਵੀ ਕੁਛ ਕਹਿੰਦੇ ਨੇ ਇੱਥੇ ਟੋਟਲੀ ਹੋ ਰਹੇ। ਨਾ ਤਾਂ ਰੱਬ ਸਾਨੂੰ ਲੱਭਾ ਹੈ, ਤੋਂ ਨਾ ਹੀ ਸਾਡੇ ਨਾਲ ਉਹ ਹੋਇਆ ਚਰਖੇ, ਨਾ ਹੀ ਉਹ ਚਰਖਾ ਪੁਆਇਆ ਗਿਆ, ਨਾ ਹੀ ਕਿਸੇ ਸਾਨੂੰ ਪੁੱਛਿਆ ਤੇਰਾ ਨਾਂ ਫਲਾਨਾ ਤਾਂ ਅਸੀਂ ਕਿ ਉਹ ਅੱਛਾ ਇਹ ਤਾਂ ਰੱਬ ਹੈ। ਐਸਾ ਤਾਂ ਕੁਛ ਨਹੀਂ ਦਾ, ਨਾ ਕੋਈ ਹੂਰਾਂ ਨਿਕਲੀਆਂ ਨੇ, ਨਾ ਕੋਈ ਜੰਨਤ ਨਿਕਲੀ, ਨਾ ਕੋਈ ਦੋਜ਼ਖ ਨਿਕਲੀ ਹੈ। ਇਹਨਾਂ ਦੀ ਸੱਚੀ ਗੱਲ ਕਿਹੜੀ ਹੈ? ਖੈਰ ਅਸੀਂ ਆਪਸ ਦੇ ਵਿੱਚ ਨਾ ਸਾਰਿਆਂ ਨੇ ਸੋਚਿਆ ਕਿ ਇਹ ਮੌਲਵੀ ਸਾਡੇ ਵਾਕਈ ਝੂਠੇ ਨੇ, ਹੁਣ ਚੱਲਨੇ ਆ ਅਤੇ ਹੁਣ ਜਾ ਕੇ ਧੜੱਲੇ ਨਾਲ ਗੱਲ ਤਾਂ ਕਰ ਸਕਦੇ ਹਾਂ ਨਾ। ਅੱਛਾ ਉਸ ਤੋਂ ਬਾਅਦ ਉਹਨਾਂ ਸਾਨੂੰ ਰਾਤ ਉਹਨਾਂ ਕਿਹਾ ਬੇਟਾ ਹੁਣ ਤਾਂ ਸ਼ਾਮ ਹੋ ਗਈ, ਤੁਸੀਂ ਰਾਤ ਇੱਥੇ ਰਹੋ ਅਤੇ ਸਵੇਰੇ ਨਾ ਚਲੇ ਜਾਇਆ ਜੇ। ਅਸੀਂ ਕਿਹਾ ਠੀਕ ਹੈ। ਅਸੀਂ ਰਾਤ ਉੱਥੇ ਰਹੇ। ਸਾਨੂੰ ਦਾਰੋ ਜ਼ਿਆਫਤ 'ਚ ਉੱਥੇ ਉਹ ਜਿਹੜੇ ਬਣੇ ਹੁੰਦੇ ਨੇ ਕਮਰੇ, ਉਹਨਾਂ 'ਚ ਮੰਜੀਆਂ ਪਈਆਂ ਸੀ। ਉਹਨਾਂ ਕਿਹਾ ਆਹ ਤੁਹਾਡੀਆਂ ਮੰਜੀਆਂ ਨੇ, ਅਤੇ ਨਮਾਜ਼ ਨੂੰ ਜੇ ਪੜ੍ਹਨੀ ਹੈ ਤਾਂ ਆਹ ਮਸਜਿਦ ਦੇ, ਅਤੇ ਜੇ ਨਹੀਂ ਪੜ੍ਹਨੀ ਹੈ ਤਾਂ ਤੁਹਾਡੀ ਮਰਜ਼ੀ। ਅੱਛਾ ਉਸ ਤੋਂ ਬਾਅਦ ਨਾ ਖੈਰ ਕੁਛ ਦੇਰ ਬਾਅਦ ਨਾ ਅਸੀਂ ਉਹ ਨਮਾਜ਼ ਨੂੰ ਤਾਂ ਕੋਈ ਨਹੀਂ ਪੜ੍ਹੀ, ਅਤੇ ਅਸੀਂ ਉਹ ਸਾਰੀਆਂ ਬਾਰਤਾਂ ਬੂਰਤਾਂ 'ਤੇ ਉਹ ਸਾਰਾ ਕੁਝ ਵੇਖਦੇ ਰਹੇ ਵੀ ਕੀ ਹੈ। ਉਸ ਤੋਂ ਬਾਅਦ ਇੱਕ ਆਦਮੀ ਆਇਆ, ਕਹਿੰਦਾ ਸਵਾਲ ਜਵਾਬ ਦੀ ਮਹਿਫਲ ਹੋਣ ਲੱਗੀ, ਅਤੇ ਜੇ ਵੇਖਣੀ ਹੈ ਤਾਂ ਉਦੋਂ ਨਾ ਇਜਾਜ਼ਤ ਸੀ ਦਾਰੋ ਜ਼ਿਆਫਤ ਦੇ ਵਿੱਚ ਬੱਸਾਂ ਆਉਂਦੀਆਂ ਸੀ ਇਹ ਲੋਕਾਂ ਦੀਆਂ। ਅੱਛਾ ਇੱਕ ਸ਼ੀਆ ਦੀ ਸੀ ਬੱਸ, ਅਤੇ 2 ਸੁੰਨੀਆਂ ਸੀ। ਉੱਥੇ ਦਾਰੋ ਜ਼ਿਆਫਤ ਦੇ ਵਿੱਚ ਕਾਫੀ ਬੜਾ ਪਲਾਟ ਜਿਹਾ ਸੀ, ਉੱਥੇ ਹੀ ਉਹਨਾਂ ਨੇ ਉਹ ਗਰਾਸੀ ਪਲਾਟ ਸੀ, ਅਤੇ ਉੱਥੇ ਹੀ ਉਹਨਾਂ ਉਹ ਸੱਟ ਸੁੱਟ ਦਿੱਤੇ ਉਹ ਸਫਾ ਸੁਫਾ, ਅਤੇ ਉੱਥੇ ਬੈਠ ਕੇ ਅਤੇ ਸਵਾਲ ਮੁਬਸ਼ਰ ਅਹਿਮਦ ਕਾਲੂ ਸੀ ਇੱਕ ਮੁਰੱਬੀ, ਅਤੇ ਇੱਕ ਉੱਥੇ ਹੋਰ ਕੁਛ ਸੀ, ਉਹਦਾ ਮੈਨੂੰ ਨਾਂ ਨਹੀਂ ਆਉਂਦਾ, ਅਤੇ ਉਹ ਗੋਲ ਜਿਹਾ ਮੂੰਹ ਵਾਲੇ ਬੜਾ ਪਿਆਰਾ ਆਦਮੀ ਸੀ ਉਹ ਵੀ। ਖੈਰ ਪੂਰੀ ਰਾਤ ਸਵਾਲ ਜਵਾਬ ਹੁੰਦੇ ਰਹੇ। ਸਾਡੇ ਤਾਂ ਹੈਗੇ ਕੋਈ ਨਹੀਂ ਸੀ, ਬੱਚੇ ਸੀ ਸਾਡੇ, ਦਾ ਸਵਾਲ ਹੀ ਹੂਰਾਂ ਜਨਤਾਂ ਵਾਲੇ ਪੂਰਾ, ਪਰ ਛੋਟੇ ਮੋਟੇ ਸਾਨੂੰ ਤਾਂ ਦੀਨ ਦਾ ਪਤਾ ਹੀ ਉਸ ਹਿਸਾਬ 'ਤੇ ਕੋਈ ਨਹੀਂ ਸੀ। ਉਹਨਾਂ ਨੇ ਬੜੇ ਗਹਿਰੇ ਹਜ਼ਰਤ ਈਸਾ ਅਲੈਹਿਸਲਾਮ ਦੀ ਵਫਾਤ ਹਯਾਤ, ਉਹ ਬੜਾ ਸਿਲਸਿਲਾ ਚੱਲਿਆ। ਉਹਨਾਂ ਨੇ ਜਨਾਬ ਵਾਲਾ ਐਨ ਬੜੇ ਮਦੱਲ ਜਵਾਬ ਦਿੱਤੇ, ਉਹ ਝੱਟ ਪੱਟ ਕਰਕੇ ਰੱਖ ਦੇਣ ਝੱਟ ਦੇ ਵਿੱਚ, ਕੁਰਾਨ ਦੀ ਆਇਤ ਕੱਢਣ, ਹਦੀਸ ਕੱਢਣ, ਕੁਰਾਨ ਦੀ ਆਇਤ ਕੱਢਣ, ਹਦੀਸ ਕੱਢਣ। ਲੋ ਦਿਨ ਚੜ੍ਹਦਿਆਂ ਤੀਕਰ ਨੇ, ਯਾਨੀ ਕਿ ਜਦੋਂ ਨਮਾਜ਼ ਦਾ ਟਾਈਮ ਹੋਇਆ ਉਦੋਂ ਮਹਿਫਲ ਖਤਮ ਹੋਈ। ਉਹਨਾਂ ਕਹਿੰਦੇ ਨਮਾਜ਼ ਦਾ ਟਾਈਮ ਹੋ ਗਿਆ ਹੁਣ, ਅਤੇ ਉੱਠੇ ਜਿਹਨੇ ਨਮਾਜ਼ ਜਾਣਾ ਉਹ ਨਮਾਜ਼ 'ਤੇ ਜਾਓ। ਅਸੀਂ ਖੈਰ ਉਹਨਾਂ ਨਾਲ ਫਿਰ ਨਮਾਜ਼ 'ਤੇ ਚਲੇ ਗਏ।
ਅਸੀਂ ਕਿਹਾ ਯਾਰ ਇਹ ਐਡੇ ਅੱਛੇ ਲੋਕ ਨੇ ਤੇ ਆਪਾਂ ਨਾਲ ਗਲਤ ਸੋਚਦੇ ਆ। ਖੈਰ ਉਹ ਦੂਜੇ ਜਿਹੜੇ ਬੱਸਾਂ 'ਚ ਬੈਠੇ ਤੇ ਉਹਨੂੰ ਖਾਣਾ ਖੁਣਾ ਉਹਨਾਂ ਸ਼ਾਇਦ ਉਹ ਤੋਂ ਖਾਧਾ ਜਾਂ ਜੋ ਵੀ ਕੁਝ ਕੀਤਾ। ਅਸੀਂ ਬਹਰਹਾਲ ਨਾ ਉਹਨਾਂ ਨਾਲ ਨਮਾਜ਼ 'ਤੇ ਚਲੇ ਗਏ, ਜਾ ਕੇ ਦੇਖਿਆ ਕਿ ਉਹਨਾਂ ਉਵੇਂ ਨਮਾਜ਼ ਪੜ੍ਹੀ। ਅੱਛਾ, ਫਿਰ ਅਸੀਂ ਆਪਦੇ ਘਰਾਂ ਨੂੰ ਚਲੇ ਗਏ, ਯਾਨੀ ਸਰਗੋਧੇ ਚਲੇ ਗਏ। ਸਰਗੋਧਿਓਂ ਉੱਥੇ ਸੋਚਦੇ ਸੱਜਦੇ ਰਹੇ। ਉੱਥੇ ਇੱਕ ਅਹਿਮਦੀ ਟੀਚਰ ਲੱਭ ਗਿਆ ਸਾਨੂੰ, ਉਹਦੇ ਨਾਲ ਥੋੜ੍ਹਾ ਜਿਹਾ ਸਿਲਸਿਲਾ ਚੱਲਦਾ ਰਿਹਾ। ਫਿਰ ਅੱਗੇ ਵਾਪਸ ਆ ਗਿਆ। ਅੱਜ ਦੇ ਮੌਲਵੀਆਂ ਨੂੰ ਸਵਾਲ ਦਾ ਜਵਾਬ ਸ਼ੁਰੂ ਹੋ ਗਿਆ। ਮੌਲਵੀਆਂ ਨੂੰ ਅਸੀਂ ਪੁੱਛਿਆ ਕਿ ਤੁਸੀਂ ਤਾਂ ਝੂਠ ਬੋਲਦੇ, ਜਿਹੜਾ ਸਾਡਾ ਮਾਮਲਾ ਸੀ ਕਿ ਵੀ ਮੌਲਾਨਾ ਸਾਹਿਬ ਤੁਸੀਂ ਤਾਂ ਟੋਟਲ ਝੂਠ ਬੋਲਦੇ ਹੋ। ਚਲੋ ਸਾਡੇ ਨਾਲ ਜਾਂ ਤਾਂ ਜੰਨਤ ਵਹਾਓ ਜਾਂ ਜਹੰਨਮ ਵਹਾਓ, ਜਾਂ ਉੱਥੇ ਕੋਈ ਖੁਦਾ ਵਹਾਓ, ਜਾਂ ਕੁਛ ਨਾ ਕੁਛ ਸਾਨੂੰ ਵਹਾਓ, ਜਾਂ ਉਹਨਾਂ ਦਾ ਕਲਮਾ ਹੋਰ ਕੋ ਵਹਾਓ। ਮੌਲਵੀ ਜਾਨ ਛਡਾਵੇ, ਅਸੀਂ ਛੱਡ ਗਏ ਕੋਈ ਨਾ। ਮੌਲਵੀ ਨੇ ਕਿਹਾ ਯਾਰ ਮੈਂ ਤਾਂ ਸੁਣੀ ਕੀਤੀ, ਮੈਂ ਕਿਹੜਾ ਵੇਖਿਆ। ਮੈਂ ਕਿਹਾ ਮੌਲਾਨਾ ਸਾਹਿਬ ਤੁਸੀਂ ਮਸਜਿਦਾਂ ਵਿੱਚ ਤਾਂ ਚੰਗੇ ਖੁਤਬੇ ਖਾਦੇ ਠੋਕਦੇ ਹੋ। ਉਹ ਕਹਿੰਦਾ ਕਿ ਨਹੀਂ ਮੈਂ ਕੁਛ ਨਹੀਂ ਵੇਖਿਆ, ਮੈਨੂੰ ਨਹੀਂ ਪਤਾ, ਮੈਂ ਤਾਂ ਰੱਬਾ ਦਾ ਹੀ ਨਹੀਂ ਪਤਾ ਕਿੱਥੇ ਦਾ। ਤੇ ਖੈਰ ਉਸ ਤੋਂ ਪਿੱਛੇ ਨਾ ਦਿਲਚਸਪੀ ਵੱਧਦੀ ਅਸੀਂ ਬੈਠ ਕਰ ਲਈ। ਬਸ ਇਹ ਗੱਲ ਹੁਣ ਜਿਹੜੀ ਕਿਸੇ ਮੇਰੇ ਭਰਾ ਦਾ ਸਵਾਲ ਹੈ ਤੋਂ ਕਰ ਸਕਦਾ ਹੈ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਡਿਟੇਲ ਨਾਲ ਸਾਰੀ ਗੱਲ ਦੱਸੀ ਹੈ। ਮੈਂ ਤਾਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਕੋਲ ਪੁੱਛਣਾ। ਜੀ ਗੱਲ ਮੈਂ ਸਾਰੀ ਬੜੀ ਗੌਰ ਨਾਲ ਸੁਣੀ ਹੈ। ਜੀ ਸਵਾਲ ਬੜਾ ਖਤਰਨਾਕ ਜਿਹਾ ਹੈ ਤੇ ਛੋਟਾ ਜਿਹਾ ਜੀ ਕਿ ਝੂਠ ਤੁਹਾਨੂੰ ਮੌਲਵੀ ਨੇ ਬੋਲਿਆ, ਚਲੋ ਤੁਹਾਡੀ ਗੱਲ ਮੰਨ ਲੈਂਦੇ ਆ ਕਿ ਇੰਝ ਹੀ ਹੋਏਗਾ। ਹਾਲਾਂਕਿ ਗੱਲ ਮੰਨਣ ਵਾਲੀ ਨਹੀਂ ਹੈ, ਕਈ ਗੱਲਾਂ ਐਸੀਆਂ ਨੇ ਜਿਹੜੀਆਂ ਮੰਨਣ ਵਾਲੀਆਂ ਨਹੀਂ। ਉਹ ਇੰਝ ਲੱਗਦਾ ਜੇ ਤੁਸੀਂ ਆਪਣੇ ਕੋਲੋਂ ਜੋੜ ਲਈਆਂ ਵਿੱਚ। ਮਸਲਨ ਕਿ ਦੁੱਧ ਦੀਆਂ ਨਹਿਰਾਂ ਵਿੱਚ ਚੱਲਦੀਆਂ, ਕਿਹੜੇ ਬੰਦੇ ਨੇ ਤੁਹਾਨੂੰ ਕਿਹਾ ਸੀ? ਸਾਬਤ ਕਰ ਸਕਦੇ ਹੋ ਕਿਸੇ ਬੰਦੇ ਨੇ ਕਿਹਾ ਵਿੱਚ ਦੁੱਧ ਦੀਆਂ ਨਹਿਰਾਂ ਚੱਲਦੀਆਂ? ਮੌਲਵੀ ਨੇ ਕਿਹਾ ਕਿ ਉੱਥੇ ਨੇ ਜੰਨਤ ਤੇ ਦੋਜ਼ਖ ਬਣਾਈ, ਉਹਦੇ ਚ ਦੁੱਧ ਸ਼ਹਿਦ ਦੀਆਂ ਨਹਿਰਾਂ ਨੇ। ਜੰਨਤ ਤੇ ਦੋਜ਼ਖ ਕਿਆ ਹੋਣਾ, ਉਹਨੇ ਦੁੱਧ ਦੀਆਂ ਨਹਿਰਾਂ ਨਹੀਂ ਕਹੀਆਂ ਹੋਣੀਆਂ। ਇਹ ਤੁਹਾਨੂੰ ਭੁੱਲ ਰਹੇ ਆ ਤੁਸੀਂ। ਖੈਰ ਚਲੋ ਛੱਡ ਦਿਓ ਇਸ ਗੱਲ ਨੂੰ, ਇੰਝ ਹੀ ਸਮਝੋ ਉਹਨੇ ਕਹਿ ਲਿਆ। ਅੱਛਾ, ਸਵਾਲ ਇਹ ਆ ਕਿ ਝੂਠ ਤੁਹਾਨੂੰ ਬੋਲਿਆ ਮੌਲਵੀ ਨੇ ਤੇ ਦੀਨ ਤੁਸੀਂ ਰਸੂਲullah ਤੇ ਛੱਡ ਦਿੱਤਾ। ਨਾਉਜ਼ੁ ਬਿੱਲਾ ਇਹ ਲਾਨਤੁल्लाह ਅਲਲ ਕਾਜ਼ਿਬੀਨ। ਮੈਂ ਨਬੀ ਕਰੀਮ ਸੱਲਮ ਦਾ ਦੀਨ ਛੱਡ ਦਿੱਤਾ? ਮੈਂ ਸੋਚ ਵੀ ਨਹੀਂ ਸਕਦਾ। ਮੈਂ ਨਬੀ ਕਰੀਮ ਸੱਲਮ ਦਾ ਮੈਂ ਇੱਕ ਵਾਰ ਵੀ ਕਿਹਾ? ਮੈਨੂੰ ਤਾਂ ਇਸ਼ਕ ਹੀ ਨਬੀ ਕਰੀਮ ਸੱਲਮ ਨਾਲ ਹੈ। ਮੈਂ ਤਾਂ ਫਰਮਾਨ ਹੀ ਉਹਨਾਂ ਦਾ ਮੰਨਿਆ। ਮੈਂ ਤਾਂ ਫਰਮਾਨ ਦੇਖੋ ਆਪ ਹੈ। ਵੇਖ ਲਓ ਜੇ ਤੁਸੀਂ ਇਸ ਗੱਲ ਤੇ ਨਾ ਟਿਕੇ। ਹਾਂ ਮੈਂ ਟਿਕਿਆ। ਮੈਂ ਕਹਿ ਰਿਹਾ ਕਿ ਮੈਂ ਨਬੀ ਕਰੀਮ ਸੱਲਮ, ਮੈਂ ਤਾਂ ਇਸ਼ਕ ਹੀ ਨਬੀ ਕਰੀਮ ਸੱਲਮ ਦੇ ਇਸ਼ਕ ਦੇ ਵਿੱਚ ਹਜ਼ਰਤ ਮਸੀਹ ਅਲੈਹਿਸ ਸਲਾਮ ਨੂੰ ਮੰਨਿਆ। ਅਗਰ ਮੈਂ ਜੇ ਤੁਸੀਂ ਇਸ ਗੱਲ ਤੋਂ ਫਿਰ ਗਿਆ ਤਾਂ ਫਿਰ ਮੈਂ ਕਹਿ ਰਿਹਾ ਕਿ ਮੈਨੂੰ ਤਾਂ ਕਾਇਮ ਹਾਂ। ਮੈਂ ਜਿਹੜੀ ਗੱਲ ਜੇ ਝੂਠੀ ਹੋਵੇ ਮੈਂ ਮੰਨਾਂਗਾ। ਦੱਸੋ ਹਾਂਜੀ ਮੰਨਾਂਗਾ। ਹਾਂਜੀ ਹੁਣ ਵੇਖੋ ਜੀ ਤੁਹਾਡੇ ਸਾਹਮਣੇ ਨਾ ਗੱਲ ਬਿਲਕੁਲ ਸਿੱਧੀ ਤੇ ਕਲੀਅਰ ਹੋ ਗਈ ਆ। ਇੱਧਰ ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਤਾਂ ਨਹੀਂ ਨਾ ਮੰਨ ਰਹੇ। ਤੁਸੀਂ ਤਾਂ ਕਹਿ ਰਹੇ ਹੋ ਕਿ ਮੈਂ ਦੀਨ ਰਸੂਲullah ਦਾ ਨਹੀਂ ਛੱਡਿਆ। ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਛੱਡਿਆ। ਇੱਕ ਵਾਰੀ ਤੁਸੀਂ ਮੇਰੀ ਗੱਲ ਹੀ ਪੜੋ ਬਸ ਝੱਟ ਦੀ ਝੱਟ ਵਾਸਤੇ। ਹਾਂ ਠੀਕ ਹੈ। ਝੂਠ ਤੁਹਾਨੂੰ ਬੋਲਿਆ ਮੌਲਵੀ ਨੇ, ਦੀਨ ਤੁਸੀਂ ਰਸੂਲullah ਦਾ ਛੱਡ ਦਿੱਤਾ। ਤੇ ਜੇ ਹੁਣ ਤੁਹਾਨੂੰ ਪਤਾ ਲੱਗ ਜਾਏ ਕਿ ਝੂਠ ਬੋਲਿਆ ਮਿਰਜ਼ਾ ਸਾਹਿਬ ਨੇ, ਤੇ ਮਿਰਜ਼ਾ ਸਾਹਿਬ ਨੂੰ ਛੱਡ ਦੇਣਗੇ? ਮੈਂ ਨਾ ਅੱਗੇ ਲਾਨਤ ਇਸੇ ਵਾਸਤੇ ਪਾਈ ਸੀ ਕਿ ਅਗਰ ਮੈਂ ਝੂਠ ਬੋਲ ਰਿਹਾ ਮੇਰੇ ਤੇ ਲਾਨਤ, ਅਗਰ ਆਪ ਬੋਲ ਰਿਹਾ ਤੇ ਤੁਹਾਡੇ ਤੇ ਲਾਨਤ। ਮੈਂ ਕਹਿ ਰਿਹਾ मैं अगर झूठ बोलाऊंगा, मेरा झूठ होया तो मेरे ते लानत होएगी। बिल्कुल सही गल तुहाडी। जी आप मुझे कह रहे हो कि मैं नबी करीम सल्लल्लाहु अलैहि वसल्लम दा दीन छाड़ दिता। मैं नबी करीम सल्लल्लाहु अलैहि वसल्लम दे दीन नू फॉलो सही किया जिस तरह खुदा दे रसूल ने फरमाया। मैं तो आपने जो हुक्म किया मैं फिर उन फॉलो करन लग पिया। आई गल मैं तुहाडी गल सारी समझ गया। तुसीं जो गल कर रहे हो मैं समझ गया। अच्छा लेकिन मैनू पता ना कि तुसीं ਇੱਥੇ ਹੀ ਗਲਤ ਫਹਿਮੀ ਦਾ ਸ਼ਿਕਾਰ ਹੋ। ਬਹਰਹਾਲ ਇਹਨੂੰ ਹਾਲੇ ਛੱਡ ਦਿੰਦੇ ਨੇ, ਇਹ ਬਾਅਦ ਚ ਵੇਖਾਂਗੇ। ਅਸੀਂ ਇਹ ਬਾਅਦ ਚ ਵੇਖਾਂਗੇ ਕਿ ਤੁਸੀਂ ਵਾਕਈ ਜਿਹੜਾ ਕਹਿ ਰਹੇ ਹੋ ਕਿ ਮੈਂ ਤਾਂ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ ਦੀਨ ਤੇ ਹੀ ਸੀ ਜਾਂ ਅਣਜਾਣੇ ਦੇ ਵਿੱਚ ਕਿਸੇ ਤੁਸੀਂ ਛੱਡ ਬੈਠੇ ਸੀ, ਇਹ ਆਪਾਂ ਵੇਖਾਂਗੇ ਬਾਅਦ ਚੋਂ। ਪਹਿਲੇ ਅਸੂਲ ਦੀ ਗੱਲ ਤੈਅ ਕਰ ਲਈਏ। ਅਸੂਲ ਦੀ ਗੱਲ ਇਹ ਹੈਗੀ ਆ ਕਿ ਮੌਲਵੀ ਨੇ ਝੂਠ ਬੋਲਿਆ। ਜੀ ਤੇ ਤੁਸੀਂ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਰਸੂਲullah ਦਾ ਦੀਨ ਛੱਡ ਦਿਓ। ਮੈਂ ਤੁਹਾਨੂੰ ਇਹ ਕਹਿ ਦਿੰਦਾ ਕਿ ਮੌਲਵੀ ਨੇ ਝੂਠ ਬੋਲਿਆ ਤੇ ਤੁਸੀਂ ਕਾਦੀਆਨੀਅਤ ਨੂੰ ਕਬੂਲ ਕਰ ਲਿਆ। ਨਹੀਂ ਅਹਿਮਦੀਅਤ ਨੂੰ। ਅੱਛਾ ਚਲੋ ਤੁਸੀਂ ਅਹਿਮਦੀਅਤ ਕਹਿੰਦੇ ਹੋ, ਅਸੀਂ ਕਾਦੀਆਨੀ ਕਹਿੰਦੇ, ਇੱਕੋ ਗੱਲ ਆ। ਨਹੀਂ ਫਿਰ ਇਵੇਂ ਤਾਂ ਨਹੀਂ। ਜੋ ਮੈਂ ਕਬੂਲ ਕੀਤਾ ਤੁਸੀਂ ਉਹ ਦੱਸੋ ਨਾ। ਤੁਸੀਂ ਜੇ ਇੱਕ ਮਿੰਟ ਮੈਂ ਤੁਹਾਨੂੰ ਕੁਝ ਐਸਾ ਕਹਿਣਾ ਯਾਰ, ਉਹ ਗੱਲ ਇੱਕ ਹੀ ਹੈਗੀ ਹੈ। ਤੁਸੀਂ ਉਹਨੂੰ ਅਹਿਮਦੀਅਤ ਕਹਿੰਦੇ ਹੋ, ਅਸੀਂ ਉਹੀ ਗੱਲ ਆ ਨਾ। ਨਹੀਂ ਮੇਰਾ ਨਬੀ ਮੰਨ ਲਿਆ ਤੁਸੀਂ, ਉਹਨਾਂ ਦੀ ਜਮਾਤ ਚ ਚਲੇ ਗਏ। ਇਹੀ ਮਕਸਦ ਆ ਨਾ ਪਿੱਛੇ।
ਇੱਕ ਮਿੰਟ ਮੇਰਾ ਵੀਰ, ਮੈਂ ਤੁਹਾਡਾ ਨਾ ਯੂਸਫ ਹੈ, ਮੈਂ ਤੁਹਾਨੂੰ ਕਹਿੰਦਾ, ਮੈਂ ਤੁਹਾਨੂੰ ਫਰੀਦਾ ਕਵਾਂਗਾ, ਤੁਸੀਂ ਉਹ ਮੰਨ ਲਵੋ। ਤੁਹਾਨੂੰ ਮੈਂ ਅੱਛਾ ਚਲੋ ਅਹਿਮਦੀਅਤ ਨੂੰ ਮੰਨ ਲਿਆ, ਅਹਿਮਦੀਅਤ ਮੰਨ, ਠੀਕ ਹੈ ਯਾਰ, ਕੋਈ ਝਗੜੇ ਵਾਲੀ ਗੱਲ ਨਹੀਂ ਹੈ। ਮੈਂ ਇੰਜ ਕਰ ਲੈਂਦਾ, ਜੋ ਮੈਂ ਕਹਿੰਦਾ, ਜੋ ਤੁਸੀਂ ਆਪਣੇ ਆਪ ਨੂੰ ਕਹੋਗੇ ਮੈਂ ਤੁਹਾਨੂੰ ਉਹ ਕਵਾਂਗਾ। ਜੋ ਮੈਂ ਆਪਣੇ ਆਪ ਨੂੰ ਕਹਿੰਦਾ, ਇੱਕ ਗੱਲ ਅਲੱਗ ਮਸਲਾ। ਮੈਂ ਤੁਹਾਨੂੰ ਕਹਿਤਾ ਨਾ ਇੰਜ ਕਰ ਲੈਂਦੇ ਆ, ਝਗੜੇ ਵਾਲੀ ਕਿਹੜੀ ਗੱਲ। ਅਹਿਮਦੀਅਤ ਤੁਸੀਂ ਮੰਨ ਲਈ, ਮੌਲਵੀ ਨੇ ਬੋਲਿਆ ਝੂਠ ਤੇ ਤੁਸੀਂ ਅਹਿਮਦੀਅਤ ਮੰਨ ਲਈ। ਹੁਣ ਜੇ ਤੁਹਾਨੂੰ ਸਾਬਤ ਹੋ ਜਾਏ ਕਿ ਮਿਰਜ਼ਾ ਸਾਹਿਬ ਨੇ ਝੂਠ ਬੋਲਿਆ, ਅੱਛਾ, ਤੇ ਫਿਰ ਕੀ ਕਰਨਗੇ ਤੁਸੀਂ? ਫਿਰ ਤੁਹਾਡਾ ਜ਼ਮੀਰ ਕੀ ਕਹਿੰਦਾ ਤੁਹਾਨੂੰ? ਪਹਿਲੇ ਨੰਬਰ ਤੇ ਤਾਂ ਮੈਂ ਤੁਹਾਨੂੰ ਉਸੇ ਗੱਲ ਤੇ ਫਿਰ ਆ ਗਿਆ। ਮੈਂ ਫਿਰ ਲਾਨਤ ਭੇਜਾਂਗਾ। ਮੈਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਦੀਨ ਛੱਡਿਆ। ਮੈਂ ਤਾਂ ਉਹਨਾਂ ਨੂੰ ਸਹੀ ਤਰ੍ਹਾਂ, ਜਿਸ ਤਰ੍ਹਾਂ ਪਹਿਲੇ ਮੈਂ ਤੁਹਾਨੂੰ ਦੱਸਣਾ ਨਾ ਕਿ ਸਿਰਫ ਨਾਂ ਦਾ ਮੁਸਲਮਾਨ ਸਾਂ, ਫਿਰ ਮੈਂ ਸਹੀ ਮੁਸਲਮਾਨ ਹੋ ਗਿਆ ਜਿਸ ਵੇਲੇ ਮੈਨੂੰ ਇਹ ਪਤਾ ਚੱਲਿਆ ਕਿ ਜਿਹੜੇ ਉਲਮਾ ਸਾਡੇ ਹੋਰ ਸੌਖਾ ਕਰ ਦੇਣਾ ਤੁਹਾਨੂੰ। ਉਹ ਤੁਸੀਂ ਗੱਲ ਸੁਣਾਤੀ, ਉਹ ਅੱਗੇ ਤੇ ਸੁਣਾਤੀ ਗੱਲ, ਰਿਪੀਟ ਨਾ ਕਰੋ। ਸੌਖਾ ਕਰ ਲੈਨੇ ਕੰਮ ਨੂੰ, ਆਪਾਂ ਹੋਰ ਆਸਾਨ ਕਰ ਲੈਨੇ। ਅਗਰ ਇਹ ਸਾਬਤ ਹੋ ਜਾਏ ਕਿ ਇੱਕ ਗੱਲ ਫਰਮਾਈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ, ਜੀ, ਤੇ ਮਿਰਜ਼ਾ ਸਾਹਿਬ ਨੇ ਉਹਦੇ ਖਿਲਾਫ ਗੱਲ ਕਹਿ ਕੇ ਤੇ ਇਹ ਕਹਿ ਦਿੱਤਾ ਕਿ ਇਹ ਮੈਂ ਜਿਹੜੀ ਗੱਲ ਕਹਿ ਰਿਹਾ ਇਹ ਨਬੀ ਪਾਕ ਨੇ ਫਰਮਾਈ, ਤੇ ਨਬੀ ਪਾਕ ਨੇ ਉਹਦੇ ਖਿਲਾਫ ਗੱਲ ਫਰਮਾਈ, ਯਾਨੀ ਨਬੀ ਪਾਕ ਤੇ ਝੂਠ ਬੋਲ ਦਿੱਤਾ ਹੋਏ। ਅਗਰ ਇਹ ਹੋ ਜਾਏ ਸਾਬਤ, ਹਾਂਜੀ, ਅਗਰ ਮੈਂ ਸਾਬਤ ਦੀ ਗੱਲ ਕਰ ਰਿਹਾ ਨਾ, ਸਾਬਤ ਤੋਂ ਪਹਿਲੇ ਤਾਂ ਕੁਝ ਨਹੀਂ ਨਾ, ਸਾਬਤ ਨਹੀਂ ਹੋਏਗਾ ਤਾਂ ਮੈਂ ਝੂਠਾ ਹੋਵਾਂਗਾ। ਅਗਰ ਇਹ ਗੱਲ ਸਾਬਤ ਹੋ ਜਾਏ, ਠੀਕ ਹੈ, ਤੁਸੀਂ ਵੇਖ ਲਓ ਆਪਣੀ ਅੱਖੀਂ ਕਿ ਵਾਕਈ ਇਹ ਗੱਲ ਵੇਖੋ। ਉੱਥੇ ਤੁਸੀਂ ਸਾਰਾ ਕੁਝ ਆਪਣੇ ਐਸੇ ਦਿਮਾਗ ਨਾਲ ਜੱਜ ਕੀਤਾ ਨਾ, ਤੁਹਾਨੂੰ ਘਰਦਿਆਂ ਤਾਂ ਨਹੀਂ ਨਾ ਕਿਹਾ ਵੀ ਤੂੰ ਮੰਨ ਲੈ ਇਹਨਾਂ ਨੂੰ, ਉਹ ਤਾਂ ਹਾਲੇ ਵੀ ਸੁਣੀ ਤੁਸੀਂ ਕਹਿ ਰਹੇ। ਆਪਣੇ ਜ਼ੇਨ ਜਿਹੜਾ ਅੱਲਾਹ ਤਾਲਾ ਨੇ ਤੁਹਾਨੂੰ ਦਿੱਤਾ ਉਹਦੇ ਨਾਲ ਹੀ ਤੁਸੀਂ ਜੱਜ ਕਰਕੇ ਤੇ ਅਹਿਮਦੀਅਤ ਨੂੰ ਕਬੂਲ ਕੀਤਾ। ਬਿਲਕੁਲ, ਕਿਉਂਕਿ ਮੈਨੂੰ ਪਤਾ ਨਾ ਤੁਸੀਂ ਬਹੁਤ ਵੱਡੀ ਗਲਤਫਹਿਮੀ ਦਾ ਸ਼ਿਕਾਰ ਹੋਏ ਹੋ, ਲੇਕਿਨ ਉਹ ਬਾਅਦ ਚੋਂ ਪਤਾ ਕਰਾਂਗੇ। ਠੀਕ ਹੈ, ਜੇ ਤੁਸੀਂ ਹੁਣ ਆਪਣੀ ਅੱਖੀਂ ਵੇਖ ਲਓ ਕਿ ਮਿਰਜ਼ਾ ਸਾਹਿਬ ਨੇ ਉਸੇ ਪੈਗੰਬਰ ਆਖਰੂ ਜ਼ਮਾਂ ਸੱਲੱਲਾਹੁ ਅਲੈਹਿ ਵਸੱਲਮ ਜਿਨ੍ਹਾਂ ਦੇ ਬਾਰੇ ਤੁਸੀਂ ਫਰਮਾ ਰਹੇ ਹੋ ਕਿ ਮੈਂ ਤੇ ਉਹਨਾਂ ਦਾ ਦੀਨ ਨਹੀਂ ਛੱਡਿਆ, ਮੈਂ ਤਾਂ ਉਹਨਾਂ ਦੇ ਇਸ਼ਕ ਦੇ ਵਿੱਚ ਹੀ ਮਿਰਜ਼ਾ ਸਾਹਿਬ ਨੂੰ ਮੰਨਿਆ, ਇਹੀ ਤੁਹਾਡੇ ਅਲਫਾਜ਼ ਨੇ। ਬਿਲਕੁਲ ਬਿਲਕੁਲ। ਤੇ ਜਦੋਂ ਪਤਾ ਚੱਲ ਜਾਏ ਕਿ ਇਹ ਮਿਰਜ਼ਾ ਸਾਹਿਬ ਨੇ ਹੀ ਉਹਨਾਂ ਤੇ ਝੂਠ ਬੋਲੇ, ਜੀ, ਫਿਰ ਤੁਹਾਡਾ ਇਸ਼ਕ ਕੀ ਕਹੇਗਾ ਕਿ ਨਬੀ ਪਾਕ ਦੇ ਦਾਮਨ ਨਾਲ ਵਾਪਸ ਜਾ ਕੇ ਚਿਮੜ ਜਾਣਗੇ, ਉਹ ਮਾਫੀ ਮੰਗ ਲੈਣਗੇ ਉਹਨਾਂ ਕੋਲੋਂ, ਜਾਂ ਫਿਰ ਵੀ ਮਿਰਜ਼ਾ ਸਾਹਿਬ ਨਾਲ ਚਿਮੜੇ ਰਹਿਣਗੇ? ਇਹ ਪਹਿਲੇ ਨੰਬਰ ਤੇ ਮੈਂ ਮਿਰਜ਼ਾ ਸਾਹਿਬ ਦਾ ਦਮ, ਤੁਸੀਂ ਬਾਰ-ਬਾਰ ਮੈਨੂੰ ਇਹ ਕਹਿੰਦੇ ਹੋ ਕਿ ਫਿਰ ਦੁਬਾਰਾ ਚ ਮੈਂ ਛੱਡਿਆ ਹੀ ਨਹੀਂ ਦਾ। ਮੈਂ ਉਹਦੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਇਸ਼ਕ ਚ ਹੀ ਗਰਕ ਹਾਂ। ਮੈਂ ਕਹਿੰਦਾ ਖੁਦਾ ਮੈਨੂੰ ਦੂਸਰਾ ਸਾਹ ਨਾ ਦੇਵੇ, ਮੇਰੀ ਜ਼ਿੰਦਗੀ ਖਤਮ ਕਰ ਦੇਵੇ ਕਿ ਅਗਰ ਮੈਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਇਸ਼ਕ ਦੇ ਵਿੱਚ ਯਾਨੀ ਕਮੀ ਆਈ ਹੋਵੇ। ਮਿਰਜ਼ਾ ਸਾਹਿਬ ਨੂੰ ਮੰਨਣ ਨਾਲ ਮਜ਼ੀਦ ਮੁਹੱਬਤ ਵਧੀ। ਪਹਿਲੇ ਵੀ ਮੈਂ ਇਸ਼ਕ ਕਰਦਾ ਸਾਂ, ਪਹਿਲੇ ਹੋਰ ਤਰ੍ਹਾਂ ਦਾ ਝੂਠਾ ਇਸ਼ਕ ਕਰਦਾ ਹਾਂ। ਉਦੋਂ ਮੈਂ ਇਹ ਕਰਦਾ ਹਾਂ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਤੇ ਆਪਦੀ ਜਾਨ ਦੇਣੀ ਸ਼ੁਰੂ ਕਰ ਦਿੰਦਾ। ਫਿਰ ਜਦੋਂ ਮੈਨੂੰ ਇਸ਼ਕ ਹੋਇਆ ਤੇ ਮੈਨੂੰ ਪਤਾ ਲੱਗਾ ਨਹੀਂ ਜਾਨ ਨਹੀਂ ਦੇਣੀ, ਉਹਨਾਂ ਦੇ ਅਮਲ ਕਰਨਾ ਹੈ, ਅਮਲ ਕਰਕੇ ਦੁਨੀਆ ਨੂੰ ਸਹੀ ਰਾਸਤੇ ਤੇ ਲਿਜਾਣਾ ਹੈ। ਮੈਂ ਛੱਡਿਆ ਨਹੀਂ। ਠੀਕ ਹੋ ਗਈ ਨਾ ਗੱਲ, ਠੀਕ ਹੋ ਗਈ, ਠੀਕ ਹੈ, ਠੀਕ ਹੋ ਗਿਆ। ਤੁਸੀਂ ਨਹੀਂ ਛੱਡਿਆ, ਤੁਸੀਂ ਉਹਨਾਂ ਦੇ ਇਸ਼ਕ ਦੇ ਵਿੱਚ, ਫਿਰ ਤੁਸੀਂ ਕੀ ਕਰਨਗੇ? ਹਾਂ, ਫਿਰ ਮੈਨੂੰ ਇਹ ਹੋਵੇਗਾ, ਮੈਂ ਪਹਿਲੇ ਨੰਬਰ ਤੇ ਤਾਂ ਇਹ ਉਹਨਾਂ ਦੇ ਤਲੀਮ ਤੇ ਆ ਕੇ ਤੇ ਮੈਨੂੰ ਇਸ਼ਕ ਦੇ ਵਿੱਚ ਇਜ਼ਾਫਾ ਹੋਇਆ, ਤੇ ਮੈਂ ਉਸ ਦੇ ਜ਼ਰੂਰ ਗੌਰ ਕਰਾਂਗਾ ਕਿ ਇਹ ਗੱਲ ਕਿਸ ਤਰ੍ਹਾਂ ਹੈ, ਇਹ ਕਿਆ ਸੁਣਨ ਵਾਲਿਆਂ ਨੇ ਗਲਤ ਬਿਆਨੀ ਕੀਤੀ ਹੈ ਜਾਂ ਹਜ਼ਰਤ ਮਸੀਹ ਮੌਊਦ ਸਲਾਮ ਨੇ ਵਾਕਿਆ ਹੀ ਇਹ ਕਿਹਾ ਹੈ। ਉਹ ਮੈਨੂੰ ਦੱਸੋ, ਉਹਦੇ ਤੇ ਮੈਂ ਤਹਿਕੀਕ ਕਰਾਂਗਾ। ਬਿਲਕੁਲ ਇਹ ਚੀਜ਼, ਇਹ ਗੱਲ ਤੁਸੀਂ 16 ਨੇ ਖਰੀ ਗੱਲ ਕੀਤੀ ਜੀ, ਠੀਕ ਆ। ਤੇ ਬੰਦੇ ਨੂੰ ਹੋਣਾ ਵੀ ਇੰਜ ਹੀ ਚਾਹੀਦਾ। ਗੱਲ ਇਹ ਹੈਗੀ ਆ ਕਿ ਤੁਸੀਂ ਜਿਹੜਾ ਫਰਮਾ ਰਹੇ ਹੋ ਨਾ ਕਿ ਮੈਂ ਬਹੁਤ ਸੁੱਚਾ ਇਸ਼ਕ ਕਰਨ ਲੱਗ ਪਿਆ, ਠੀਕ ਹੈ। ਤੁਸੀਂ ਹੁਣ ਆਪਣੀ ਇਮਾਨਦਾਰੀ ਨਾਲ ਦੱਸਣਾ, ਤੁਸੀਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹੀਆਂ? ਨਹੀਂ, ਮੈਂ ਸਾਰੀਆਂ ਨਹੀਂ, ਫਿਊ ਪੜੀਆਂ ਨੇ। ਠੀਕ ਹੈ, ਫਿਊ ਮਤਲਬ ਸਰਸਰੀ, ਕੋਈ ਵਿੱਚੋਂ ਕੋਈ ਪੜ੍ਹ ਲਈ, ਕੋਈ ਕਿਧਰੋਂ ਪੜ੍ਹ ਲਈ, ਇੰਜ ਕਰਕੇ। ਹਾਂਜੀ, ਜਿੱਥੇ ਕੋ ਮੌਲਵੀ ਝੂਠ ਬੋਲਦੇ ਸੀ ਨੇ ਕਿ ਉਹਨਾਂ ਦੀ ਕਿਤਾਬ ਫਲਾਨੀ ਚਾਹ ਲਿਖਿਆ, ਤੇ ਉਹ ਮੈਂ ਪੜ੍ਹਦਾ ਹਾਂ। ਉਹ ਵੇਖ ਲਿਆ ਜਾ ਕੇ ਤੇ ਉਹ ਪਤਾ ਲੱਗਿਆ ਨਹੀਂ ਮੌਲਵੀ ਝੂਠ ਬੋਲ ਰਿਹਾ ਸੀ, ਉਹ ਤੇ ਸਹੀ ਲਿਖਿਆ, ਇਹ ਹੀ ਗੱਲ। ਯਾਨੀ ਸਰਸਰੀ ਵਿੱਚੋਂ ਪੜ੍ਹਿਆ, ਠੀਕ ਹੋ ਗਿਆ, ਹਾਂਜੀ, ਠੀਕ ਹੋ ਗਿਆ। ਯਾਨੀ ਕਿ ਇਹ ਕਲੇਮ ਤੁਹਾਡਾ ਫਿਰ ਇੰਜ ਹੋਣਾ ਚਾਹੀਦਾ ਕਿ ਤੁਹਾਨੂੰ ਜੋ ਜਮਾਤ ਨੇ ਤਾਲੀਮ ਦਿੱਤੀ ਉਹਦੀ ਵਜ੍ਹਾ ਤੋਂ ਬਕੌਲ ਤੁਹਾਡੇ ਤੁਸੀਂ ਜ਼ਿਆਦਾ ਸਹੀ ਮੁਸਲਮਾਨ ਹੋ ਗਏ ਤੇ ਜ਼ਿਆਦਾ ਪਿਆਰ ਕਰਨ ਲੱਗ ਪਏ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ। ਮੈਂ ਤਾਂ ਕਹਿ ਰਿਹਾ ਮਿਰਜ਼ਾ ਸਾਹਿਬ ਦਾ ਨਾਮ,
ਨਹੀਂ ਮੇਰੀ ਗੱਲ ਸੁਣ, ਮੈਨੂੰ ਜਮਾਤ ਨੇ ਕੋਈ ਤਾਲੀਮ ਨਹੀਂ ਦਿੱਤੀ। ਮੈਂ ਪਹਿਲੇ ਕੋਈ ਚੂੜਾ ਮਿਰਜ਼ਾ ਨਹੀਂ ਸਾਹਿਬ ਦੀਆਂ ਵੀ ਤਾਂ ਨਹੀਂ ਨਾ ਪੜੀਆਂ, ਮਿਰਜ਼ਾ ਸਾਹਿਬ ਦੀਆਂ ਵੀ ਨਹੀਂ ਨਾ ਤੁਸੀਂ ਕਹਿ ਰਹੇ ਪੜੀਆਂ ਮੈਂ ਕਿਤਾਬਾਂ। ਹਾਂ ਤੇ ਮੈਂ ਕਹਿ ਰਿਹਾ ਨਹੀਂ ਪੜ੍ਹੀ। ਇੱਥੋਂ ਮੈਨੂੰ ਹੈ ਵੀ ਮੈਨੂੰ ਇਸ਼ਕ ਪਹਿਲੇ ਹੀ ਨਬੀ ਕਰੀਮ ਸੱਸਨ ਨਾਲ ਸੀ, ਤੇ ਹੁਣ ਵੀ ਉਹ ਇਜ਼ਾਫਾ ਜ਼ਰੂਰ ਹੋਇਆ ਹੈ, ਕਿਉਂਕਿ ਉਹਨਾਂ ਦੀਆਂ ਮੈਂ ਜਿਹੜੇ ਵੀ ਪੜ੍ਹਿਆ ਉਹਨਾਂ ਮੈਨੂੰ ਨਬੀ ਕਰੀਮ ਸੱਸਨ ਦੇ ਉਹ ਖੁਦਾ ਦੇ ਇਸ਼ਕ 'ਚ ਗਰਕ ਕੀਤਾ ਹੈ, ਪਿੱਛੇ ਨੂੰ ਨਹੀਂ ਲੈ ਗਿਆ। ਮੇਰਾ ਪਹਿਲੇ ਵੀ ਇਸ਼ਕ ਸੀ। ਹੁਣ ਉਹੀ ਗੱਲ ਆ ਨਾ ਕਿ ਫਿਰ ਤੁਹਾਨੂੰ ਤੁਸੀਂ ਪੜੀਆਂ ਨਹੀਂ, ਫਿਰ ਉਹ ਉਨੀਆਂ ਕਿ ਜਿਹੜੀਆਂ ਤੁਹਾਨੂੰ ਪੜਾਈਆਂ ਗਈਆਂ। ਨਹੀਂ ਪੜ੍ਹਾਈਆਂ ਨਹੀਂ, ਜਿਹੜੀਆਂ ਮੌਲਵੀ ਕਹਿੰਦੇ ਸੀ ਨਾ ਫਲਾਨੀ ਕਿਤਾਬ ਮਿਰਜ਼ਾ ਸਾਹਿਬ ਦੀ ਫਲਾਨੀ ਤੁਹਾਨੂੰ ਤੇ ਨਹੀਂ ਨਾ ਪਤਾ ਸੀਗਾ, ਫਿਰ ਉਹ ਤੁਸੀਂ ਉਹਨਾਂ ਮੁਰੱਬੀਆਂ ਕੋਲੇ ਪੁੱਛਦੇ ਹੋਣੇ ਨਾ ਜਾ ਕੇ ਵੀ ਆ ਮੌਲਵੀ ਇੰਜ ਕਹਿੰਦੇ, ਉਹ ਤੁਹਾਨੂੰ ਦੱਸ ਦੇਣ ਵੀ ਆ ਫਲਾਨੀ ਕਿਤਾਬ ਪੜ੍ਹ ਲਾ। ਉਹ ਮੌਲਵੀ ਦੱਸਦੇ ਸੀ ਯਾਰ ਇਹਨਾਂ ਦੇ ਰੂਹਾਨੀ ਖਜ਼ਾਇਨ ਦੇ ਵਿੱਚ ਸਫਾ ਨੰਬਰ ਫਲਾਣੇ ਦੇ ਵਿੱਚ ਫਲਾਣਾ ਉੱਥੇ ਇਹ ਕੋਈ ਲਿਖਿਆ। ਤੇ ਉਹ ਕਿਤਾਬਾਂ ਤਾਂ ਸਾਰੀਆਂ ਉੱਥੇ ਪਾਕਿਸਤਾਨ 'ਚ ਹੈਗੀਆਂ ਸੀ। ਜਦੋਂ ਉਹ ਮਿਸਾਲ ਰੂਹਾਨੀ ਖਜ਼ਾਇਨ ਵੀ ਮਿਲ ਜਾਂਦੀ ਸੀ, ਇਸਲਾਮੀ ਅਸੂਲ ਦੀ ਫਲਸਫੀ ਵੀ ਮਿਲ ਜਾਂਦੀ ਸੀ, ਜਿਹੜੀ ਉਹ ਤੁਸੀਂ ਜਾ ਕੇ ਜਾਂ ਕਿਸੇ ਕੋਲ ਮੈਂ ਅਗਰ ਨਹੀਂ ਖਰੀਦਣ ਦੀ ਮੇਰੀ ਤਾਕਤ ਸੀ ਨਾ, ਤੇ ਮੈਂ ਉਹ ਚਲਾ ਜਾਂਦਾ ਜਾ ਕੇ ਉਹਨਾਂ ਨੂੰ ਕਹਿੰਦਾ ਯਾਰ ਇਹ ਹਵਾਲਾ ਹੈ ਤੇ ਮੈਨੂੰ ਕੱਢ ਕੇ ਜ਼ਰਾ ਮੈਂ ਪੜ੍ਹਨਾ ਹੈ ਤੇ ਜ਼ਰਾ ਦੇ ਦੇਵੋ। ਉਹ ਕਹਿੰਦੇ ਉਹ ਬਾਅਦ ਜੀ ਹਾਂ ਇਸ ਤਰ੍ਹਾਂ ਬਿਲਕੁਲ ਠੀਕ ਹੈ। ਅੱਛਾ ਠੀਕ ਹੋ ਗਿਆ। ਹੁਣ ਪਹਿਲੇ ਇਹ ਇੱਕ ਗੱਲ ਆਪਣੀ ਫਾਈਨਲ ਹੋ ਗਈ, ਠੀਕ ਆ। ਹੁਣ ਮੈਂ ਅੱਗੇ ਸਬੂਤ ਦੇਣਾ ਮੇਰਾ ਕੰਮ ਹੈਗਾ। ਤੁਹਾਡੇ ਕੋਲ ਪੂਰਾ ਮੌਕਾ ਟਾਈਮ, ਕੋਈ ਨਾ ਮੈਨੂੰ ਜਲਦੀ ਆ, ਤੁਹਾਨੂੰ ਜਲਦੀ ਕਰਨੀ ਚਾਹੀਦੀ ਆ, ਮੈਨੂੰ ਤਾਂ ਕੋਈ ਨਹੀਂ ਜਲਦੀ। ਨਹੀਂ ਮੈਨੂੰ ਕੋਈ ਦੀਨ ਦੇ ਮਾਮਲੇ 'ਚ ਮੈਂ ਸਭ ਕੁਝ ਜੀ ਅੱਛਾ ਜਿੰਨਾ ਟਾਈਮ ਤੁਹਾਡੇ ਕੋਲ ਲੱਗ ਸਕਦਾ ਉਹਦੀ ਤਹਿਕੀਕ ਕਰੋ ਮੁਕੰਮਲ, ਮੁਰੱਬੀ ਕੋਲੋਂ ਪੁੱਛੋ, ਖੁਦ ਜਾ ਕੇ ਕਿਤਾਬ ਖੋਲੋ ਹਰ ਤਰੀਕੇ ਨਾਲ। ਉਹ ਤੁਹਾਡਾ ਰਾਈਟ ਵੀ ਆ ਤੇ ਉਹ ਤੁਹਾਨੂੰ ਮੌਕਾ ਵੀ। ਅਸੀਂ ਨਹੀਂ ਕੋਈ ਅੰਦਰ ਰੌਲਾ ਪਾਵਾਂਗੇ ਵੀ ਉਹ ਨੱਸ ਗਿਆ ਤੇ ਜਵਾਬ ਨਹੀਂ ਲਿਆਂਦਾ ਤੇ ਜੇ ਤੇ ਉਹ ਇੰਜ ਦੀ ਕੋਈ ਗੱਲ ਨਹੀਂ ਹੋਈ। ਅੱਛਾ ਠੀਕ ਹੋ ਗਿਆ। ਲੇਕਿਨ ਗੱਲਾਂ ਹੋਈਆਂ ਮੁਖਾਲਫ। ਮੈਂ ਨਬੀ ਕਰੀਮ ਸੱਸਨ ਦੀ ਗੱਲ ਨੂੰ ਤਰਜੀਹ ਦਿਆਂਗਾ, ਯਾਨੀ ਉਹਨਾਂ ਨੂੰ ਫਾਲੋ ਕਰਾਂਗਾ ਮੈਂ। ਇਹ ਗੱਲ ਤੁਸੀਂ ਤੈਅ ਕਰ ਦਿਓ, ਇੱਥੇ ਇਹ ਗੱਲ ਤੁਸੀਂ ਤੈਅ ਕਰਕੇ ਜਾ ਸਾਡੇ ਨਾਲ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਨੂੰ ਤਰਜੀਹ ਦੇਣਗੇ, ਉਹ ਮਿਰਜ਼ਾ ਸਾਹਿਬ ਦੀ ਗੱਲ ਨੂੰ ਛੱਡਣਗੇ। ਐ ਨਹੀਂ ਮੈਂ ਕਹਿ ਰਿਹਾ ਕਿ ਮੈਂ ਤੁਹਾਨੂੰ ਦਿਆਂਗਾ ਵੀ ਆਹ ਵੇਖੋ ਜੀ ਆਹ ਲਿਖਿਆ ਤੇ ਤੁਸੀਂ ਮੇਰੇ ਕਹਿਣ ਤੇ ਮਾੜਾ ਜਿਹਾ ਉੱਤੋਂ ਪੜੋ, ਤੇ ਇਹ ਨਹੀਂ। ਯਾਨੀ ਜੇ ਤੁਸੀਂ ਇਹ ਮੈਨੂੰ ਕਿਵੇਂ ਸੋਚਦੇ ਹੋ? ਮੈਂ ਤੁਹਾਡੇ ਕਹਿਣ ਤੇ ਮੰਨ ਲਾ ਜਿਹੜੇ ਮੈਂ ਏਡੇ ਵੱਡੇ ਆਲਮ ਤੇ ਵੱਡੇ ਵੱਡੇ ਪੀਰਾਂ ਕੋਲ ਧੱਕੇ ਖਾ ਮੁੜਿਆ, ਉਹ ਨਹੀਂ ਦੇ ਸਕੇ। ਮੈਂ ਤੁਹਾਡੇ ਕਹਿਣ ਤੇ ਹਾਂ ਮੈਂ ਉਹਦੀ ਤਹਿਕੀਕ ਕਰਾਂਗਾ ਕਿ ਜਿਹੜਾ ਉਹਨਾਂ ਨੇ ਫਰਮਾਇਆ ਹੈ ਉਹਦੇ ਵਿੱਚ ਕੀ ਹਿਕਮਤ ਹੈ, ਉਹ ਕਿਸ ਤਰ੍ਹਾਂ ਫਰਮਾਇਆ ਹੈ, ਤੇ ਉੱਥੇ ਉਹਦੀ ਵਜ਼ਾਹਤ ਉੱਥੋਂ ਹੀ ਮਿਲ ਜਾਏਗੀ। ਜਿਵੇਂ ਮੌਲਵੀ ਮੈਨੂੰ ਪਹਿਲੇ ਤੇ ਕਹਿੰਦੇ ਨੇ ਇਸ ਤਰ੍ਹਾਂ, ਤੇ ਉੱਥੇ ਜੇ ਵੇਖੋ ਤੇ ਸੱਲੱਲਾਹੁ ਅਲੈਹਿ ਵਸੱਲਮ ਦੀ ਹਾਂਜੀ ਉਹਦੀ ਤਫਸੀਲ, ਉਹਦੀ ਤਸ਼ਰੀਹ, ਉਹਦੀ ਹਿਕਮਤ, ਉਹਦਾ ਨੇ ਖੁਦ ਦੱਸਿਆ ਹੋਏਗਾ। ਠੀਕ ਹੈ ਨਾ ਤੁਸੀਂ ਆਪਣੀ ਤਰਫੋਂ ਇੱਕ ਲਫ਼ਜ਼ ਵਿੱਚ ਵਾੜਨਾ ਤੇ ਨਾ ਮੈਂ ਆਪਣੀ ਤਰਫੋਂ ਇੱਕ ਲਫ਼ਜ਼ ਵਿੱਚ ਵਾੜਨਾ। ਠੀਕ ਹੈ ਬਿਲਕੁਲ ਠੀਕ ਹੈ। ਐਨਜੀ ਮਿਰਜ਼ਾ ਸਾਹਿਬ ਦੀ ਜਿਹੜੀ ਗੱਲ ਹੋਏਗੀ, ਉਸ ਗੱਲ ਦੀ ਜਿਹੜੀ ਤਸ਼ਰੀਹ, ਜਿਹੜੀ ਤਫਸੀਲ, ਜਿਹੜੀ ਡਿਟੇਲ ਮਿਰਜ਼ਾ ਸਾਹਿਬ ਨੇ ਦੱਸੀ ਹੋਏਗੀ ਜੀ ਉਹ ਮੰਨ ਲੈਣਾ। ਲੇਕਿਨ ਇਹ ਨਹੀਂ ਹੋਏਗਾ ਕਿ ਤੁਹਾਨੂੰ ਮੁਰੱਬੀ ਕੋਈ ਕਹਿ ਦੇਵੇ ਕਿ ਨਹੀਂ ਇਹਦਾ ਤੇ ਇਹ ਮਤਲਬ ਆ, ਨਹੀਂ ਇਹਦਾ ਤੇ ਇਹ ਮਤਲਬ ਆ। ਨਾ ਉਹਦੇ ਵਿੱਚ ਇੱਕ ਲਫ਼ਜ਼ ਆਪਣੇ ਤਰਫੋਂ ਪਾਣਾ ਤੇ ਨਾ ਫਰਮਾਨ ਰਸੂਲ ਚ ਇੱਕ ਲਫ਼ਜ਼, ਨਾ ਤੁਸੀਂ ਪਾਣਗੇ ਨਾ ਮੈਂ ਪਾਵਾਂਗਾ। ਠੀਕ ਹੈ। ਅੱਛਾ ਫੈਸਲਾ ਇੱਥੇ ਹੋਏਗਾ ਅੱਲਾਹ ਦੇ ਰਸੂਲ ਦੀ ਠੀਕ ਹੈ ਜੀ। ਇਹ ਦੋਨਾਂ ਗੱਲਾਂ ਦੇ ਬਾਵਜੂਦ ਜੇ ਮਿਰਜ਼ਾ ਸਾਹਿਬ ਦੀ ਗੱਲ ਨਿਕਲੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਦੇ ਖਿਲਾਫ, ਤੇ ਉੱਥੇ ਤੁਸੀਂ ਹੁਣ ਵਾਅਦਾ ਕੀਤਾ ਕਿ ਮੈਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਨੂੰ ਮੰਨਾਂਗਾ। ਠੀਕ ਹੋ ਗਿਆ ਜੀ। ਨਜ਼ੀਰ ਸਾਹਿਬ ਮਾਈਕ ਤੁਹਾਡਾ ਮਿਊਟ ਹੋ ਗਿਆ। हो सकता है उनके पास कॉल आ गई हो। अच्छा शायद कॉल वगैरह आ गई। ਯਕੀਨ ਮੰਨ ਲਓ ਬਾਬਾ ਰੈਂਡ ਸੀਕਰ ਸਾਹਿਬ ਮਨ ਤੋਂ ਸੁਣ ਕੇ ਨਿੰਦਰ ਆ ਗੱਲਾਂ ਨੇ, ਤੇ ਉਹਨਾਂ ਦਾ ਮਾਈਕ ਹਲੇ ਖੁੱਲ ਜਾਂਦਾ। ਸਾਰੇ ਭਾਈ ਨਾ ਵੇਟ ਕਰਨ ਤੇ ਰੱਬ ਨਾ ਟੁੱਟੇ ਗੱਲ ਦਾ। ਨਜ਼ੀਰ ਸਾਹਿਬ ਆ ਜਾਂਦੇ ਨੇ। अस्सलाम वालेकुम ਜੀ ਨਜ਼ੀਰ ਸਾਹਿਬ ਆਵਾਜ਼ ਆ ਰਹੀ? मेरी आवाज ਤੁਹਾਨੂੰ ਆ ਰਹੀ ਹੈ?
ਜੀ ਮੇਰੀ ਹਾਂ ਵੀ ਹੁਣ ਆ ਰਹੀ, ਸਭ ਹੁਣ ਆ ਅੱਛਾ ਰਹੀ। ਉਹ ਇਹ ਮੈਸੇਜ ਉੱਤੇ ਆ ਗਿਆ ਸੀ, ਪਤਾ ਨਹੀਂ ਮੈਂ ਮੋਨੀਟਰ ਨਹੀਂ ਹੋਇਆ ਸੀ, ਲੇਕਿਨ ਆ ਮੈਸੇਜ ਆ ਫਿਰ ਗਿਆ ਹੱਥ ਕਿੱਥੇ ਲੱਗ ਗਿਆ ਹੋਣਾ ਤੁਹਾਡਾ। ਅੱਛਾ ਆਹੋ ਉਹ ਮੈਂ ਹੱਥ ਸਾਫ਼ ਕਰਨਗੇ ਹੋ ਸਕਦਾ ਮੁਮਕਿਨ ਹੈ। ਅੱਛਾ ਬੋਲੋ ਜੀ ਬੋਲੋ, ਉਹ ਮੈਂ ਸੁਣ ਰਿਹਾ ਹਾਂ ਬੜੇ ਗੌਰ ਨਾਲ, ਤੁਹਾਡੀ ਵੈਸੇ ਬਸ ਆਵਾਜ਼ ਆ ਰਹੀ ਗੱਲ ਸੀ। ਸਾਡੀ ਤੈਅ ਹੋ ਗਈ, ਗੱਲ ਸਾਡੀ ਤੈਅ ਹੋ ਗਈ ਠੀਕ ਕਿ ਹੈ। ਤੁਹਾਨੂੰ ਹੁਣ ਗੱਲ ਮੈਂ ਦੱਸਣੀ ਆ, ਠੀਕ ਗੱਲ ਹੈ। ਨਹੀਂ ਬਲਕਿ ਗੱਲਾਂ ਇੱਕ ਨਹੀਂ ਹੋਏਗੀ, ਕਈ ਆਣਗੀਆਂ। ਅੱਛਾ ਉਹਦੀ ਕਰਨੀ ਤੁਸੀਂ ਤਹਿਕੀਕ। ਦੌਰਾਨੇ ਤਹਿਕੀਕ ਸਾਡੇ ਤੁਹਾਡੇ ਦਰਮਿਆਨ ਇਹ ਤੈਅ ਹੋਇਆ ਕਿ ਨਾ ਮਿਰਜ਼ਾ ਸਾਹਿਬ ਦੀ ਗੱਲ ਦੇ ਵਿੱਚ ਕੋਈ ਐਡੀਸ਼ਨ ਤੁਸੀਂ ਆਪਣੀ ਤਰਫੋਂ ਕਰਨਾ, ਤੇ ਨਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਦੇ ਵਿੱਚ ਕੋਈ ਐਡੀਸ਼ਨ ਆਪਣੀ ਤਰਫੋਂ ਕਰਨਾ। ਠੀਕ ਹੈ। ਠੀਕ ਹੈ, ਉਹਨਾਂ ਦੀ ਦੋਵਾਂ ਦੀ ਇੱਕ ਪਾਸੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਮੁਬਾਰਕਾ, ਇੱਕ ਦੀ ਗੱਲ, ਤੇ ਇਨਸ਼ਾਅੱਲਾ ਸਵੇਰੇ ਤੁਸੀਂ ਮੁਸਲਮਾਨ ਹੋਣਗੇ। ठीक है, फिर ही अगर मुसलमान मैं तो पहले अच्छा मुसलमान पहले मैंने मुसलमान करो, मैंने मुसलमान किवें करोगे पहले वो दसो। ਨਜ਼ੀਰ ਸਾਹਿਬ ਮੈਂ ਇਸ ਗੱਲ ਨੂੰ ਪੈਂਡਿੰਗ ਕੀਤਾ, ਤੁਹਾਨੂੰ ਮੈਂ ਪਹਿਲੇ ਅਰਜ਼ ਕੀਤੀ ਸੀ ਕਿ ਇਹਦੇ ਤੇ ਜਦੋਂ ਤੁਸੀਂ ਤਹਿਕੀਕ ਕਰ ਲੈਣਗੇ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਦੁਬਾਰਾ ਦੱਸਣਾ ਵੀ ਪਏਗਾ, ਤੁਸੀਂ ਖੁਦ ਹੀ ਸਾਰਾ ਕੁਝ ਸਮਝ ਜਾਣਗੇ ਹੋ ਕਿ ਯਾਰ ਰਸੂਲ ਭਾਈ ਵਾਕਈ ਇਹ ਗੱਲ ਜਿਹੜੀ ਸੀ ਤੇ ਮੈਂ ਪਤਾ ਨਹੀਂ ਕੀ ਕਰ ਬੈਠਿਆ। अच्छा चलो ठीक है। अच्छा ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਆਪੋ ਹੀ ਮਿਲ ਜਾਣੇ, ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਣੀ। ठीक ज़िया है। भाई ज़िया भाई मुझे एक सवाल करना है दरमियान में, अगर आप इजाज़त दें तो सिर्फ। ਜੀ ਬਿਲਕੁਲ ਕਰ ਲੈਣਾ, ਮੇਰੀ ਗੱਲ ਇਹਨਾਂ ਨਾਲ ਖਤਮ ਹੋ ਗਈ। ਮੈਂ ਤਾਂ ਹੁਣ ਸਿਰਫ ਇਹਨਾਂ ਨੂੰ ਹਵਾਲਾ ਇੱਕ ਇੱਕ ਕਰਕੇ ਦਿਆਂਗਾ, ਮੈਂ ਖਿਚੜੀ ਨਹੀਂ ਪਕਾਣੀ, ਇੱਕ ਇੱਕ ਕਰਕੇ ਦੇਵਾਂਗੇ ਤਾਂ ਕਿ ਉਹਦੀ ਤਸੱਲੀ ਕਰਨ, ਫਿਰ ਉਸ ਤੋਂ ਬਾਅਦ ਅਗਲਾ। अच्छा नहीं, इससे पहले कि वो आप कन्वर्सेशन हाँ अब आप कोई भी भाई इनसे कोई सवाल पूछना चाहता है पूछ सकता है, कोई जी मसला। जी सिर्फ मुझे ये पूछना है नज़ीर भाई कि आप जो है मिर्ज़ा साहब को क्या मानते हैं, जो कुछ भी मानते हैं ना वो काइंडली बता दें, क्योंकि मैं जो हूँ ना 5 साल पहले मैंने अहमदियत छोड़ी है। मैं बस आपको ये बता दूँ, जिस तरह से आप अहमदी हुए थे, मैं 48 साल की उम्र में मैंने अहमदियत छोड़ी है। तो सिर्फ मैं ये जानना चाहता हूँ कि आप मिर्ज़ा साहब को क्या 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 मानते हैं। अच्छा मैं हज़रत मुस्लिम अलैहिस्सलाम नूं ਉਹ ਮੰਨਣਾ ਜਿਹੜਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜੋ ਟਾਈਟਲ ਦਿੱਤੇ ਨਾ, ਮੈਂ ਕਿਉਂਕਿ ਮੈਂ ਕਹਿ ਰਿਹਾ ਕਿ ਮੈਂ ਮੰਨਦਾ ਹੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ, ਇਹਨਾਂ ਨੂੰ ਮੈਂ ਉਹਨਾਂ ਦਾ ਹਜ਼ਰਤ ਮੁਸਲਿਮ ਅਲੈਹਿਸਸਲਾਮ ਨੂੰ ਉਹਨਾਂ ਦਾ ਮੈਂ ਗੁਲਾਮ ਮੰਨਣਾ, ਉਹਨਾਂ ਦਾ ਇੱਕ ਨੁਮਾਇੰਦਾ ਮੰਨਣਾ। इश्क मैं नबी करीम सल्लल्लाहु अलैहि वसल्लम नाल करना। आपने जो जो खिताब दिता, मसीह दा दिता, मां मादी दा दिता, मिसाल जो भी नबी करीम सल्लल्लाहु अलैहि वसल्लम उन्होंने टाइटल दिता, मैं वो सारे नूं बिलीव करना, जो आपने फरमाया मैं वो मानना, इस तो इलावा मैं कुछ नहीं मानता। अच्छा नज़ीर साहब, ਇਹ ਤੁਸੀਂ ਕਿੰਜ ਕਹਿ ਰਹੇ ਹੋ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜੋ ਜੋ ਟਾਈਟਲ ਦਿੱਤਾ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਕਿਧਰੇ ਕੋਈ ਜ਼ਿਕਰ ਤੱਕ ਨਹੀਂ ਫਰਮਾਇਆ ਕਿ ਕੋਈ ਇੰਜ ਦੇ ਕੋਈ ਮਿਰਜ਼ਾ ਸਾਹਿਬ ਵੀ ਆਣਗੇ। ਇਹ ਤੁਸੀਂ ਕਿੰਜ ਕਹਿ, ਕਿਸ ਬੇਸ ਤੇ ਕਹਿ ਰਹੇ ਹੋ? ਮੈਂ ਇਸ ਬਣਾ ਤੇ ਕਹਿ ਰਿਹਾ, ਮੈਂ ਉਹਨਾਂ ਨੂੰ ਉਹ ਮਸੀਹ ਮੰਨਣਾ ਜਿੰਦਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇਮਾਮ ਮਾਹਦੀ ਜਿਹਨੂੰ ਕਹਿੰਦੇ ਤੁਸੀਂ ਮਾਂ ਮਾਹਦੀ ਕਹਿੰਦੇ ਹੋ ਨਾ। ਹਾਂਜੀ ਹਾਂਜੀ। ਮੈਂ ਉਹਨਾਂ ਨੇ ਉਹ ਮੰਨਣਾ। ਉਹਨਾਂ ਨੂੰ ਅੱਗੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਮੁਖਤਲਿਫ ਨਾਂ ਦਿੱਤੇ, ਉਹਨਾਂ ਨੇ ਈਸਾ ਇਬਨ ਮਰੀਮ ਦਾ ਨਾਮ ਵੀ ਦਿੱਤਾ ਰੂਹਾਨੀ ਤੌਰ ਤੇ, ਜਿਵੇਂ ਫਲਾਣਾ ਕਹਿੰਦੇ ਨਾ ਫਲਾਣਾ ਸ਼ੇਰ ਦਾ ਬੱਚਾ ਹੈ, ਹਾਲਾ ਸ਼ੇਰ ਦਾ ਬੱਚਾ ਸ਼ੇਰ ਦਾ ਜਾਨਵਰ ਹੈ। ਇਹ ਤੁਹਾਨੂੰ ਕਿੰਜ ਪਤਾ ਚੱਲਿਆ ਨਜ਼ੀਰ ਸਾਹਿਬ ਕਿ ਇਹ ਰੂਹਾਨੀ ਤੌਰ ਤੇ ਨਾਮ ਦਿੱਤਾ ਗਿਆ? ਇਹ ਕਿੰਜ ਪਤਾ ਲੱਗਿਆ? गल पूरी होना है तो अच्छा जी, हज़रत सल्लल्लाहु ने ईसा दस्सिया कि ईसा होणगे ते ओदा नाम ईसा भी ते मनदे हो तुसी, ते फिर नबी भी मनदे हो? उम्मती नबी नबी करीम सल्लल्लाहु अलैहि वसल्लम दे, यानी कि नबूवत नबी करीम सल्लल्लाहु अलैहि वसल्लम दी, और ਉਹਨਾਂ ਦੀ ਜਿਸ ਤਰ੍ਹਾਂ ਹਜ਼ਰਤ ਹਾਰੂਨ अलैहिस्सलाम ਸੀ ਨਾ, ਹਜ਼ਰਤ ਮੂਸਾ अलैहिस्सलाम ਦੇ ਭਾਈ, ਨਬੂਵਤ ਹਜ਼ਰਤ ਮੂਸਾ अलैहिस्सलाम ਦੀ ਸੀ, ਲੇਕਿਨ ਉਹਨਾਂ ਦੇ ਨਾਲ ਉਹਨਾਂ ਬੇਸ਼ੱਕ ਉਹਨਾਂ ਨੂੰ ਵੀ ਨਬੀ ਦਾ ਦਰਜਾ ਦਿੱਤਾ ਗਿਆ ਸੀ, ਲੇਕਿਨ ਜਿਸ ਤਰ੍ਹਾਂ ਦੂਸਰੇ ਨਬੀ ਜਿਸ ਤਰ੍ਹਾਂ ਹਜ਼ਰਤ ਈਸਾ अलैहिस्सलाम ਨੇ, ਉਹ ਸਾਰੀ ਫਾਲੋ ਕਰਦੇ ਨੇ ਹਜ਼ਰਤ ਮੂਸਾ अलैहिस्सलाम ਦੀ ਤਾਲੀਮ ਨੂੰ। ਇਸ ਤਰ੍ਹਾਂ ਹੀ ਨਹੀਂ ਇਹ ਗਲਤ ਗੱਲ, ਇਹ ਗਲਤ ਗੱਲ ਹੈ। ਉਹਨਾਂ ਦੀ ਆਪਣੀ ਸ਼ਰੀਅਤ ਸੀ। ओवर ਇਹਨਾਂ ਦੀ ज़िया भाई ਹਾਂ ਹਜ਼ਰਤ ਈਸਾ अलैहिस्सलाम ਦੀ ਆਪਣੀ ਸ਼ਰੀਅਤ ਸੀ। ਅੱਗੇ ਤੁਸੀਂ ਗੱਲ ਕਰੋ, ਇਹ ਥੋੜੀ ਮਿਸਟੇਕ ਸੀ ਦੱਸਤੀ ਹੈ, ਤੁਸੀਂ ਅੱਗੇ ਗੱਲ ਕਰੋ। ਸਾਹਿਬ ਤੁਸੀਂ ਹੁਣ ਹਵਾਲਾ ਮੇਰੇ ਖਿਆਲ ਚ ਤੁਸੀਂ ਨਾ ਇੱਕ ਇੱਕ ਕਰਕੇ ਦਿਓ ਉਸ ਗੱਲ ਨੂੰ। चलें ज़िया भाई, अब आपकी तरफ मैं बस सिर्फ ये पूछना चाह रहा था, दैट्स इट। ਠੀਕ ਹੋ ਗਿਆ। ਮੈਂ ਨਜ਼ੀਰ ਸਾਹਿਬ ਕੋਲ ਇਹ ਪੁੱਛਣਾ ਚਾਹ ਰਿਹਾ ਸੀ, ਗੱਲ ਬੜੀ ਜਿਹੜੀ ਨਾ ਅਹਿਮ ਹੈਗੀ ਆ, ਇਹਨੂੰ ਪੁੱਛ ਲੈਣ ਦਿਓ ਨਜ਼ੀਰ ਸਾਹਿਬ ਨੂੰ
ਕਿ ਇਹ ਨਜ਼ੀਰ ਸਾਹਿਬ ਤੁਸੀਂ ਫਰਮਾ ਰਹੇ ਸੀ ਕਿ ਉਹਨਾਂ ਨੂੰ ਨਾਂ ਦਿੱਤਾ ਗਿਆ ਤਮਸੀਲੀ ਤੌਰ ਤੇ ਮਿਰਜ਼ਾ ਸਾਹਿਬ ਨੂੰ ਈਸਾ ਇਬਨ ਮਰੀਮ ਦਾ। ਇਹ ਤੁਹਾਨੂੰ ਕਿਹਨੇ ਦੱਸਿਆ, ਕਿੱਥੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਤਮਸੀਲੀ ਤੌਰ ਤੇ ਨਾਂ ਦਿੱਤਾ ਗਿਆ? ਹਾਂ, ਇੱਥੋਂ ਪਤਾ ਲੱਗਾ ਕਿ ਜਦੋਂ ਹਜ਼ਰਤ ਈਸਾ ਅਲੈਹਿਸਲਾਮ ਜ਼ਿੰਦਾ ਅਸਮਾਨ ਤੇ ਗਏ ਹੀ ਨਹੀਂ, ਉਹ ਫੌਤ ਹੋ ਗਿਆ, ਤੇ ਇੱਥੇ ਮਤਲਬ ਜਿਹੜਾ ਆਮਨ ਵਾਲਾ ਹੈ, ਫਿਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਦੇ ਦੋ ਹੁਲੀਏ ਦੱਸੇ। ਜਿਹੜਾ ਇੱਕ ਈਸਾ ਇਬਨ ਮਰੀਮ ਜਿਹੜੇ ਯਾਨੀ ਕਿ ਪਹਿਲੇ ਨਬੀ ਹੋ ਚੁੱਕੇ ਨੇ, ਉਹਨਾਂ ਦਾ ਹੁਲੀਆ ਦੱਸਿਆ ਕਿ ਉਹਨਾਂ ਦਾ ਹੁਲੀਆ ਇਹ ਹੈ। ਜਿਹੜਾ ਆਮਨ ਵਾਲਾ ਮਸੀਹ ਦੱਸਿਆ, ਉਹਦਾ ਹੁਲੀਆ ਬਿਲਕੁਲ ਟੋਟਲ ਡਿਫਰੈਂਟ ਹੈ। ਔਰ ਜਿੱਥੋਂ ਤੱਕ ਹੈਗਾ ਤਲਕ ਜਿਹੜੇ ਹਜ਼ਰਤ ਈਸਾ ਅਲੈਹਿਸਲਾਮ ਸੀ ਉਹ ਫੌਤ ਹੋ ਗਿਆ। ਜਦੋਂ ਫੌਤ ਹੋ ਗਿਆ ਤਾਂ ਆਮਨ ਨਾਲ ਦਾ ਇੱਕ ਜ਼ਿਕਰ ਮਿਲਦਾ ਹੈ, ਤੇ ਇੱਥੋਂ ਮਤਲਬ ਵੀ ਉਹਨਾਂ ਨੂੰ ਰੂਹਾਨੀ ਨਾਂ ਦਿੱਤਾ ਗਿਆ। ਇੱਥੋਂ ਮੈਨੂੰ ਪਤਾ ਚੱਲਿਆ। ਠੀਕ ਹੋ ਗਿਆ, ਸਮਝ ਗਿਆ ਤੁਹਾਡੀ ਗੱਲ ਮੈਂ। ਅੱਛਾ, ਇੱਕ ਗੱਲ ਨਜ਼ੀਰ ਸਾਹਿਬ ਤੁਸੀਂ ਗੌਰ ਨਹੀਂ ਕੀਤਾ ਜੀ ਜੀ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਬਕੌਲ ਤੁਹਾਡੇ ਜਿਹੜੇ ਈਸਾ ਅਲੈਹਿਸਸਲਾਤੁ ਵਸਲਾਮ ਫੌਤ ਹੋ ਗਏ ਆ, ਉਹਨਾਂ ਦਾ ਹੁਲੀਆ ਹੋਰ ਦੱਸਿਆ, ਤੇ ਜਿਹੜੇ ਈਸਾ ਨੇ ਆਣਾ ਉਹਨਾਂ ਦਾ ਹੁਲੀਆ ਹੋਰ ਦੱਸਿਆ ਬਕੌਲ ਤੁਹਾਡੇ। ਜੀ ਜੀ ਨਹੀਂ ਮੇਰੇ ਬਕੌਲ ਨਹੀਂ, ਮੈਂ ਹਦੀਸ ਹੈ, ਤੁਸੀਂ ਆਂਦੇ ਮੈਂ ਹਦੀਸ ਤੁਹਾਨੂੰ ਪੇਸ਼ ਕਰਾ ਦੇਣਾ। ਮੇਰੇ ਬਕੌਲ ਬਾਅਦ ਚ ਵੇਖਾਂਗੇ ਨਾ ਨਜ਼ੀਰ ਸਾਹਿਬ, ਤੁਸੀਂ ਤੁਹਾਡੇ ਤੇ ਬੜੇ ਬੜੇ ਧੋਖੇ ਤੁਹਾਡੇ ਨਾਲ ਹੋਏ ਆ, ਉਹ ਬਾਅਦ ਚ ਵੇਖਾਂਗੇ। ਹਾਲੇ ਤਾਂ ਜਿਹੜੀ ਅਸੂਲ ਦੀ ਗੱਲ, ਮੈਂ ਸਿਰਫ ਅਸੂਲ ਦੀ ਗੱਲ ਕਰ ਰਿਹਾ, ਐਵੀਡੈਂਸ ਆਪਾਂ ਦੋਵੇਂ ਬਾਅਦ ਚ ਚੈੱਕ ਕਰਾਂਗੇ। ਇਹ ਜਿਸ ਤਰ੍ਹਾਂ ਨਾ ਉਹ ਇੱਕ ਚੀਜ਼ ਨੂੰ ਅਹਿਮੀਅਤ ਦਿੱਤੀ ਜਾਂਦੀ ਨੇ ਕਿ ਉਹ ਇਸ ਤਰ੍ਹਾਂ ਦਾ ਫਲਾਨਾ ਹੋਵੇ, ਜਿਵੇਂ ਇਸ ਤਰ੍ਹਾਂ ਇੱਕ ਬੰਦਾ ਤਾਕਤਵਰ ਹੋਵੇ, ਬੜਾ ਦਲੇਰ ਹੋਵੇ, ਨਡਰ ਹੋਵੇ, ਉਹਨੂੰ ਕਹਿੰਦੇ ਨਾ ਇਹ ਤਾਂ ਸ਼ੇਰ ਦਾ ਬੱਚਾ ਹੈ, ਇਹ ਜਾਂ ਸ਼ੇਰ ਹੈ ਕਹਿੰਦੇ ਨਾ। ਹਾਲਾਂ ਉਹਨੂੰ ਦਲੇਰ ਵੀ ਕਹਿ ਸਕਦੇ ਹੋ, ਲੇਕਿਨ ਸਮਝ ਗਿਆ ਤੁਹਾਡੀ ਗੱਲ। ਸਮਝ ਗਿਆ ਤੁਹਾਡੀ ਗੱਲ। ਫਿਰ ਅਗਰ ਨਜ਼ੀਰ ਸਾਹਿਬ ਇਹ ਗੱਲ ਸੀ, ਤੇ ਫਿਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਫਰਮਾਉਣਾ ਚਾਹੀਦਾ ਸੀ ਕਿ ਮੂਸਾ ਅਲੈਹਿਸਲਾਮ ਆਉਣਗੇ, ਕਿਉਂਕਿ ਖੁਦ ਹੀ ਤਾਂ ਤੁਸੀਂ ਫਰਮਾ ਰਹੇ ਹੋ ਕਿ ਮੂਸਾ ਅਲੈਹਿਸਲਾਮ ਦੀ ਸ਼ਰੀਅਤ ਤੇ ਈਸਾ ਅਲੈਹਿਸਲਾਮ ਅਮਲ ਪੈਰਾ ਸੀ, ਤੇ ਅਫਜ਼ਲ ਤੇ ਮੂਸਾ ਅਲੈਹਿਸਲਾਮ ਨੇ ਨਾ। ਫਿਰ ਉਹਨਾਂ ਨੂੰ ਨਬੀ ਪਾਕ ਨੂੰ ਫਰਮਾਉਣਾ ਚਾਹੀਦਾ ਸੀ ਕਿ ਮੂਸਾ ਅਲੈਹਿਸਲਾਮ ਆਉਣਗੇ, ਮੂਸਾ ਆਏਗਾ। ਇੱਥੇ ਰੁਕ ਜਾ, ਤੁਹਾਨੂੰ ਮਿਸ ਅੰਡਰਸਟੈਂਡ ਤੁਸੀਂ ਕਰ ਰਹੇ ਹੋ। ਇਹ ਅਫਜ਼ਲ ਮੂਸਾ ਅਲੈਹਿਸਲਾਮ ਨੇ ਨਾ, ਈਸਾ ਅਲੈਹਿਸਲਾਮ ਤਾਂ ਨਹੀਂ ਨਾ ਬਕੌਲ ਤੁਹਾਡੇ? ਬਕੌਲ ਤੁਹਾਡੇ, ਸਾਡੇ ਬਕੌਲ ਨਹੀਂ, ਤੁਹਾਡੇ ਬਕੌਲ। ਚਲੋ ਮੇਰੇ ਕਰ ਲਵੋ। ਇਸ ਤਰ੍ਹਾਂ ਹੀ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਅਫਜ਼ਲ ਨੇ ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ। ਜੀ ਜੀ ਬਿਲਕੁਲ। ਤੇ ਹਜ਼ਰਤ ਮਸੀਹ ਅਲੈਹਿਸਲਾਮ ਉਹਨਾਂ ਦੇ ਗੁਲਾਮ ਨੇ। ਜਿਸ ਤਰ੍ਹਾਂ ਇਹ ਮੈਂ ਤੁਹਾਨੂੰ ਇਸ ਵਾਸਤੇ ਲਾਣਗੇ, ਤੁਸੀਂ ਕਹਿ ਰਹੇ ਹੋ ਕਿ ਈਸਾ ਇਬਨ ਮਰੀਮ ਇਸ ਵਜ੍ਹਾ ਤੋਂ ਕਿਹਾ ਕਿ ਜਿਸ ਤਰੀਕੇ ਕਿਸੇ ਨੂੰ ਕਿਹਾ ਜਾਂਦਾ ਨਾ ਕਿ ਉਹ ਸ਼ੇਰ ਆ, ਉਹ ਚੰਨ ਆ, ਯਾਨੀ ਅਹਿਮੀਅਤ ਦੇਣ ਵਾਸਤੇ। ਤੇ ਈਸਾ ਇਬਨ ਮਰੀਮ ਉਹਨਾਂ ਨੂੰ ਅਹਿਮੀਅਤ ਦੇਣ ਵਾਸਤੇ ਨਬੀ ਪਾਕ ਨੇ ਫਰਮਾਇਆ। ਤੇ ਜੇ ਅਹਿਮੀਅਤ ਦੇਣੀ ਸੀ ਤੇ ਫਿਰ ਉਸ ਪੈਗੰਬਰ ਨਾਲ ਦਿੱਤੀ ਜਾਂਦੀ ਨਾ। ਨਹੀਂ, ਜਿਹੜੇ ਜ਼ਿਆਦਾ ਅਹਿਮੀਅਤ ਵਾਲੇ ਆ। ਯਾਰ ਗੱਲ ਸੁਣੋ, ਅਹਿਮੀਅਤ ਦੇਣ ਦੀ ਨਹੀਂ ਗੱਲ ਮੈਂ ਕਰ ਰਿਹਾ। ਮੈਂ ਇਹ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਇੱਕ ਰੂਹਾਨੀ ਤੋਂ ਤੇ ਕਿਸੇ ਦੀ ਵੀ ਮਿਸਾਲ ਦਿੱਤੀ। ਹੁਣ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਆਪਨੇ ਫਰਮਾਇਆ ਉਹਦਾ ਆਣਾ ਮੇਰਾ ਆਣਾ ਹੈ, ਇਹ ਵੀ ਤਾਂ ਫਰਮਾਇਆ ਹੈ ਨਾ। ਨਹੀਂ, ਮੈਂ ਸਿਰਫ ਨਾਲ ਤਵੱਜੋ ਫੋਕਸ ਨਾਮ ਤੇ ਰੱਖੋ ਕਿ ਨਾਮ ਕਿਉਂ ਨਹੀਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਮਿਰਜ਼ਾ ਗੁਲਾਮ ਅਹਿਮਦ ਦੱਸ ਦਿੱਤਾ ਜਦੋਂ ਸ਼ਕਲ ਅਲੱਗ ਦੱਸ ਦਿੱਤੀ। ਬਾਕੀ ਨਬੀਆਂ ਦੇ ਕਦੀ ਨਾਂ ਦੱਸ ਕਿਸੇ ਹੈਗੇ ਨੇ ਕਿ ਜਿਹੜਾ ਆਮਨ ਵਾਲਾ ਉਹਦਾ ਨਾਂ ਆ ਹੋਵੇਗਾ? ਜ਼ਰੂਰੀ ਨਹੀਂ ਕਿ ਦੱਸਿਆ ਹੋਏ, ਦੱਸੇ ਵੀ ਹੈ ਨੇ ਲੇਕਿਨ ਜ਼ਰੂਰੀ ਨਹੀਂ ਹੈ। ਇਹਨੇ ਕਿੰਦਾ ਦੱਸਿਆ, ਦੱਸੋ ਨਾ ਜ਼ਰਾ ਮੈਨੂੰ ਪਤਾ ਲੱਗੇ। ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਦੱਸਿਆ ਸੀ ਹਜ਼ਰਤ ਈਸਾ ਅਲੈਹਿ ਸਲਾਮ ਨੇ, ਮੁਬਸ਼ਿਰਨ ਬਿਰਸੂਲ ਯਅਤੀ ਮਿਨ ਬਅਦੀ ਇਸਮੁਹੂ ਅਹਿਮਦ। ਅਹਿਮਦ। ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਤਾਂ ਮੁਹੰਮਦ ਹੈ। ਅਹਿਮਦ ਵੀ ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਸੀ। ਨਹੀਂ, ਉਹ ਹੈ ਕਮਾਲ ਚੀਜ਼ ਹੈ, ਆਪ ਦਾ ਨਾਮ ਮੁਹੰਮਦ ਹੀ ਹੈ ਨਾ। ਉਹ ਤਾਂ ਯਾਨੀ ਮੁਹੰਮਦ ਤੇ ਅਹਿਮਦ ਦੋਨੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਾਤੀ ਨਾਮ ਨੇ। ਇਹ ਕਿਹਨੇ ਮੁਹੰਮਦ ਵੀ ਤੇ ਅਹਿਮਦ ਵੀ। ਅਹਿਮਦ ਕਿਹਨੇ ਰੱਖਿਆ ਸੀ? ਮੁਹੰਮਦ ਵੀ ਤੇ ਅਹਿਮਦ ਵੀ ਦੋਨੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਾਤੀ ਨਾਮ, ਘਰ ਵਾਲਿਆਂ ਨੇ ਰੱਖੇ ਨਾ, ਅਸੀਂ ਤਾਂ ਨਹੀਂ ਨਾ, ਨੌਜ਼ ਬਿਲਾ ਰੱਖੇ। ਠੀਕ ਹੈ, ਬਿਲਕੁਲ ਠੀਕ ਹੈ। ਮੈਂ ਉਹਨਾਂ ਦੇ ਉਸ ਤਰ੍ਹਾਂ ਨਾਂ ਤਾਂ ਉਹਨਾਂ ਦੇ ਬਹੁਤ ਜ਼ਿਆਦਾ ਨਾਂ ਨੇ, ਲੇਕਿਨ ਨਾਮ ਤਾਂ ਬਹੁਤ ਜ਼ਿਆਦਾ ਨੇ, ਇਹ ਜ਼ਾਤੀ ਨਾਮ। ਹਜ਼ਰਤ ਈਸਾ ਅਲੈਹਿ ਸਲਾਮ ਨੇ ਕਿਹਾ ਕਿ ਉਹਨਾਂ ਦਾ ਨਾਂ ਅਹਿਮਦ ਹੋਵੇਗਾ, ਆਏ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਤੇ ਹੁਣ ਮੈਂ ਇਹ ਸ਼ੁਰੂ ਕਰ ਦੇਵਾਂ ਕਿ ਮੈਨੇ ਗੱਲ ਵੀ ਸੁਣ ਲਓ ਯਾਰ, ਮੇਰੀ ਵੀ ਸੁਣ ਲਓ। ਜੀ। ਅੱਛਾ, ਮੈਂ ਹੁਣ ਸ਼ੁਰੂ ਕਰ ਦੇਵਾਂ ਕਿ ਉਹ ਮੁਹੰਮਦ ਵੀ ਤਾਂ ਕਹਿ ਸਕਦੇ ਸੀ ਨਾ, ਉਹਨਾਂ ਅਹਿਮਦ ਕਿਉਂ ਕਿਹਾ ਹੈ? ਬਸ ਉਹੀ ਗੱਲ ਤੁਹਾਡੀ ਉਹੀ ਗੱਲ।
ਕਿਉਂਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਮੁਹੰਮਦ ਵੀ ਸੀ ਤੇ ਅਹਮਦ ਵੀ ਸੀ ਤੇ ਮੁਹੰਮਦ ਵੀ ਲਿਖਿਆ ਹੋਇਆ ਵਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਤੁਰਾਤ ਤੇ ਇੰਜੀਲ ਦੇ ਵਿੱਚ ਪੁਰਾਣੇ ਜਿਹੜੇ ਨੁਸਖੇ ਉਹਨਾਂ ਦੇ ਮੁਹੰਮਦ ਵੀ ਹੈ ਸੀ। ਇਹ ਤੁਹਾਡੇ ਖੁਦ ਮਿਰਜ਼ਾ ਸਾਹਿਬ ਨੇ ਵੀ ਦੱਸੀ ਹੈ ਗੱਲ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਪਿਛਲੀ ਕਿਤਾਬਾਂ 'ਚ। ਹੁਣ ਦੱਸੋ। ਹਾਂ ਮੈਂ ਦੇ ਦਿਆਂਗਾ ਸਬੂਤ, ਮੇਰੇ ਤੋਂ ਮਿਲਿਆ, ਖੁਦ ਤੁਹਾਡੇ ਮਿਰਜ਼ਾ ਸਾਹਿਬ ਵੀ ਤਸਲੀਮ ਕੀਤੀ ਹੈ ਗੱਲ ਤੇ। ਚਲੋ ਉਹ ਮੈਨੂੰ ਦਿਖਾਣਾ ਜ਼ਰਾ, ਫਿਰ ਮੈਂ ਉਸ ਤੋਂ ਉਹ ਬਾਅਦ ਮੈਂ ਤੁਹਾਨੂੰ ਵਿਖਾ ਦਿਆਂਗਾ, ਉਹ ਤੁਹਾਨੂੰ ਵਿਖਾ ਦਿਆਂਗਾ, ਉਹ ਤੁਹਾਨੂੰ ਵਿਖਾ ਦਿਆਂਗਾ। ਹੁਣ ਵੇਖੋ ਅਹਿਮਦ ਨਾਮ ਤੇ ਤੁਸੀਂ ਭਾਵਾਂ ਇਹ ਸਵਾਲ ਬੇਸ਼ੱਕ ਉਠਾਇਆ, ਲੇਕਿਨ ਇਹ ਨਾਮ ਤੇ ਉਹਨਾਂ ਦਾ ਵਾਲਿदैन ਨੇ ਰੱਖਿਆ ਨਾ, ਮੁਹੰਮਦ ਵੀ ਤੇ ਅਹਿਮਦ ਵੀ। ਕਿਆ ਮਿਰਜ਼ਾ ਸਾਹਿਬ ਦਾ ਨਾਮ ਈਸਾ ਇਬਨ ਮਰੀਮ ਕਿਸੇ ਨੇ ਰੱਖਿਆ? ਕਿੰਨਾ ਮਿਰਜ਼ਾ ਸਾਹਿਬ ਦਾ ਨਾਮ ਕਿਸੇ ਨੇ ਈਸਾ ਇਬਨ ਮਰੀਮ ਰੱਖਿਆ? ਰੂਹਾਨੀ ਤੌਰ ਤੇ ਹਾਂਜੀ, ਇਹ ਖੁਦਾ ਦੇ ਰਸੂਲ ਨੇ ਰੱਖਿਆ। ਵਾਲਿदैन ਨੇ ਰੱਖਿਆ? ਨਹੀਂ ਖੁਦਾ ਦੇ ਰਸੂਲ ਦੇ ਨਹੀਂ, ਉਹ ਤੇ ਉਹਨਾਂ ਨੇ ਬਿਸ਼ਾਰਤ ਦਿੱਤੀ ਹੈ ਨਾ। ਹਾਂਜੀ ਉਹਨਾਂ ਨੇ ਨਾਮ ਨਹੀਂ ਰੱਖਿਆ ਮਿਰਜ਼ਾ ਸਾਹਿਬ ਦਾ ਨਾਮ। ਕੀ ਪਤਾ ਕੋਈ ਹੋਰ ਬੰਦਾ ਹੋਇਆ ਜਿਹਦਾ ਨਾਮ ਈਸਾ ਇਬਨ ਮਰੀਮ ਹੈ। ਜਿਹੜੀ ਗੱਲ ਕਰਨ ਵਾਲੀ ਉਹ ਕਰੋ, ਇਹ ਐਵੇਂ ਆਪਾਂ ਇਹਦੇ ਤੇ ਲੱਗੇ ਰੰਗ ਲੱਗੇ। ਅਸਲ ਜਿਹੜੀ ਮੇਜਰ ਕੋਈ ਗੱਲ ਨਾ ਤੁਹਾਡੇ ਕੋਲ, ਉਹ ਗੱਲ ਕਰੋ ਜਿੰਦਾ ਮੈਂ ਤੁਹਾਨੂੰ ਜਵਾਬ ਦੇਵਾਂ, ਜਾਂ ਜਿੱਦਾਂ ਨਹੀਂ ਮੈਨੂੰ ਹੋਵੇਗਾ ਜਵਾਬ, ਮੈਂ ਤੁਹਾਡੇ ਨਾਲ ਉਹ ਆਪਦੀ ਮੰਨਾਂਗਾ ਕਿ ਹਾਂ ਮੈਂ ਇਹ ਗਲਤੀ ਦੇ ਉੱਤੇ ਆ। ਇਹ ਕੋਈ ਗੱਲਾਂ ਨਹੀਂ ਜਿਹੜੀਆਂ ਤੁਸੀਂ ਕਰ ਰਹੇ ਹੋ, ਇਹ ਕੋਈ ਗੱਲ ਹੈ ਨਹੀਂ ਜੀ। ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੈ। ਚਲੋ ਜੀ, ਹੁਣ ਇਸ ਗੱਲ ਨੂੰ ਅਸੀਂ ਜਿਹੜਾ ਨਾ ਇੱਕ ਵਾਰੀ ਸਾਈਡ ਤੇ ਰੱਖ ਦਿੰਨੇ ਆ, ਇੱਕ ਵਾਰੀ ਸਾਈਡ ਤੇ ਰੱਖ ਦਿੰਨੇ ਆ ਕਿ ਜੀ ਨਾਮ ਵਾਲੀ ਗੱਲ। ਅਸੀਂ ਅੱਲਾ ਦੇ ਰਸੂਲ ਨੇ ਫਰਮਾਇਆ ਕਿ ਈਸਾ ਇਬਨ ਮਰੀਮ ਤਸ਼ਰੀਫ ਲਿਆਣਗੇ। ਮਿਰਜ਼ਾ ਸਾਹਿਬ ਨੇ ਕਿਹਾ ਜੀ ਇਹ ਤਮਸੀਲੀ ਨਾਮ ਆ ਜਾਂ ਮਸੀਲੇ ਮਸੀਹ ਨੇ ਆਣਾ ਵਾ। ਇਹ ਹੁਣ ਅਸੀਂ ਵੇਖ ਲਈਏ ਕਿ ਆਪਨੇ ਫਰਮਾਇਆ ਉਹ ਮੈਂ, ਕਿੰਨੇ ਫਰਮਾਇਆ? आपने फरमाया वो मैं ही है, जेड़ा जेड़ा नबी के ने फरमाया सी ना कि ईसा बिन मरियम, आपने फरमाया वो मैं ही हां। मिर्जा साहब ने क्या मैं ही है? हेलो जी 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 जी, मैं कहा मिर्जा साहब ने क्या मैं ही है? जी जी बिल्कुल। अच्छा अच्छा, तुसी मिर्जा साहब दी गल मान लई? हां ते क्यों नहीं मन्नागा मैं? अल्लाह दे रसूल ने क्या ईसा इब्न मरियम मान गए, मिर्जा साहब ने क्या नहीं नहीं वो ते मेरा नाम ईसा इब्न मरियम रखेगा, तुसी मान लिया? अच्छा अच्छा, मैं कह रहा कि जेकर वो फौत हो गए ने तो फिर फौत होया बंदा वापस नहीं ना आंदा। ए गल नबी पाक सल्लल्लाहु अलैहि वसल्लम नहीं सी पता? पता सी। फिर क्यों उन्होंने क्या ईसा इब्न मरियम मान गए? रूहानी तौर ते मतलब कि नौजुबिल्लाह अस्तगफिरुल्लाह, उम्मत नू अल्लाह दे रसूल ने गलत बयानी की। मैं कह रहा कि रूहानी तौर ते ना जिस तरह दिता जाता ना कि टाइटल फलाना तो बड़ा दलेर है, वो शेर है। शेर तक कह रहे हो ना, अल्लाह दे रसूल ने नहीं ना किया है, तुसी कह रहे हो, फर्क है ना, ए तुसी कह रहे हो। अल्लाह दे रसूल ने किधरे नहीं किया कि मैं रूहानी नाम दे रहे हैं। चलो आप उधर सीधा सीधे सीधे मसले ते आने आ। मैनू ये दसो कि जेड़ा एक फौत हो गया वो दोबारा आ सकदा है? नहीं आ सकदा, अल्लाह चाहे ते आ सकदा। अच्छा अच्छा, हज़रत ईसा अलैहिस्सलाम फौत हो गए या जिंदा ने? चलो ये तुसी दसो मैनू। ऐते मैं 10 दिन ना, लेकिन इत्थे हले बहस नहीं, बहस साडी गल उत्थे ही जिथे चल रही है चलेगी। 10 दिन ना कि हज़रत ईसा अलैहिस्सलाम जिंदा ने। यार मैं सिर्फ मॉडरेट कर रहा, मेरी सिर्फ एक गल सुनो ज़िया साहब। मेरे ख्याल च ਜਿਹੜੀ ਪਹਿਲੀ ਗੱਲ ਸੀ ਨਾ, ਤੁਸੀਂ ਹਵਾਲਾ ਉਹ ਜਿਹੜਾ ਇਹਨਾਂ ਨੇ ਕਿਹਾ ਸੀ ਨਾ ਛੱਡ ਦਾ, ਉਧਰ ਉਸ ਪਾਸੇ ਲਿਆਓ ਤੇ ਹਵਾਲਾ ਉਹਨਾਂ ਨੂੰ ਦਵੋ ਤੇ ਦੱਸੋ ਜ਼ਰਾ। ਇਹ ਹਵਾਲਾ ਲੈ ਲਓ ਜੀ ਮਿਰਜ਼ਾ ਸਾਹਿਬ ਦਾ। ਜੀ ਜੀ, ਇਹ ਹਵਾਲਾ ਜੇ ਤੇ ਇਹਦੀ ਹੁਣ ਤੁਸੀਂ ਤਹਿਕੀਕ ਕਰਕੇ, ਇੱਕ ਮਿੰਟ ਜੀ, ਤਹਿਕੀਕ ਕਰਕੇ ਆਣਾ ਜੇ। ਜੀ ਜੀ, ਤੇ ਇਹ ਤੁਸੀਂ ਖੁਦ ਵੀ ਕਰ ਲੈਣਾ ਤੇ ਆਪਣੇ ਮਰਬੀਆਂ ਨੂੰ ਵੀ ਪੁੱਛ ਲੈਣਾ। ਠੀਕ ਹੈ। ਮਿਰਜ਼ਾ ਸਾਹਿਬ ਨੇ ਇੱਕ ਸ਼ਰੀਅਤ ਦਾ ਹੁਕਮ ਦੱਸਿਆ, ਠੀਕ ਹੈ। ਇਹ ਤੁਸੀਂ ਮੈਨੂੰ ਸਾਬਤ ਕਰਨਾ ਕਿ ਇਹ ਸ਼ਰੀਅਤ ਦਾ ਹੁਕਮ। ਮਸਲਨ ਤੁਹਾਨੂੰ ਮੈਂ ਦੱਸ ਦਿੰਦਾ। मिर्जा साहब ते तुसी तो कह रहे हो ना कि नबी पाक सल्लल्लाहु अलैहि वसल्लम दा ही सारा कुछ है। जी जी, तो मिर्जा साहब अपनी तो नहीं ना शरीयत काट सकते कोई? हाँ नहीं। ठीक हो गया। ए हुण मैं तुहानू हवाला किद्दां भेजां, या तो तुसी नंबर इनबॉक्स करो। मेरा लिख लवो, मेरा नंबर लिख लवो, क्योंकि मैं ना ड्राइव कर रहा। ਤੁਸੀਂ ਮੇਰਾ ਨੰਬਰ ਲਿਖ ਲਓ, ਮੇਰੇ WhatsApp ਉਹਦੇ WhatsApp ਤੇ ਤੁਸੀਂ ਜਿਹੜਾ ਭੇਜਣਾ ਭੇਜ ਜਾਏ। ਮੈਂ ਬੇਸ਼ੱਕ ਉੱਤੇ ਮੇਰਾ ਨੰਬਰ ਕੋਈ ਭਾਈ ਨੋਟ ਕਰ ਲੈ, ਮੇਰੇ ਕੋਲ ਕਾਗਜ਼ ਪੈਨਸਲ ਨਹੀਂ ਹੈ, ਕੋਈ ਭਾਈ ਨੰਬਰ ਨੋਟ ਕਰੇ ਜ਼ਰਾ, ਦੱਸੋ ਨੰਬਰ। ਸਿਕਰ ਭਾਈ ਤੁਸੀਂ ਕਰੋ, ਸਿਕਰ ਭਾਈ ਨੰਬਰ ਨੋਟ ਕਰੋ। ਹੋ ਰਿਹਾ ਤੁਸੀਂ ਦੱਸੋ ਨੰਬਰ। 0431 76
9799। ਠੀਕ ਹੋ ਗਿਆ, ਠੀਕ ਹੋ ਗਿਆ। ਠੀਕ ਹੋ ਗਿਆ। ਅੱਛਾ, ਇਹ ਮੈਂ ਹੁਣ ਤੁਹਾਨੂੰ ਇਸ ਲਿਖ ਲਿਆ, ਮੈਂ ਤੁਹਾਨੂੰ ਪੇਜ ਭੇਜ ਦਿਆਂਗਾ। ਇਹ ਹੁਣ ਗੱਲ ਸੁਣ ਲਓ ਕੀ ਲਿਖੀ ਹੋਈ ਹੈ। ਠੀਕ ਹੈ ਇਹ ਮਜਮੂਆ ਇਸ਼ਤਿਹਾਰਾਤ ਮਿਰਜ਼ਾ ਸਾਹਿਬ ਦੇ ਜਿਲਦ 3 ਸਫਾ ਨੰਬਰ ਹੈਗਾ 467। ਇਹਦੇ ਚ ਮਿर्जा साहब ने लिखा कि शरअन ये अमर ममनू है कि ताउन ज़दा इलाका के लोग अपने देहात को छोड़कर दूसरी जगह जाएं। इसलिए मैं अपनी जमात के लोगों को ताउन ज़दा इलाकों जो ताउन ज़दा इलाकों में है मना करता हूँ कि वो अपने इलाकों से निकलकर कादियान या किसी दूसरी जगह जाने का हरगिज़ कसद ना करें। मिर्ज़ा साहब यहाँ पे लिख रहे हैं, मिर्ज़ा साहब लिख रहे ने कि शरीयत ने मना किया कि जिथे ताउन फैल जाए वो इलाका छोड़ के वो जगह छोड़ के तुसी होर किसे पासे नहीं जाना, होर किसे पासे जान तो शरीयत ने मना किया। बिल्कुल ठीक है, ठीक हो गया। ए तुसी मैनू भावें कुरान चो लभ दिओ ते भावें हदीस चो लभ दिओ। कुरान च किधरे होए या किधरे हदीस च होए, कुरान च किते अल्लाह ने फरमाया होया कि जिथे ताउन होए वो जगह तुसी नहीं छड्डनी, या हदीस च किते रसूलुल्लाह सल्लल्लाहु अलैहि वसल्लम ने फरमाया होए कि जिथे ताउन फैल जाए वो तुसी जगह नहीं छड्डनी। ठीक है, गल कर ए ली। बस जी, ए पहला अज दा हवाला है जी, ए पहला वा मेरा। ਇਹਦਾ ਜਵਾਬ ਮੇਰੇ ਕੋਲ ਹੈਗਾ, ਮੈਂ ਤੁਹਾਨੂੰ ਦਸਤੀ ਦੇ ਦੇਣਾ, ਤੁਸੀਂ ਪਰੇਸ਼ਾਨ ਕਿਸ ਗੱਲ ਤੋਂ। ਮੈਨੂੰ ਇਹ ਦੱਸੋ ਕਿ ਅਸੀਂ ਹਜ਼ਰਤ ਮਸੀਹ ਅਲੈਹਿਸ ਸਲਾਮ ਨੂੰ ਉਮਤੀ ਨਬੀ ਮੰਨਦੇ, ਤੇ ਨਬੀ ਉਹ ਹੁੰਦਾ ਨਾ ਜਿਹਨੂੰ ਖੁਦਾ ਤਾਲਾ ਵਹੀ ਕਰਦਾ ਹੈ। ਮੈਂ ਤਾਂ ਨਹੀਂ ਨਾ ਦਾਵਾ ਕਰ ਸਕਦਾ ਕਿ ਮੈਂ ਨਬੀ ਹਾਂ, ਮੈਂ ਤਾਂ ਨਹੀਂ ਕਰ ਸਕਦਾ ਨਾ। ਹਾਂਜੀ ਹਾਂਜੀ, ਦਾਵਾ ਤਾਂ ਉਹੀ ਕਰੇਗਾ ਨਾ ਜਿਹਨੂੰ ਖੁਦਾ ਵਹੀ ਕਰੇਗਾ। ਹਾਂ ਹਾਂ, ਤੇ ਜੋ ਖੁਦਾ ਦੱਸ ਰਿਹਾ ਵੇ ਹਜ਼ਰਤ ਮਸੀਹ ਅਲੈਹਿਸ ਸਲਾਮ ਨੂੰ ਕਿ ਇਹ ਇਸ ਤਰ੍ਹਾਂ ਬਿਮਾਰੀ ਫੈਲੇਗੀ, ਉਹ ਤੇਰੇ ਮੰਨਣ ਵਾਲਿਆਂ ਨੂੰ ਕੋਈ ਉੱਥੇ ਗਜ਼ੰਦ ਨਹੀਂ ਪਹੁੰਚੇਗਾ, ਉਹ ਜਿੱਥੇ ਜਿੱਥੇ ਗਏ ਨੇ ਬਿਲਕੁਲ ਉੱਥੇ ਰਹਿਣ, ਕਿਤੇ ਨਾ ਜਾਣ। ਤੇ ਫਿਰ ਕਿਆ ਹਜ਼ਰਤ ਮਸੀਹ ਅਲੈਹਿਸ ਸਲਾਮ ਕਹਿਣ ਦੇ ਹੱਕਦਾਰ ਨੇ ਕਿ ਨਹੀਂ? ਅਗਰ ਮਿਰਜ਼ਾ ਸਾਹਿਬ ਨੂੰ ਖੁਦਾ ਨੇ ਦੱਸਿਆ ਕਿ ਇਹ ਭਾਈ ਤਾਉਨ ਫੈਲਣੀ ਆ ਤੇ ਤੇਰੇ ਮੁਰੀਦਾਂ ਨੂੰ ਕੁਝ ਨਹੀਂ ਹੋਏਗਾ, ਤੂੰ ਉੱਥੇ ਬੈਠਾ ਰਹਿ, ਮੁਰੀਦਾਂ ਨੂੰ ਕਹਿ ਉੱਥੇ ਬੈਠ ਰਹਿ, ਤੇ ਮਿਰਜ਼ਾ ਸਾਹਿਬ ਕਹਿ ਦੇਣ ਵੀ ਠੀਕ ਆ ਮੁਰੀਦੋ ਉੱਥੇ ਹੀ ਰਹੋ, ਕਿਧਰੇ ਨਹੀਂ ਜਾਣਾ, ਤੁਹਾਨੂੰ ਕੁਝ ਨਹੀਂ ਹੋਗਾ, ਇਸ ਗੱਲ ਦੇ ਵਿੱਚ ਰੱਤੀ ਭਰ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਵੀ ਕੋਈ ਨਹੀਂ। ਠੀਕ ਹੈ, ਇਤਰਾਜ਼ ਇਸ ਗੱਲ ਦਾ ਵਾ ਕਿ ਜਦੋਂ ਮਿਰਜ਼ਾ ਸਾਹਿਬ ਵਹੀ ਉਹਨਾਂ ਤੇ ਖੁਦ ਹੋਵੇ ਤੇ ਕਵਣ ਉਹ ਇੱਕ ਸ਼ਰੀਅਤ ਨੇ ਮਨਾ ਕੀਤਾ, ਸ਼ਰੀਅਤ ਤਾਂ ਰਸੂਲੁल्लाह सल्लल्लाहु अलैहि वसल्लम ਦੀ ਹੈ, ਮਿਰਜ਼ਾ ਸਾਹਿਬ ਦੀ ਤਾਂ ਨਹੀਂ। ਅੱਛਾ ਠੀਕ ਹੈ, ਠੀਕ ਹੈ, ਇਹ ਮੇਰਾ ਅਸਲ ਇਤਰਾਜ਼ ਹੈ ਇਸ ਚੀਜ਼ ਤੇ। ਚਲੋ ਮੈਂ ਇਹਦੇ ਤੇ ਮਜ਼ੀਦ ਨਾ, ਕਿਉਂਕਿ ਮੈਂ ਜਿੰਨਾ ਮੈਂ ਇਹਦੇ ਤੇ ਐਸਾ ਨਹੀਂ ਲਫ਼ਜ਼ ਬੋਲਣਾ ਚਾਹੁੰਦਾ ਜਿੰਦਾ ਮੈਨੂੰ ਇਹਨਾਂ ਨਹੀਂ ਗਾ। ਬਾਕੀ ਜਿੱਥੋਂ ਦੇ ਖੁਦਾ ਦੇ ਕਹਿਣ ਤੇ ਅੱਲਾਹ ਹਜ਼ਰਤ ਮਸੀਹ ਅਲੈਹਿਸ ਸਲਾਮ ਨੇ ਇਸ ਚੀਜ਼ ਦਾ ਲੋਕਾਂ ਨੂੰ ਕਿਹਾ ਔਰ ਇਹ ਸੱਚ ਸਾਬਤ ਹੋਇਆ। ਠੀਕ ਹੈ, ਉਹਦਾ ਮੇਰੇ ਇਤਰਾਜ਼ ਹੀ ਕੋਈ ਨਹੀਂ, ਉਧਰ ਤੂੰ ਜ਼ੋਰ ਲਾਉਣ ਦੀ ਲੋੜ ਹੀ ਕੋਈ ਨਹੀਂ। ਮੈਂ ਇਹ ਕਿ ਮਿਰਜ਼ਾ ਸਾਹਿਬ ਨੇ ਕਿਹਾ ਸ਼ਰੀਅਤ ਨੇ ਮਨਾ ਕੀਤਾ, ਅੱਛਾ ਇਹਦਾ ਮਤਲਬ ਹੈ ਕਿ ਤੁਹਾਨੂੰ ਸ਼ਰੀਅਤ ਮੁਹੰਮਦੀਆ ਚ ਇਹਦੀ ਮਮਾਨਤ ਵਿਖਾਣੀ ਪੈਣੀ। ਅੱਛਾ ਠੀਕ ਹੈ, ਹਾਂ ਠੀਕ ਹੈ, ਮੈਂ ਇੱਕ ਹੋ ਗਿਆ। ਵੈਸੇ ਇਹ ਕੋਈ ਐਡਾ ਵੱਡਾ ਸਵਾਲ ਹੈ ਨਹੀਂ ਦਾ, ਤੇ ਚਲੋ ਤੁਸੀਂ ਇੱਕ ਬਣਾਇਆ ਹੈ ਤੇ ਮੈਂ ਇਹਦਾ ਜ਼ਰੂਰ ਇਹਦੇ ਤੇ ਕਰਾਂਗਾ। ਬਾਕੀ ਰਹਿ ਗਿਆ ਕਿ ਜਦੋਂ ਸਾਡਾ ਅਕੀਦਾ ਇਹ ਆ ਕਿ ਉਹਨਾਂ ਨੂੰ ਖੁਦਾ ਵਹੀ ਕਰਦੇ ਤੇ ਖੁਦਾ ਨੇ ਦੇਖੋ ਯਾਰ ਇੱਕ ਮਿੰਟ ਮੇਰਾ ਵੀ ਥੋੜਾ ਜਿਹਾ ਗੌਰ ਸਾਹਿਬ, ਇੱਕ ਗੱਲ ਤੁਸੀਂ ਭੁੱਲ ਗਏ ਹੋ, ਇੱਕ ਗੱਲ ਭੁੱਲ ਗਏ ਹੋ ਤੁਸੀਂ। ਜੀ ਸਾਡੇ ਗੱਲ ਇਹ ਹੋਈ ਸੀ ਕਿ ਜੇ ਮਿਰਜ਼ਾ ਸਾਹਿਬ ਦੀ ਗੱਲ ਨਬੀ ਪਾਕ ਦੀ ਗੱਲ ਦੇ ਖਿਲਾਫ ਹੋਈ ਤੇ ਕੀ ਕਰਨਗੇ ਉਹ, ਇਹਦੇ ਤੇ ਚੱਲ ਰਹੇ ਹਾਂ ਅਸੀਂ। ਨਹੀਂ ਆਹੋ, ਤੁਸੀਂ ਸਿੱਧਾ ਫਾਰਮੂਲਾ ਦੱਸ ਰਹੇ ਹੋ ਕਿ ਚੂੰਕਿ ਅੱਲਾਹ ਦੇ ਨਬੀ ਹੈ ਤੇ ਖੁਦਾ ਨੇ ਦੱਸਤਾ ਤਾਂ ਫਿਰ ਕੀ ਹੋ ਗਿਆ? ਨਹੀਂ ਉਹ ਤਾਂ ਮੈਂ ਤੁਹਾਨੂੰ ਕਹਿਤਾ ਜੀ, ਉਹ ਡਾਇਰੈਕਟ ਕਹਿ ਦੇਣ ਵੀ ਖੁਦਾ ਨੇ ਮੈਨੂੰ ਦੱਸਿਆ ਹੈ ਕੱਲ ਤੇ ਮੈਂ ਆਪਣੇ ਤੌਰ ਤੇ ਕਹਿ ਰਿਹਾ, ਤਾਂ ਮਸਲਾ ਹੀ ਕੋਈ ਨਹੀਂ, ਕਹੀ ਰੱਖਣ, ਸਾਨੂੰ ਕੀ ਇਤਰਾਜ਼ ਹੈ? ਇੱਕ ਮਿੰਟ आपने ये क्या है कि उन्होंने खिलाफ क्या नबी करीम सल्लल्लाहु अलैहि वसल्लम दा फरमान मैंने वहा दोगे कि आपने फरमाया होवे कि यह नहीं करना, ते हज़रत मसीह अलैहि सलाम ने क्या मतलब नहीं मुखालफत ता है ना कि नबी करीम सल्लल्लाहु अलैहि वसल्लम ने कुछ फरमाया होवे ते मिर्जा साहब ने कुछ और फरमाया होवे, फिर है ना जे अगर नबी करीम सल्लल्लाहु अलैहि वसल्लम ने कुछ नहीं फरमाया ते नवी चीज एक आई है ते वो खुदा ने दसी है ते ओ तां बयान होनी है ना। ਉਹਨੂੰ ਫਿਰ ਇਹ ਤੇ ਨਾ ਕਹਿਣ ਸ਼ਰੀਅਤ ਨੇ ਮਨਾ ਕੀਤਾ, ਕਿ ਸ਼ਰੀਅਤ ਤਾਂ ਮੁਹੰਮਦ ਰਸੂਲੁल्लाह सल्लल्लाहु अलैहि वसल्लम ਦੀ ਹੈ। अच्छा चल एक मिनट मैंने एक गल का जवाब दो, थोड़ा जिहा मैनूं दसो कि अल्लाह ताला ने कुरान पाक च फरमाया कि जेड़ा मेरी तरफ झूठ मनसूब करे मैं उहदा दां बाजू पकड़ के इशारा कर देंगा। ਜਿਹੜਾ ਬੋਲੇ ਐ ਨਹੀਂ ਫਰਮਾਇਆ ਕਿ ਜਿਹੜਾ ਬੋਲੇ, ਇਹ ਗੱਲ ਨਬੀ ਪਾਕ ਸੱਲੱਲਾਹੁ अलैहि वसल्लम ਨੂੰ ਫਰਮਾਈ ਗਈ ਸੀ।
ਅੱਛਾ ਅੱਛਾ, ਯਾਨੀ ਕਿ ਉਸ ਮੁਕੱਦਸ ਨਬੀ ਨੂੰ ਫਰਮਾਇਆ ਜਿੰਦਾ ਸੋਚ ਹੀ ਨਹੀਂ ਕੋ ਸਕਦਾ ਕੋਈ ਝੂਠ ਬੋਲੇਗਾ, ਉਹਨੂੰ ਅੱਲਾਹ ਨੇ ਇਹ ਕਿਹਾ, ਉਹਨੂੰ ਇਹ ਕਿਹਾ ਕਿ ਅਗਰ ਤੂੰ ਝੂਠ ਬੋਲੇਗਾ ਫਿਰ ਤੇ ਜਿਹੜੇ ਬਾਕੀ ਨੇ ਜੇ ਉਹ ਨਬੂਵਤ ਦਾ ਦਾਵਾ ਕਰਨ, ਜੋ ਮਰਜ਼ੀ ਕਰਨ, ਅੱਲਾਹ ਤਾਲਾ ਉਹਨਾਂ ਨੂੰ ਕੋਈ ਸਜ਼ਾ ਨਹੀਂ ਦੇਵੇਗਾ। ਇਹ ਤੁਹਾਡਾ ਕਿੱਦਾਂ ਹੈ? ਨਹੀਂ, ਸਜ਼ਾ ਤੇ ਕਿਸੇ ਨੂੰ ਵੀ ਨਹੀਂ ਮਾਫ ਹੋਏਗੀ, ਸਜ਼ਾ ਤਾਂ ਸਾਰਿਆਂ ਨੂੰ ਮਿਲੇਗੀ। ਸਾਰਿਆਂ ਉਹੀ ਮਿਲੇਗੀ ਨਾ ਜਿਹੜੀ ਨਬੀ ਕੇ ਸੱਸਨ ਦੇ ਇੱਕ ਕਾਨੂੰਨ ਲਾਗੂ ਨਹੀਂ 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 ਨਹੀਂ, ਉਹ ਸਿਰਫ ਨਬੀ ਪਾਕ ਸੱਸਨ ਵਾਸਤੇ ਫਰਮਾਇਆ, ਉਹ ਸਾਰਿਆਂ ਤੇ ਨਹੀਂ ਹੁੰਦਾ। ਅੱਛਾ ਇੱਕ ਮਿੰਟ, ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਨੂੰ ਅੱਲਾਹ ਤਾਲਾ ਨੇ ਫਰਮਾਇਆ ਕਿ ਐ ਮੇਰੇ ਰਸੂਲ ਤੇਰੇ ਵਾਲਿदैन ਜਿਹੜੇ ਬੁਢਾਪੇ ਦੀ ਉਮਰ ਨੂੰ ਪਹੁੰਚ ਜਾਣ ਤੋਂ ਉਹਨਾਂ ਅੱਗੇ ਉਫ ਨਾ ਕਰੀ। ਖੁਦਾ ਨੂੰ ਨਹੀਂ ਪਤਾ ਸੀ ਕਿ ਇਹਨਾਂ ਦੇ ਵਾਲਿदैन ਤਾਂ ਫੌਤ ਹੋ ਗਏ ਤੇ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਨੂੰ ਨਹੀਂ ਪਤਾ ਸੀ। ਉਹ ਅਗਰ ਉੱਥੋਂ ਤੱਕ ਹੀ ਮਹਦੂਦ ਸੀ ਤੇ ਸਾਨੂੰ ਤਾਂ ਅਸੀਂ ਜੋ ਮਰਜ਼ੀ ਮਾਂ ਪਿਓ ਨਾਲ ਬੁਰਾ ਸਲੂਕ ਕਰ ਗਏ ਨਾ, ਸਾਡੇ ਵਾਸਤੇ ਤਾਂ ਹੁਕਮ ਨਹੀਂ ਦੇਣਾ, ਉਹ ਤਾਂ ਨਬੀ ਕਰ ਗਏ ਨਾ, ਸਾਡੇ ਵਾਸਤੇ ਤਾਂ ਹੁਕਮ ਨਹੀਂ ਦੇਣਾ, ਉਹ ਤਾਂ ਨਬੀ ਕਰ ਗਏ ਨਾ, ਸਾਡੇ ਵਾਸਤੇ ਤਾਂ ਹੁਕਮ ਨਹੀਂ ਦੇਣਾ, ਉਹ ਤਾਂ ਨਬੀ ਗਈ ਹੈ ਨਾ। ਇਹ ਨਬੀ ਪਾਕ ਸੁਣੋ ਨਾ, ਮੇਰੀ ਗੱਲ ਸੁਣੋ ਤੁਸੀਂ, ਮੈਂ ਤੁਹਾਡਾ ਸਵਾਲ ਸਮਝ ਗਿਆ, ਮੇਰੀ ਗੱਲ ਸੁਣੋ। ਇਹ ਜਿਹੜੀ ਗੱਲ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੂੰ ਫਰਮਾਈ ਗਈ ਹੈ ਨਾ ਕਿ ਤੁਹਾਡਾ ਦਾਇਆ ਹੱਥ ਪਕੜ ਕੇ ਤੁਹਾਡੀ ਸ਼ਹਿਰਾ ਕੱਟ ਦਿੰਦਾ, ਇਹ ਗੱਲ ਉਹਨਾਂ ਦੀ ਨਬੂਵਤ ਦੇ ਬਾਰੇ ਕੀਤੀ ਗਈ ਹੈ, ਕਿਉਂਕਿ ਉਹ ਨਬੀ ਆ ਕਿ ਨਬੀ ਹੋ ਕੇ ਮੇਰੇ ਤੇ ਝੂਠ ਬੋਲਦੇ ਤੁਸੀਂ ਤੇ ਫਿਰ ਮੈਂ ਤੁਹਾਡੀ ਸ਼ਹਿਰਾ ਕੱਟ ਦਿੰਦਾ। ਇਹਦੇ ਵਿੱਚ ਹੈ ਉਹਨਾਂ ਦੀ, ਅਸੀਂ ਉਮਤੀ ਆ, ਅਸੀਂ ਨਬੀ ਨਹੀਂ ਹੈ। ਆਹੋ ਤੇ ਹਜ਼ਰਤ ਮਸੀਹ ਅਲੈਹਿਸਲਾਮ ਨੇ ਦਾਵਾ ਨਬੂਵਤ ਦਾ ਕੀਤਾ ਹੈ ਨਾ। ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਮਿੰਟ ਠਹਿਰ ਜੋ, ਮੈਂ ਤੁਹਾਨੂੰ ਦੱਸ ਦਿੰਦਾ, ਸਬਰ ਕਰੋ। ਹਾਂ, ਇਹ ਦਾਵਾ ਮਿਰਜ਼ਾ ਸਾਹਿਬ ਨੇ ਖੁਦ ਕੀਤਾ, ਅੱਲਾਹ ਨੇ ਨਹੀਂ ਕਿਹਾ ਮਿਰਜ਼ਾ ਸਾਹਿਬ ਨੂੰ ਕਿ ਉਹ ਨਬੀ ਹੈ। ਅੱਲਾਹ ਤਾਲਾ ਕਮਜ਼ੋਰ ਹੈ, ਤੁਮ ਲੋਗ ਅੱਲਾਹ ਤਾਲਾ ਅਗਲੀ ਗੱਲ ਸੁਣ ਲਓ ਨਾ। ਇਹ ਗੱਲ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਵਾਸਤੇ ਹੀ ਖਾਸ ਆ, ਉਹਨਾਂ ਨੂੰ ਫਰਮਾਈ ਗਈ ਆ, ਦੂਜੇ ਤੀਜੇ ਨੂੰ ਨਹੀਂ ਫਰਮਾਈ ਗਈ। ਅਗਰ ਦੂਜੇ ਤੀਜੇ ਨੂੰ ਫਰਮਾਈ ਗਈ ਹੋਵੇ ਤੇ ਇਹ ਮੈਨੂੰ ਦੱਸੋ, ਆ ਹੁਣੀ ਦੱਸੋ, ਮੈਂ ਤੁਹਾਨੂੰ ਕੋਈ ਦਰਜਨ ਪਰ ਇੱਥੇ ਮੁਦਈਆਂ ਨੇ ਨਬੂਵਤ ਲਿਆ ਕੇ ਵਿਖਾ ਦਿੰਦਾ ਜਿਹਨਾਂ ਨਬੂਵਤ ਦੇ ਦਾਅਵੇ ਕੀਤੇ ਚੰਗੇ ਭਲੇ ਫਿਰਦੇ। ਮੈਨੂੰ ਇੱਕ ਬੰਦਾ ਵਹਾ ਦਿਓ, ਤੁਸੀਂ ਦਰਜਨ ਭਰ ਕੇ ਆਣਾ, ਮੈਨੂੰ ਇੱਕ ਬੰਦਾ ਵਹਾ ਦਿਓ ਜਿੰਨੀ 30 ਸਾਲ ਤੱਕ ਉਹ ਚੱਲ ਗਈ ਹੋਵੇ। ਇਹ ਹੁੰਦਾ ਤਾਂ ਮੈਂ ਇੱਥੇ ਕਹਦਾ ਰੱਬ ਨੇ ਮੇਰੀ ਦਵਾ ਦਾ ਗਿੱਚੀ ਦੇ ਫੜਦੇ ਐਵੇਂ ਤਾਂ ਨਹੀਂ ਮਰੋੜ ਦੇਣਾ ਜਿਵੇਂ ਕੁਕੜੀ ਨੂੰ ਮਰੋੜੀ ਜਾਏ। ਅਸਲ ਗੱਲ ਐਵੇਂ ਨਹੀਂ ਦੀ। ਮੈਨੂੰ ਉਹ ਬੰਦਾ ਵਹਾ ਦਿਓ ਜਿਹਨੇ ਦਾਵਾ ਕੀਤਾ ਵੀ ਉਹ 30 ਸਾਲ ਤੱਕ ਉਹਦੀ ਨਬੂਵਤ ਚੱਲ ਗਈ ਹੋਵੇ। ਹਜ਼ਰਤ ਮਸੀਹ ਅਲੈਹਿਸਲਾਮ ਨੂੰ ਤਾਂ 140-45 ਸਾਲ ਹੋ ਗਏ ਨੇ। ਉਹ ਬੰਦਾ ਸਾਹਮਣੇ ਲਿਆਓ ਔਰ ਉਹਦਾ ਸਿਲਸਿਲਾ ਅੱਗੇ ਖੁਦਾ ਨੇ ਵਾਅਦਾ ਕੀਤਾ ਹੈ ਕਿ ਜਿਹੜਾ ਮੇਰੀ ਤਰਫ ਹੋਵੇਗਾ ਮੈਂ ਉਹਦੀ ਮਦਦ ਕਰਾਂਗਾ ਔਰ ਉਹ बढ़ेगा, फैलेगा, फूलेगा। मैनू ओ बंदा दस दे ਪਹਿਲੇ ਤੇ ਉਹ ਵਿਖਾ ਦਿੰਨੇ ਆ। ਪਹਿਲੇ ਤੇ ਇਹ ਫੈਸਲਾ ਕਰੋ ਕਿ 30 ਸਾਲਾਂ ਦੇ ਵਿੱਚ ਬੰਦਾ ਮਰਨਾ ਚਾਹੀਦਾ, 30 ਸਾਲਾਂ ਦੇ ਵਿੱਚ, ਜਾਂ ਉਹਦਾ ਸਿਲਸਿਲਾ ਮਰਨਾ ਚਾਹੀਦਾ। ਪਹਿਲੇ ਤੇ ਇਹ ਫੈਸਲਾ ਕਰੋ। ਉਹਦਾ ਸਿਲਸਿਲਾ ਬੰਦਾ ਨਹੀਂ, ਬੰਦੇ ਨੂੰ ਆਪਣੇ ਮਾਰਤੇ ਕੀ ਕਰਨਾ। ਉਹ ਤਾਂ ਰੱਬ ਹੈ, ਉਹਨੂੰ ਕਿਹੜੀ ਜ਼ਰੂਰਤ ਹੈ ਕਿ ਉਹ ਲੋਕਾਂ ਨੂੰ ਇਸ ਤਰ੍ਹਾਂ ਮਾਰਦਾ ਫਿਰੇ। ਅਸਲ ਉਹਦਾ ਸਿਲਸਿਲਾ ਤੈਸ ਨੈਸ ਕਰ ਹੋ ਜਾਂਦਾ, ਸਭ ਕੁਝ ਦਾ ਤਬਾਹ ਬਰਬਾਦ ਹੋ ਜਾਂਦਾ। ਇਹ ਗੱਲ ਹੁੰਦੀ ਹੈ ਜੀ। ਠੀਕ। ਬਹਾਉਲਾ ਰਾਨੀ ਜਿਹੜਾ ਉਹਨੇ ਮਿਰਜ਼ਾ ਸਾਹਿਬ ਤੋਂ ਵੀ ਪਹਿਲੇ ਨਬੂਵਤ ਦਾ ਦਾਵਾ ਕੀਤਾ, ਉਹ ਹੱਲੇ ਵੀ ਉਹਦਾ ਸਿਲਸਿਲਾ ਫਿਰ ਰਿਹਾ। ਹੁਣ ਦੱਸੋ ਉਹਨੇ ਕੀ ਦਾਵਾ ਕੀਤਾ, ਉਹਦਾ ਦਾਵਾ ਦੱਸੋ ਜ਼ਰਾ। ਕੋ ਨਬੂਵਤ ਦਾ ਹੀ ਮਸੀਹ ਮਊਦ ਵਾਲਾ ਦਾਵਾ ਕੀਤਾ ਉਹਨੇ, ਮਿਰਜ਼ਾ ਸਾਹਿਬ ਵਾਲੇ। ਇਹ ਉਹਨੇ ਕਿਹਾ ਮੈਨੂੰ ਖੁਦਾ ਨੇ ਇਲਹਾਮ ਕੀਤਾ ਕਿ ਮੈਂ ਯਾਨੀ ਕਿ ਮਸੀਹ ਹਾਂ। ਡਾਇਰੈਕਟ ਵਹੀ ਉਹਦੇ ਇਲਹਾਮੀ ਕਿਤਾਬਾਂ ਵੀ ਇਹ ਉਹਦਾ ਫਿਰ ਸਿਲਸਿਲਾ ਚੱਲ ਗਿਆ, ਉਹ ਅੱਜ ਤੱਕ ਚੱਲ ਰਿਹਾ। ਤੁਹਾਡੇ ਤੋਂ ਪਹਿਲੇ ਦਾ ਸ਼ੁਰੂ। ਉਹ ਤਾਂ ਬਹਾਈ ਦਾ ਦਾਵਾ ਕਰਦੇ ਆ ਕਿ ਅਸੀਂ ਬਹਾਈਆਂ ਦਾ ਪਤਾ ਕੀ ਦਾਵਾ ਮਰਜ਼ਈਆਂ ਤੇ। ਉਹ ਕਹਿੰਦੇ ਆ ਕਿ ਸਾਡੇ ਸੱਚੇ ਹੋਣ ਦੀ ਇੱਕ ਇਹ ਦਲੀਲ ਆ ਕਿ ਅੱਜ ਤੱਕ ਕੋਈ ਵੀ ਭਾਈ ਮਰਜ਼ਈ ਨਹੀਂ ਹੋਇਆ ਤੇ ਕਈ ਮਰਜ਼ਈ ਭਾਈ ਹੋ ਗਏ। ਅੱਛਾ ਗੱਲ ਸੁਣ ਮੇਰੀ, ਇਹ ਤਾਂ ਤੁਹਾਡੀ ਜ਼ੁਬਾਨ ਦੀਆਂ ਗੱਲਾਂ ਤੇ ਉਹਨਾਂ ਦੀਆਂ ਗੱਲਾਂ ਨਾ ਜਮਾਤੇ ਅਹਿਮਦੀਆ ਦੁਨੀਆ ਦੇ ਕੋਨੇ ਦੇ ਵਿੱਚ ਅੱਲਾਹ ਦੇ ਫਜ਼ਲ ਨਾਲ ਫੈਲੀ ਹੋਈ ਹੈ। ਉਹਨਾਂ ਦਾ ਮੈਨੂੰ ਵਿਖਾਓ ਕਿ ਕਿੱਥੇ ਉਹ ਫੈਲੀ। ਅੱਛਾ ਆਸਟ੍ਰੇਲੀਆ ਦੀ ਵਿਖਾ ਦਿਓ, ਚਲੋ ਦੂਰ ਕਿਤੇ ਆਸਟ੍ਰੇਲੀਆ ਦੀ ਵਿਖਾ ਦਿਓ। ਨਜ਼ੀਰ ਸਾਹਿਬ ਤੁਹਾਡੇ ਨਾਲ ਬਹੁਤੇ ਹੈਗੇ, ਲੇਕਿਨ ਟਾਪਿਕ ਹੋਰ ਤੁਹਾਡੇ ਨਾਲ ਬਹੁਤੇ ਹੈਗੇ ਜੇ। ਉਹ ਤੇ ਮੈਨੂੰ ਵੀ ਵਿਖਾਓ ਨਾ। ਤੁਸੀਂ ਬਿਲਡਿੰਗਾਂ ਵੇਖ ਲੈਣਗੇ ਉਹ ਤੇ ਤੁਹਾਡੇ ਨਜ਼ੀਰ ਸਾਹਿਬ ਤੁਹਾਡੀਆਂ ਅੱਖਾਂ ਪੁੱਠੀਆਂ ਹੋ ਜਾਣਗੀਆਂ ਉਹਨਾਂ ਦੀ ਬਿਲਡਿੰਗਾਂ ਤੁਸੀਂ ਵੇਖ ਲਈਆਂ। ਮੈਨੂੰ ਮੌਕਾ ਗੱਲ ਹੋਰ ਪਾਸੇ ਟੁਰ ਗਈ। ਸੀਕਰ ਸਾਹਿਬ ਤੇ ਬਾਕੀ ਭਾਈ ਵੀ ਬੈਠੇ ਆ, ਉਹਨਾਂ ਨਾਲ ਗੱਲ ਜੀ ਮੈਨੂੰ ਜ਼ਰਾ ਮੌਕਾ ਦਿਓ। ਤੇ ਹਵਾਲਾ ਨੋਟ ਹੋ ਗਿਆ ਜੀ, ਮੈਂ ਤੁਹਾਨੂੰ ਭਿਜਵਾ ਦਾਂਗਾ WhatsApp ਤੇ। ਨਜ਼ੀਰ ਸਾਹਿਬ ਇਹ ਲੈ ਲਿਆ ਤੁਸੀਂ ਜਿਹੜਾ ਹਵਾਲਾ ਦਿੱਤਾ ਉਹਨਾਂ ਨੇ? ਮੈਂ WhatsApp ਤੇ ਭੇਜ ਦੇਣਾ ਸੀਕਰ ਸਾਹਿਬ ਨੂੰ। ਹਾਂ, ਮੈਂ ਤੁਹਾਨੂੰ ਹਵਾਲਾ ਵੀ ਇਹ ਭੇਜ ਦੇਣਾ। ਤੇ ਨਜ਼ੀਰ ਸਾਹਿਬ ਇਹ ਦੱਸੋ ਕਿ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਅਹਿਮਦ ਤੇ ਮੁਹੰਮਦ ਅਲੀ, ਇਹ ਕੁਰਾਨ ਮਜੀਦ 'ਚ ਅਹਿਮਦ ਦਾ ਜਿਹੜਾ ਨਾਂ ਆਇਆ ਹੈ, ਕੁਰਾਨ ਮਜੀਦ 'ਚ ਅੱਲਾਹ ਤਾਲਾ ਦੱਸ ਰਿਹਾ ਹੈ ਕਿ ਹਜ਼ਰਤ ਈਸਾ ਨੇ ਆਪਣੀ ਕੌਮ ਨੂੰ ਬਿਸ਼ਾਰਤ ਦਿੱਤੀ ਕਿ ਆਉਣ ਵਾਲੇ ਨਬੀ ਦਾ ਨਾਂ, ਇੱਕ ਨਬੀ ਆਏਗਾ ਜਿਹਦਾ ਨਾਂ ਅਹਿਮਦ ਹੋਏਗਾ।
ਉਹ ਕਿਹਦਾ ਨਾਂ ਹਾਂ, ਉਹ ਦੱਸਿਆ ਸੀ ਹਜ਼ਰਤ ਅਹਿਮਦ ਵਾਲਾ? ਉਹ ਹਜ਼ਰਤ ਮਸੀਹ ਅਲੈਹਿਸਲਾਮ ਦੇ ਮੁਤਲਕ ਅੱਲਾਹ ਤਾਲਾ ਨੇ ਦੱਸਿਆ ਹੈ। ਅੱਛਾ, ਕੁਰਾਨ ਦੇ ਵਿੱਚ ਅੱਲਾਹ ਤਾਲਾ ਨੇ ਤੁਹਾਡੇ ਮਸੀਹ ਮਊਦ ਦਾ ਨਾਂ ਲਿਖਿਆ ਹੈ। ਹਾਂਜੀ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਜਦੋਂ ਇਹ ਆਇਤ ਲੱਥੀ ਸੀ ਤੇ ਨਬੀ ਪਾਕ ਨੇ ਫਿਰ ਆਪਣੇ ਹਿਸਾਬ ਨੂੰ ਵੀ ਦੱਸਿਆ ਹੋਣਾ ਹੈ ਕਿ ਇਹ ਭਾਈ ਮਸੀਹ ਮਊਦ ਦਾ ਨਾਂ ਹੈ। آپ نے فرمایا کہ وہ دانا میرا ہی آنا ہے، یہ دسیا سی ਉਹ ਕੀ ਦਾਣਾ ਮੇਰਾ ਹੈ? ਉਹਨਾਂ ਦਾ ਆਣਾ ਮੇਰਾ ਹੀ ਆਣਾ ਹੈ, ਉਹਨਾਂ ਦਾ ਯਾਨੀ ਉਹ ਸਮਝੋ ਹਾਂ ਉਹ ਮੇਰਾ ਆਣਾ ਹੋਏਗਾ, ਯਾਨੀ ਕਿ ਉਹ ਬਿਲਕੁਲ ਮੇਰੇ ਨਕਸ਼ੇ ਕਦਮ ਤੇ ਹੋਣਗੇ, ਉਹ ਮੇਰੀ ਸ਼ਰੀਅਤ ਨੂੰ ਲੈ ਕੇ ਚੱਲਣਗੇ। ਉਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਮੈਂ ਆ ਗਿਆ। ਮੇਰੀ ਗੱਲ ਸੁਣੋ ਔਰ ਕਰੋ ਇਸ ਗੱਲ ਤੇ। ਜਦੋਂ ਸੂਰਹ ਸਫ ਜਿਹੜੀ ਆਇਤ ਆਈ ਸੀ ਇਸਮੇ ਹੁਆ ਅਹਿਮਦ ਅਲੀ, ਜਦੋਂ ਇਹ ਲੱਥੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਨਜ਼ੂਲ ਹੋਇਆ ਤੇ ਉਹਨਾਂ ਨੇ ਆਪਣੇ ਅਸਹਾਬ ਨੂੰ ਕੀ ਦੱਸਿਆ ਕਿ ਇਹ ਜਿਹੜੀ ਆਇਤ ਚ ਨਾ ਆਇਆ ਹੈ ਅਹਿਮਦ, ਇਹ ਮਸੀਹ ਮਊਦ ਦਾ ਨਾਂ ਹੈ ਕਿ ਮੇਰਾ ਨਾਂ ਹੈ? ਨਹੀਂ ਇਵੇਂ ਤਾਂ ਕੁਛ ਨਹੀਂ, ਮੈਂ ਤੁਹਾਨੂੰ ਕੋਈ ਨਹੀਂ ਕਿ ਮੈਂ ਤਾਂ ਤੁਹਾਨੂੰ ਸਾਫ਼ ਜੀ ਗੱਲ ਦੱਸੀ ਸੀ ਕਿ ਮੈਂ ਸਿੰਪਲ ਜਿਹਾ ਮੁਸਲਮਾਨ ਹਾਂ। ਨਹੀਂ ਉਹ ਮੈਂ ਤੁਹਾਨੂੰ ਨਹੀਂ ਬਿਲਕੁਲ ਤੰਗ ਕਰ ਰਿਹਾ, ਲੇਕਿਨ ਵੈਸੇ ਇੱਕ ਗੱਲ ਪੁੱਛ ਰਿਹਾ ਕਿ ਤੁਸੀਂ ਦੇਖੋ ਮੈਂ ਸਵਾਲ ਪੁੱਛਿਆ ਹਾਂ ਔਰ ਸਿੰਪਲ ਜਿਹਾ ਮੈਂ ਉਹ ਸਾਰਾ ਉਹਨੂੰ ਤੁਹਾਡੇ ਸਿਗਨਲ ਵੀਕ ਨੇ ਜੀ। ਇਹ ਮੋਟੀਆਂ ਗੱਲਾਂ ਮੈਂ ਹਾਫਜ਼ੇ ਕੁਰਾਨ ਕੋ ਨਹੀਂ ਰਹਾ, ਮੈਂ ਕੋਈ ਡਾ ਇੰਨਾ ਮੇਰਾ ਮੈਂ ਤਾਂ ਉੱਤੋਂ ਵੇਖ ਕੇ ਤਰਜਮਾ ਵੇਖ ਕੇ ਮੇਰਾ ਵੀ ਤੇ ਮੈਂ ਦੱਸ ਸਕਦਾ। ਬਾਕੀ ਜਿਹੜਾ ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ। ਹੁਣ ਬੋਲੋ। ਹਾਂਜੀ ਆਵਾਜ਼ ਆ ਰਹੀ ਹੈ ਮੇਰੀ? ਹੈਲੋ ਆਵਾਜ਼ ਆ ਰਹੀ ਨਜ਼ੀਰ ਸਾਹਿਬ? ਆਵਾਜ਼ ਆ ਰਹੀ ਹੈ? ਮੈਨੂੰ ਆ ਰਹੀ ਹੈ, ਤੁਹਾਨੂੰ ਮੇਰੀ ਆ ਰਹੀ? ਆਵਾਜ਼ ਆ ਰਹੀ ਹੈ ਨਜ਼ੀਰ ਸਾਹਿਬ ਮੈਨੂੰ ਆ ਰਹੀ ਹੈ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? अस्सलाम जी नज़ीर साहब मेरी आवाज़ आ रही है? उनको लगता है सिग्नल वीक है। सिग्नल थोड़े वीक ने ते नज़ीर साहब आवाज़ नहीं आ रही मेरी। हेलो आयो रब्बा, आवाज नहीं आ रही मेरी? हाँ जी आ रही है, ਤੁਹਾਨੂੰ ਮੇਰੀ ਆ ਰਹੀ ਹੈ? ਨਜ਼ੀਰ ਸਾਹਿਬ ਮੈਨੂੰ ਸੁਣ ਸਕਦੇ ਹੋ? हेलो ਨਜ਼ੀਰ ਸਾਹਿਬ यार सिग्नल ही वीक हो गया। नजीर साहब आपको मेरी आवाज आ रही है? चलें, ये जो बाकी ऑडियंस बैठे हुए हैं उनको बता दें कि ये जो तस्वीर दिखा रहे हैं ना, कोरिया में जो ये कहते हैं जीसस की सेकंड कमिंग जो है वो एक बंदे ने दावा किया है, तो ये सारे उसके मानने वाले हैं, ठीक है, उस कोरिया के बंदे के, ठीक है। और दुनिया भर में ये लोग भी फैले हुए हैं, तो इनको भी मानना चाहिए। जी बिल्कुल सही बात है। नीचे मिस्टर बोम्बास्टिक आ गए हैं तो मिस्टर बोम्बास्टिक आज यार थोड़ी सी ना एनर्जी डाउन है, अभी देखे वो नज़ीर साहब जो है आ जाते हैं, बाकी शुगर करना होगा तो कर लेंगे, लेकिन ये कि बड़ी आज अच्छी इल्मी गुफ्तगू हो रही है। चलो नज़ीर साहब में हमें अभी आ जाते हैं दोबारा। नहीं यार आई डोंट वांट बोम्बास्टिक टुडे, मतलब कल हो गई है, बड़ी हो गई है, दिल नहीं। चलो यार बोम्बास्टिक आ ही जाओ, बल्कि यार आ जाओ तो, लेकिन अच्छी यार आज ना थोड़ा सा तरीके से बात भाईजान करनी, तो इस तरीके से नहीं। हाँ ये बताओ ज़िया रसूल साहब, सलाम दुआ तो कि- यार कोई सलाम, हाय गुड मॉर्निंग, गुड इवनिंग, हाय हाउ आर यू? गुड फाइन यू। ओके ग्रेट, यस। ज़िया रसूल साहब ये बताएं कि आपने कहा कि अहमद जो है नबी अकरम का नाम उनके वालिदैन ने रखा था, दोनों ही नाम अहमद और मोहम्मद, इसका रेफरेंस तो देखे अहमद भी रखा था। जी जी रेफरेंस भी दे देंगे। करना क्या है आपने इसको? करेंगे क्या रेफरेंस के बाद? क्योंकि आप झूठ बोल रहे हैं ना, अहमद जो है रसूलुल्लाह का सफाती नाम है, वालिदैन का नाम नहीं किसने है। रखा? किसने सिफाती नाम रखा था? खुदा ताला ने, जैसे कहाँ उनके माही भी नाम है, अहमद भी है,
نہیں اور خدا تعالیٰ نے کہاں پہ نام رکھا ہے ان کا صفات صفات؟ کا لفظ پوچھ لیں جی، صفات کا لفظ کا لکھا ہے؟ اچھا آپ پہلے اپنا بتائیں نا، میرے بال کارٹ میں نہ ڈالیں، پہلے یہ تو بتاؤ کدھر لکھا ہوا ہے اس کا کہ جی آپ مجھے احمد کے بتا دیں نام کہ سے؟ یہ نام تو نہیں نہیں نام نہیں، ہی ہوتا ہے، ٹھہرو انسان کا ذاتی ہی ٹھہرو ہوتا نا ہے. لالا جی، آپ صفاتی آپ کہہ رہے ہیں کہ خدا نے صفاتی بات نام سنیں، رکھا، کہاں پہ لکھا ہوا؟ بات سنیں کہ نبوت کے دعویٰ سے پہلے کہ کسی نے نبی اکرم صلی اللہ علیہ وسلم کو احمد کے نام سے بلایا، یہ ثبوت مجھے دے دو. بھئی اس اگر نام آئے تک پہنچا ہو تو اس کا کیا مطلب ہے؟ ریفرنس دے دیں کہ کسی نے رسول اللہ کو دعوی نبوت سے پہلے احمد کے نام سے پکارا ہو. ریفرنس دے آپ مجھے ریفرنس دے سکتے ہیں کہ مرزا صاحب کو کسی نے دعوے سے پہلے عیسیٰ ابن چھوڑو، مریم ابھی پکارا؟ بھاگو نہیں ادھر ادھر، ٹھیک ہے میں نا؟ تو نہیں بھاگ رہا، یہ کیونکہ بات آپ کرنے مجھ کا سے طریقہ ایویڈنس نہیں مانگ رہے ہیں کہ کسی نے ہوتا. پکارا ہو. بھائی کسی کا پکارا ہوا کسی نے ہمیں نہ بتایا ہو تو ہم کیا کریں؟ یہ بات کرنے کا طریقہ نہیں ایک ہے. ایک ایک کر کے بات ہوتی ہے. ٹھیک ہے دیکھیں نا؟ میں جی مجھے ماڈریٹ کرنے دیں ذرا. دیکھیں ضیاء رسول صاحب آپ کو بالکل ریفرنس دیں گے. آپ نے کہا کہ ضیاء رسول نے یہ جھوٹ بولا، یہی کہا آپ نے؟ 100% جھوٹ بولا. ٹھیک ہے. اور اگر یہ نکل آئے ریفرنس تو اس کا مطلب ہے پھر مرزا صاحب نے جھوٹ بولا. اللہ تعالیٰ کے کئی صفاتی نام ہیں، محمد رسول اللہ کے بھی آپ کو بہت زیادہ کس نے صفاتی آپ نام. نے کہاں سے پہلی بار پڑھا کہ یہ احمد صفاتی نام تھا قرآن کی سورہ صف؟ مطلب صفت، صفات ایک منٹ ایک سیکنڈ سمجھ تو جائیں. یہ اسمہ احمد میں اسمہ احمد میں اسمہ کیا ہے؟ اسم کا کیا مطلب ہوتا نام. ہے؟ آپ کا اسم کیا ہے؟ جمیل. اسم جمیل ہے تو آپ نے مسٹر بمباسٹک کیوں نہیں کہا؟ مسٹر بومباسٹک کیونکہ وہ تو میرا ویسے آئیکن ہے یا ایواتار ہے. صفات ہے نا آپ کی. نہیں. آپ نے تخلص رکھا ہوا ہے نا. نو. آپ کو جب پوچھتا آپ کا اسم شریف کیا تو آپ کیا بتاتے ہیں؟ جو میرا ایکچوئل نام ہے. آپ کو گھر والے یہ بھی کہتے ہیں کہ تو میرا سونا، تم میرا میٹھا. آپ یہ صفات ہے نا آپ کی، سونا میٹھا. کبھی آپ نے کہا سونا میٹھا؟ وہ سونا میٹھا نام صرف جو مجھے کال کرتے ہیں لوکلی صرف ان کے نزدیک ہی ہے. ہو سکتا ہے اب دوسرے کے نزدیک میں کوڑا تے کو جاؤں. بالکل ہوگا. جو لیکن خدا کے قرآن رسول میں کی صفات ہے قرآن وہ میں یونیورسل ہے. حضرت عیسیٰ نے حضرت عیسیٰ نے اپنی قوم کو کیا بتایا؟ صفت احمد یا اسمہ احمد؟ کیا مطلب ہے؟ حضرت عیسیٰ نے کس کے متعلق کیا بتایا تھا؟ اپنی قوم کو کیا خوشخبری دی تھی؟ آنے والے کا نام احمد ہوگا یا صفت احمد ہوگی؟ بالکل احمد کا نام نہیں ہے اس میں. دکھا دیں مجھے اسمہ بائبل احمد کا میں. کیا مطلب ہے؟ نو اسمہ مجھے کا کیا بائبل میں دکھا دینا. یہ تو آپ قرآن کی آیت کا ریفرنس دے رہے ہیں کہ حضرت ایک عیسیٰ نے کہا تھا. تو قرآن نے بتائیں. مطلب صحیح نہیں لکھا، نعوذ باللہ. نہیں نہیں نہیں، آپ اولڈ ٹیسٹامنٹ سے دکھائیں نا کہ حضرت عیسیٰ نے لکھا ہے. اور وہ یہودی اس ٹھیک پہ ہے، یقین کرتے ہیں. وہ ہم کر لیں گے، لیکن نہیں بات ہے نہیں، کہ کر قرآن لینا مجید لیں میں گے. ایسے نہ چھوڑتے دیکھیں جائیں کہ رحمت ابھی بابا بات کو ادھر سے. سمجھیں. میں اسم بات کا کو کیا مطلب ہے؟ بتا دیا بھائی، آپ ریپیٹ کرنے کی ضرورت نہیں ہے کہ نام ہے اس اسم اور کو. صفت میں کیا فرق ہے؟ اسم جو ہے جو آپ کا ایکچوئل نام ہے. ہاں. صفت وہ ہوتی ہے کہ وہ جو آپ کا نام نہ ہو لیکن آپ کے اندر وہ اسمہ کا کیا مطلب ہے؟ عربی میں جو اسمہ احمد لکھا ہے وہ صفت ہے کیا ایکچوئل نام ہوا؟ پھر اس کا نام ہوگا، ایکچوئل نام ہوگا. تو ایکچوئل نام کیا تھا کس کا؟ نبی پاک صلی اللہ علیہ وسلم کا قرآن میں جو رپورٹ ہوا ہے؟ محمد. نہیں، محمد اسمہ احمد میں اسمہ متعلق نہیں، وہ تو آ چکا. یہ تو اگلی قرآن نے کیا نام بتایا کہ اس کا احمد ہوگا نا نام؟ قرآن اصل کریم جو خوشخبری دے رہا ہے وہ تو فیوچر کی دے رہا ہے، کوئی پریزنٹ کی تو نہیں دے رہا. کہ ایک منٹ محمد تو سامنے ہی تھے. یہ محمد قرآن مجید میں اللہ دے رہا ہے یہ پریزنٹ کی خوشخبری یا حضرت عیسیٰ دے رہے ہیں؟ اس کی رپورٹ کر رہا اللہ. لیکن بتا تو خدا ہی رہنا. رسول اللہ تو اس وقت کس کا موجود بتا بھی رہا نہ ہے تھے. خدا؟ کس کا خدا بتا رہا ہے؟ بات تو سنیں نا، کس کا خدا بتا رہا ہے؟ جو اللہ یونیورس کس کا کے خدا بارے ہے. میں بتا رہا ہے کہ کس نے خوشخبری دی؟ حضرت عیسیٰ نے. پرانی بات بتا رہے ہیں نا. ہاں، کس کی دی خوشخبری؟ کہ آنے والے موعود کی.
माउद कहाँ लिखा है? ओए होए माउद कहाँ लिखा है? उसमें रसूल नहीं लिखा। सीकर भाई ये आ गए नज़ीर साहब, मेरे ख्याल है बात को थोड़ा सा नज़ीर साहब से कंटिन्यू दो मिनट मुझे दे दें, 2 मिनट मुझे आज सारे भाई 2 मिनट दे दें जी। किसके बारे में बिशारत थी, रसूल के बारे में या माउद के बारे में? तो माउद का मतलब क्या होता है? रसूल का मतलब क्या होता है? नहीं, माउद का मतलब क्या होता है? रसूल का मतलब क्या होता है? नहीं, माउद का मतलब क्या? कुरान की आयत में क्या लिखा है? नहीं, मुझे ये बताओ माउद का मतलब क्या? कुरान की आयत में क्या लिखा है? मैं पूछ रहा हूँ आपसे, माउद का मतलब क्या वहां पे गुलाम रसूल राजी की आपने रसूल से समझ लेते हैं? रसूल रसूल होता है ना, बताएं मुझे रसूल का मतलब। कुरान की आयत में क्या लिखा है? छोड़े, कुरान की आयत में क्या लिखा है? कुरान ने हर जगह पे तो मोहम्मद बोला है, अहमद इधर क्यों मैंने कहा है नहीं, ये बताओ आप अहमद पे बड़ा चार्ज होके आए हैं। अल्लाह को कलमे भी में मोहम्मद रसूल अल्लाह हाँ ठीक है बिल्कुल यहाँ पे अहमद का नाम मेंशन बिल्कुल ठीक है। अगर यार कोई सूरह सफ की अरबी लगा दे सामने, बेशक आप तर्जमे को छोड़ दें। अगर स्पीकर साहब देखें, अगर नाम इस्मु अहमद वाली आयत कुरान पाक में ना होती जी तो इन्होंने कहना था देखें कुरान में मोहम्मद तो नाम आया है, अहमद क्यों नहीं आया? अहमद क्यों नहीं आया? क्यों ना होती? ये छोड़ दो ना। ठहर जो इधर उधर लेफ्ट राइट नहीं जाना, लेफ्ट ही जाना। तुम्हारे पास में हो तो ये भी कर जाओ। थोड़ा सब्र भी करना सीखो ना। कोई लगा दे जी, मेहरबानी। अच्छा बताएं जी, क्या था वो अहमद? नाम था कि सिर्फ थी? नाम था, इसम था ना? और यार बता तो दिए, व्हाई यू कीप ऑन रिपीटिंग द थिंग्स। हाँ तो फिर अभी हदीस तो मांगना भी नहीं बनता आपका, जब कुरान ने कह दिया कि इसम अहमद है। सबर, मैं ये पूछ रहा हूँ कि कुरान, बात तो सुन ले भैया, बात तो सुन ले भैया। कुरान ने जब कह दिया कि उसका इसम अहमद है, तो आपने सिफात का लफ्ज दिखा दे मुझे कि आप कह रहे सिफाती नाम था। जी मिस्टर बोम्बास्टिक। अच्छा, माही जो है वो सिफाती नाम है कि नाम है? बाबा जब माही आएगा कुरान में दिखाएं, कहां लिखा है माही आएगा दे फुलावर। अच्छा डी यार, दिखाएं कुरान में कहां लिखा है माही? में टक्कर मारने वाली बात है। आप लोगों से बात टक्कर आप मारने आए थे, लगी नहीं, टक्कर पुट्ठी होगी, रिवर्स हो गई। चल चंगी गल है, चल फिर। कौन सी पट्टियां तो क्या कर और गालियां दे, हो गया? पागलों वाली बातें करने से कोई पट्टियां लग जाती हैं। चल नीचे लो जी, तुसी करो इल्मी गुफ्तगू। ये मेरे दादा जे, ये जड़ा ना, ये मेरे दादा जे, ये जदों भी आए तो मैनू बुला लिया करो। एदा मैं देखो कैसे इसम ठीक करना है एदा। जी करें जी, कंटिन्यू। अस्सलाम वालेकुम। नहीं पढ़ी है एंड ते मेरे नाल ही हो रही सी। अच्छा मेरा वीर, मैंने ये चीज दसो कि नबी करीम सल्लल्लाहु अलैहि वसल्लम ने फरमाया कि मुसलमान एक इस तरह ने कि जिस तरह एक वजूद है या उन्हें पैंच कंडा जो पूरा जिस्म ਨੂੰ फील करदा है, ये है हदीस के नहीं? यार लबड़ी पैगी मेरे ज़हन च नहीं। अच्छा चलो मैं तुम भेज देंगा। अच्छा उन्हें दसो कि इस वक्त जेडे मुसलमान जिन्ने भी है फिरके, क्या एक वजूद की मानन, एक दूजे बंब फाड़ रहे ने मस्जिदां च, एक वजूद की मानता नहीं ना? एदा की ताल्लुक सी इस्म अहमद नाल? दसो, तुहाडी मेरी गल हो रही सी अहमद लफ्ज ते, ठीक है, एदा की ताल्लुक है बंबा नाल? जेड़ा मसीह आमन वाला है, वो पहले बम्बास्टिक आया, वो आप फट के निकल गया, ठीक है, वो आप ओदा छेद हो गया। एक गल है वे, बस हटा दें, बेशक अब हटा दे, वो चला गया, अब कोई नहीं, उसका इतना ही काम। तो नज़ीर साहब वही तुसी क्या कि वो जेड़ा ना इस्माउ अहमद जदों आयत नाजिल हुई ते ओदे विच तुसी क्या कि मसीह मऊद दा नाम सी अहमद, ते मिर्जा साहब दा नाम तो गुलामे अहमद नहीं सी, वो किदे गुलाम सन? मैं तो नबी करीम सल्लल्लाहु अलैहि वसल्लम दे। ते अहमद कौन सी, किदे को लिखिया ना गुलामे अहमद, अहमद दे गुलाम सन ना?
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਸਫਾਤੀ ਨਾਮ ਹੈ ਉਹਨਾਂ ਦੇ, ਯਾਨੀ ਕਿ ਉਹ ਗੁਲਾਮ ਨੇ। ਚਲੋ ਬੇਸ਼ੱਕ, ਚਲੋ ਤੁਹਾਡੇ ਕਹਿਣ ਤੇ ਮੈਂ ਕਹਿ ਲੈਣਾ, ਚਲੋ ਠੀਕ ਹੈ, ਜੋ ਵੀ ਸਫਾਤੀ ਕੇ ਅਸਲ ਹੈ, ਲੇਕਿਨ ਅਹਿਮਦ ਦੇ ਗੁਲਾਮ ਸਨ ਨਾ। ਜੀ ਜੀ ਉਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਅਹਿਮਦ ਦਾ ਨਾਂ ਫਿਰ ਮੌਜੂਦ ਸੀ ਨਾ। ਜੀ ਜੀ। ਕਿੱਥੋਂ ਲੱਭਿਆ ਸੀ ਇਹ ਨਾਂ ਪਹਿਲੀ ਵਾਰੀ? ਇਹ ਮੈਂ ਤਾਂ ਤੁਹਾਨੂੰ ਨਾ ਸ਼ਾਇਦ ਮੇਰੀ ਗੱਲ ਦੀ ਸਮਝ ਨਹੀਂ, ਮੈਂ ਦੇਸੀ ਜਿਹਾ ਬੰਦਾ, ਮੈਂ ਤੁਹਾਨੂੰ ਇਹ ਕਿਹਾ ਕਿ ਆਪ ਨੇ ਫਰਮਾਇਆ ਉਹਦਾ ਆਣਾ, ਯਾਨੀ ਕਿ ਉਹ ਆਪ ਨੇ ਫਰਮਾਇਆ ਉਹ ਮੇਰਾ ਹੀ ਇੱਕ ਮੈਂ ਸਮਝ ਗਿਆ, ਗੱਲ ਸੁਣੋ ਮੇਰੀ, ਗੌਰ ਕਰੋ। ਜੀ ਜੀ। ਜਦੋਂ ਤੁਹਾਡੇ ਮਸੀਹ ਮਊਦ ਪੈਦਾ ਹੋਏ ਉਸ ਤੋਂ ਪਹਿਲਾਂ ਉਹਨਾਂ ਅਹਿਮਦ ਨਾਂ ਮੌਜੂਦ ਸੀ ਨਾ ਦੁਨੀਆ 'ਚ, ਇਸ ਲਈ ਗੁਲਾਮੇ ਅਹਿਮਦ ਰੱਖਿਆ ਗਿਆ। ਜੀ ਜੀ, ਬਿਲਕੁਲ ਬਿਲਕੁਲ। ਕਿਹਦਾ ਨਾਂ ਸੀ ਅਹਿਮਦ ਉਹਨਾਂ ਦੇ ਜਬ ਪੈਦਾ ਹੋਣ ਤੋਂ ਪਹਿਲੇ? ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ। ਠੀਕ ਹੈ, ਕਿੱਥੋਂ ਆਇਆ ਸੀ ਇਹ ਪਹਿਲੀ ਵਾਰੀ, ਕਿੱਥੇ ਲੋਕਾਂ ਨੂੰ ਨਜ਼ਰ ਆਇਆ ਨਾ? ਅੰਜੀਲ ਦੇ ਵਿੱਚ, ਯਾਨੀ ਕਿ ਲੋਕਾਂ ਨੇ ਪੜਿਆ, ਕੁਰਾਨ ਦੇ ਵਿੱਚ। ਠੀਕ ਹੈ, ਤੇ ਕੁਰਾਨ ਨੇ ਰਿਪੋਰਟ ਕੀਤਾ, ਕੁਰਾਨ ਦੇ ਵਿੱਚ ਆਇਆ। ਜੀ ਜੀ। ਇਸਮਾਊਲ ਰਿਪੋਰਟ ਕੀਤਾ, ਉਹਦਾ ਮਤਲਬ ਇਹ ਹੈ ਕਿ ਜਿਹੜਾ ਅੱਗੇ ਆਉਣ ਵਾਲਾ ਹੈ ਨਾ, ਅੱਛਾ ਹੈ ਨਾ, ਇਹ ਉਹ ਸਫਾਤੀ ਨਾਂ ਉਹਨੂੰ ਦਿੱਤਾ ਕਿ ਉਹ ਇਸ ਯਾਨੀ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਨਾ ਉਹ ਇੱਕ ਅਕਸ ਹੋਏਗਾ, ਯਾਨੀ ਕਿ ਇਹਨਾਂ ਨਹੀਂ, ਅੱਗੇ ਨਾ ਜਾਓ, ਹਲੇ ਠਹਿਰ ਜਾਓ, ਗੱਲ ਸੁਣੋ ਮੇਰੀ, ਗੌਰ ਕਰੋ। ਕੁਰਾਨ ਨੇ ਜਦੋਂ ਰਿਪੋਰਟ ਕੀਤਾ ਕਿ ਜਨਾਬ ਇਹ ਨਾਂ ਹੈ ਉਹਦਾ ਅਹਿਮਦ, ਤੇ ਉਹ ਕਿਹਦਾ ਨਾਂ ਸੀ ਅਹਿਮਦ? ਨਬੀ ਪਾਕ ਦਾ ਸੀ ਨਾ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਕਿ ਮੈਂ ਨਾ ਇੱਕ ਝਟਕਾ ਜਾਂ ਹੈਗਾ, ਮੈਂ ਨਾ ਝਟਕਾ ਜਿਹਾ, ਯਕੀਨ ਕਰੋ, ਮੈਂ ਵੀ ਕੋਈ ਏਡਾ ਨਹੀਂ, ਮਤਲਬ ਆਲਮ ਫਾਜ਼ਲ ਤੇ ਕੋਈ ਨਹੀਂ ਝਟਕਾ ਜਿਹਾ, ਮੈਂ ਵੀ ਸਿੱਧਾ ਸਾਦਾ ਬੰਦਾ ਵਾ, ਮੈਨੂੰ ਨਹੀਂ ਏਡਾ ਨੌਲੇਜ। ਅੱਛਾ ਅੱਛਾ। ਇਹ ਭਾਈ ਮੈਨੂੰ ਜਗ੍ਹਾ ਦੇ ਦਿੰਦੇ ਨੇ ਆਪਣੀ ਬਰੋਡ ਤੇ, ਇਹਨਾਂ ਦੀ ਬੜੀ ਮਿਹਰਬਾਨੀ ਹੈ, ਮੈਂ ਤਾਂ ਕਦੀ ਮੈਂ ਸਵਾਰੀ ਉਤਾਰ ਕੇ ਨਾ ਤੇ ਤੁਹਾਨੂੰ ਦੁਬਾਰਾ ਫਿਰ ਮੈਂ ਕਾਊਂਟ ਕਰਨਾ, ਕਿਉਂਕਿ ਉਹਨਾਂ ਖਤਮ ਹੋ ਹਾਲ ਹੈ ਤੇ ਇਹਨਾਂ ਮੇਰੇ ਨਾਲ ਗੱਲ ਕਰਨੀ, ਤੇ ਮੈਂ ਉਤਾਰ ਕੇ ਨਾ ਫਿਰ ਤੁਹਾਨੂੰ ਮੈਂ ਦੁਬਾਰਾ ਆਣਾ। ਆ ਜਾਓ, ਵੇਟ ਕਰ, ਕੋਈ ਬਸ ਜੀ, ਬਾਕੀ ਭਾਈ ਕਰੇਗਾ। ਯਾਰ ਕੋਈ ਭਾਈ ਇਹ ਵੀ ਦੱਸੇਗਾ ਕਿ ਇੱਟਾਂ ਨੂੰ ਕੀ ਹੋ ਰਿਹਾ ਜਦੋਂ ਕੋਈ ਅਹਿਮਦੀ ਕਾਦੀਆਨੀ ਆਂਦਾ ਹੈ, ਤੁਸੀਂ ਖੁਦਾ ਦਾ ਨਾਂ ਹੈ ਉਹਨੂੰ ਇਹ ਇੱਟਾਂ ਦਾ ਵੀ ਪੁੱਛ ਲਿਆ ਕਰੋ। ਤੇ ਇਹ ਜਿਹੜਾ ਵੇ ਇਹ ਦੇਖੋ आसिफ भाई, आप थोड़ी सी रहनुमाई करेंगे इस टॉपिक पे? हाँ जी बिल्कुल बात सिर्फ इतनी सी है कि जमात अहमदिया में छोटे काफ़ी शिरक चल रहे हैं, ठीक है, जो उनको बेचारों को समझ नहीं आते। और उनमें से एक शिरक जो अभी वाज़े तौर पे नज़र आ रहा है वो तो ये है कि ईंटों को जो है वो ब्लेस किया जा रहा है, मिर्ज़ा साहब की अंगूठी से मुख्तलिफ़ चीज़ें ब्लेस हो रही हैं। तो ये बिल्कुल हैरत की बात है। जब बात की जाती है जैसे इस्लाम में जो मिलती हैं बातें, हज़रत उमर रज़ी अल्लाह तआला अन्हु ने जब हजर अस्वद को बोसा दिया तो ये सिर्फ़ ये कहा कि मैं तुझे सिर्फ़ इसलिए बोसा देता हूँ कि हज़रत सल्लल्लाहु ने हाथ लगाया था, ठीक है, अदरवाइज़ जो है ना उसकी कोई हैसियत नहीं है। तो ये जो यहाँ पर हो रहा है ये किस लिए कि ईंट को कहा जा रहा है कि ईंट जो है ये तुझे मिर्ज़ा साहब की अंगूठी लगाई जाएगी तो तूने जो है फलना फूलना है, या क्या चक्कर क्या है? ये तो बेजान चीज़ है। बेजान चीज़ से बेजान चीज़ को किस किस्म की बरकतें ट्रांसफ़र हो रही हैं? तो ये तो सरासर शिरक वाली बात है। और ये पहले कभी भी अहमदियत में नहीं होता था। ये इस जो मौजूदा खिलाफत है ना, इसके अंदर ये इस तरह की शिरक की बातें ज़्यादा स्टार्ट हो गई हैं। क्योंकि मेरी बात हुई है पहले और लोगों से, तो ये कहते हैं कि नहीं, मिर्ज़ा ताहिर के दौर में तो इस तरह की कोई चीज़ उन्होंने नहीं देखी। तो ये इसलिए सिर्फ स्टार्ट हुआ है क्योंकि ये जो मिर्ज़ा मसरूर हैं इनके पास किसी किस्म की काबिलियत नहीं है, ना कोई दीन की काबिलियत है, ना किसी और किस्म की काबिलियत है। सिर्फ़ और सिर्फ इस बात पे कि ये ख़लीफ़ा बना दिया गया है इनको, तो ये अब कोई ना कोई इस तरह की हरकतें कर रहे हैं। तो शिरक वाली बात है। और बाकी जो तस्वीरें वगैरह लगाना है अपने घरों में, ये भी देखा जाए तो बिल्कुल शिरक है, क्योंकि मिर्ज़ा साहब ने अपनी किताब में लिखा हुआ है कि ये हिंदुआना तरीक़ा है और हिंदुआना तरीक़ा है और ये शिरक की तरफ जाता है और ये बिद्दत है। ये मोहम्मद भाई कोई आए हैं आप, अस्सलाम वालेकुम, आपका ताल्लुक जमात अहमदिया से है? हाँ जी, इस्लाम की जमात से ही ताल्लुक है जी मेरा, जमात। आप क्या कहना चाहेंगे भाई? आप अपना मौक़िफ़ खुल के आगे रख सकते हैं जी। अच्छा जी, ये तो खैर अपने अपने देखने का नज़रिया है, इससे तो इंसान क्या बहस करे कि ये शिरक हो रहा है
یا ایک برکات کے لیے یا ایک اس میں برکت کے لیے کوئی قدم اٹھایا جا رہا ہے، یہ تو خیر ایک الگ بحث ہے. لیکن میں ایک جو پچھلی گفتگو میں سن رہا تھا اس میں ایک بات پہ ذرا توجہ دلانا چاہ رہا تھا کہ ایک ضیاء صاحب نے ایک جو ہے میرے حساب سے یا میری کم عقل کے حساب سے ایک گستاخی کے حوالے سے بات کی ہے نبی پاک صلی اللہ علیہ وسلم کے حوالے سے، کہ جن کو اللہ تعالیٰ نے صادق اور امین قرار دیا ہے قرآن میں، ان کے خلاف انہوں نے ایک جھوٹ کا احتمال رکھ دیا کہ نعوذ باللہ ان کی نبوت کے خلاف اللہ نے یہ بات کی. مطلب انسان ایسے سوچ بھی کیسے سکتا ہے کہ نبی پاک کی طرف کوئی جھوٹ، مطلب ذرا وہ ذرا تحمل کے ساتھ کھل کے بات بتائیں، کیا بات ہوئی تھی، کھل کے بتائیں. مطلب جو ضیاء صاحب نے عرض کیا تھا کہ جی وہ جو ایک آیت ہے کہ اگر کوئی اللہ کی طرف جھوٹی بات منسوخ کرے گا تو اللہ تعالیٰ اس کی دائنی شرک، یا وہ جو نذیر صاحب نے بالکل بات بیان کی کہ جی اس کے سلسلے کو اللہ میاں الحاقہ کی آیت ہے، آپ بات اس کے سلسلے کو اللہ میاں نیست و نابود کر دے گا، یا اس کو پلے پلنے کا موقع نہیں ملے گا. اچھا، تو ضیاء صاحب نے کہا کہ یہ بات صرف جو ہے وہ اللہ تعالیٰ نے حضور صلی اللہ علیہ وسلم کی طرف منسوب کی ہے، اس سے عام آدمی کا کوئی لینا دینا نہیں. تو میں بہرحال یہ ذرا سوچ میں پڑ گیا کہ جن کے لیے کل کائنات وجود میں آئی ہے، جو رحمت للعالمین ہے، ان کے بارے میں کوئی جھوٹ کا احتمال سوچ بھی کیسے سکتا ہے؟ مطلب یہ تو نبی پاک صلی اللہ علیہ وسلم پہ جھوٹ کیسے باندھ دیا گیا؟ یہ ایک جھوٹ کا احتمال ہی مجھے لگا ہے نا کہ جی حضور صلی اللہ علیہ وسلم خدا میرے منہ میں خاک، یا مجھے صبح دیکھنی نصیب نہ ہو کہ جی وہ ایسا سوچ بھی کیسے سکتا ہے کہ وہ جی خدا تعالیٰ کی طرف کوئی جھوٹ یا کوئی ایسی بات، جھوٹی بات بھی دنیا کے سامنے یا خدا تعالیٰ کی طرف منسوخ کریں گے کہ اللہ میاں کو اتنا بڑا قانون جو ہے وہ آیت اتارنی پڑی نبی پاک صلی اللہ علیہ وسلم کے لیے کہ جی اگر یہ آیت پوری پڑھے اور سوچ سمجھ کے بہت حوصلے کے ساتھ بات کرے، یہ بڑی سینسٹیو بات ہے، آیت پوری پڑھے. میں اسی لیے جی یہ عرض کر رہا تھا کہ اگر یہ بات کوئی جماعت احمدیہ کا کوئی بندہ کر دیتا تو باقاعدہ اس کے اوپر کتنا واویلا ہو جانا تھا. نہیں، انہوں نے لیکن ظاہر جماعت احمدیہ کے بندے نے بات کی تھی، لیکن آپ غلط، انہوں نے جنرلائز بات کی تھی کہ خدا تعالیٰ نے ایک میں آپ کو قرآن میں قانون. سہیل صاحب، آپ جو غلط سمجھے، میں آپ کو پھر سے کہوں گا سوچ سمجھ کے تحمل سے بات کریں، کیونکہ آپ جس پہ الزام لگا رہے ہیں نا وہ بہت بڑا عشق رسول ہے. تو وہ ابھی خود نہیں بول رہا کیونکہ وہ چاہ رہا آپ بات کر لیں پہلے. تو آپ نہیں، یہ تو دعوے ہی ہے نا سارے جی عاشق رسول ہے. میں بھی اس بات پہ دعویٰ کرتا ہوں کہ جی اگر عاشق رسول پہ سب سے پہلے گردن کٹوانی ہوگی تو آپ سب میں پہلے مجھے کھڑا پائیں گے. دعویٰ کرنا ایک الگ چیز ہے. کوئی مسئلہ نہیں، آپ پوری آیت پڑھیں ذرا، وہ کیا ہے اس میں، کیا لکھا ہوا ہے. آپ مجھے آیت لگا دیں تو میں سامنے پڑھ لیں تو میں تو مفہوم نہیں بیان کر سکتا ہوں. الحاقہ کی آیت ہے، اس کا نمبر یار کوئی بھائی اگر بتا دے. میرے خیال میں الحاقہ کی 34 نمبر ہے، 46 لگائیں جی ذرا. جی تو چلیں آپ مجھے ذرا اس کا ترجمہ کر کے بتا دینا. ابھی آیت لگا دیتے ہیں، آیت لگا دیتے ہیں. فورٹی سکس آپ کہہ رہے ہیں؟ جی ثم لقطعنا منه الوتین. دیکھیں یہ نا پورا مضمون ہے، پوری آیات ہے، یہ آیت چھوٹی سی جو ہے نا جی یہ سیکر بھائی ذرا بڑا کریں. ہاں جی پیچھے سے پوری. یہ میں چاہتا ہوں کہ خود یہ سہیل بھائی جو ہے نا پڑھے. دیکھیں سہیل بھائی یہ پڑھیں ذرا، یہ کیا لکھا ہوا اللہ تعالیٰ نے. بے شک یہ ایک باعزت رسول کا کلام ہے. میں صحیح پڑھ پایا ہوں؟ جی بالکل صحیح. اور وہ کسی شاعر کا کلام نہیں. تم بہت کم ایمان لاتے ہو. معذرت کے ساتھ کیونکہ مجھے بہت ہی کچھ چھوٹا نظر آ رہا ہے، اس وجہ سے میں غلطی بھی اور یہ کسی جن کا کلام نہیں، تم بہت کم غور کرتے ہو. اگلی کریں جی. ہاں جی خداوند عالم کی طرف سے اتارا ہوا ہے.
آگے کریں. बिल्कुल ऐसी ٹھیک ہے. اور اگر وہ کوئی بات گھڑ کر ہمارے اوپر کی بات ہو، مجھے اس اللہ میاں نے ایک قانون قدرت بیان کر دیا ہے کہ جو بھی اللہ کی طرف غلط بات منسوخ کرے گا یا جھوٹا اللہ کی طرف کوئی، تو اللہ میاں اس کو پھلنے پھولنے نہیں دے گا، یا اس کو جان سے مار دے گا، یا اس کے تو یہی مفہوم نکل پہ آ رہے ہیں. ٹھیک ہے. تو میرا کہنے کا مقصد یہ تھا کہ حضور صلی اللہ علیہ وسلم کے بارے میں کوئی جھوٹ کا اطلام بھی کیسے سوچ سکتا ہے کہ جی نعوذ باللہ اللہ میاں کو اتنی جو ہے وہ یہ بات کرنی پڑے گی. انہوں نے ایک جنرلائز قانون دنیا کے سامنے رکھ دیا کہ جو بھی کر لینا، لیکن اس بات کی ہمت نہ کرنا کہ خدا تعالیٰ کی طرف کوئی ضیاء جھوٹی رسول بات نے کیا منسوخ بول کرنا. دیا ایسا؟ ضیاء رسول صاحب نے کہا کہ یہ آیا صرف حضور صلی اللہ علیہ وسلم کے لیے ہے تو کہ یہ نعوذ باللہ. یہ ذکر کس کا ہو رہا ہے؟ اس میں تو اس شخص لکھا ہے. میں دوبارہ پڑھ دوں عربی کے ساتھ سننے والوں کو بھی کمی. پڑھ دیں کلیئر. ابھی ایک سیکنڈ آپ آصف بھائی رک جائیں. یہ یہاں سے شروع ہوتی ہے 38 سے، فلا اقسم بما تبصرون. پس مجھے، یار یہ میوٹ لگا لیں، کسی کا شور آ رہا ہے. پس مجھے قسم ہے ان چیزوں کی جنہیں تم دیکھتے ہو، وما لا تبصرون، اور ان چیزوں کی جنہیں تم نہیں دیکھتے. انہو لقول رسول کریم. یہ لفظ رسول کا عربی میں استعمال ہوا ہے کہ بے شک یہ قرآن بزرگ رسول کا قول ہے. آگے وما ہوا بقول شاعر قلیلا ما تؤمنون. یہ کسی شاعر کا قول نہیں، تمہیں بہت کم یقین ہے. ولا بقول کاہن قلیلا ما تذکرون. اور نہ کسی کاہن کا قول ہے، افسوس بہت کم نصیحت لے رہے ہو. تنزیل من رب العالمین. یہ تو رب العالمین کا اتارا ہوا ہے. ولا تقول علینا بعد الاقاویل. اور اگر یہ ہم پر کوئی بات بنا لیتا، لأخذنا منہ. من احد انہ حاجزین. پھر تم میں سے کوئی بھی مجھے اس سے روکنے والا نہ ہوتا. جی یہ کس کا ذکر ہو رہا ہے، کس کی شعر ہے؟ جی محمد سہیل بھائی. میرے حساب سے تو یہ قانون اللہ میاں نے ایک واضح کر دیا ہے. وہ بات کی بات ہے، لیکن یہ ذکر کس کا ہو رہا ہے یہاں پہ؟ یہ بس کم علمی یا لا علمی کی وجہ سے ان سے مسٹیک ہوئی ہے. آرام سے ان کو سمجھا دیں. جی بالکل سمجھا دیں. محمد سہیل بھائی یہ کہ دیکھیں یہ حضور صلی اللہ علیہ وسلم کے توسط سے ایک قدرت کا قانون بیان کیا کہ جا میں رہا ہے. آپ کو پوری بات سمجھا. یار مجھے موقع دیتے ہیں، میں آپ ایزی کر دیتا ہوں. دیکھیں محمد بھائی، آپ سے جو اتنے پیار سے گفتگو ہو رہی ہے، کوئی جیت ہار کی بات نہیں ہو رہی. اس کی وجہ پتہ ہے کہ اس کی وجہ یہ ہے کہ ہم سب کے لیے مقدم ہے، امپورٹنٹ ہے حضرت محمد صلی اللہ علیہ وآلہ وسلم کی محبت. اگر میرا بھائی ضیاء رسول اور ہم سب آپ کی بات سن رہے ہیں، اسی لیے سن رہے ہیں، جس کا اظہار آپ نے بھی کیا کہ آپ کو حضرت محمد صلی اللہ علیہ وآلہ وسلم سے محبت ہے. اور ہم یہ اچھا گمان کر رہے ہیں کہ آپ کے بارے میں کہ آپ کسی گیم پلان کے تحت نہیں، بلکہ آپ کو سمجھنے میں غلطی ہوئی ہے. یہ آیات بالخصوص حضرت محمد صلی اللہ علیہ وآلہ وسلم کی صداقت بیان کرنے کے لیے اللہ تعالیٰ فرما رہے ہیں کہ یہ جو قرآن مجید ہے، یہ جو کلام آپ صلی اللہ علیہ وآلہ وسلم بیان کر رہے ہیں، یہ اللہ تعالیٰ نے اتارا ہے، اور حضرت محمد صلی اللہ علیہ وآلہ وسلم پوری ایمانداری کے ساتھ آگے بیان کر رہے ہیں. اگر وہ کمی بیشی کرتے تو اللہ کیا کرتا ہے، یہ اللہ تعالیٰ بیان کر رہے ہیں. ٹھیک ہے. اور اس کی مثال آپ کو اور بھی بے تحاشا قرآن مجید سے دی جا سکتی ہیں جو اللہ تعالیٰ نے حضرت محمد صلی اللہ علیہ وآلہ وسلم کے لیے بیان کی، جس کا بیش بہا جو ہے نا استعمال جماعت احمدیہ بھی کرتی ہے. وما رمیت اذ رمیت ولکن اللہ رما. آج کا کوئی بندہ اٹھ کے کہنا شروع کر دے کہ جی میرے ہاتھ تو اللہ سٹ رہے ہیں، تو آپ تو نہیں مانیں گے نا، یا یہ میرے ہاتھ کی بات ہو رہی ہے. وہ اللہ تعالیٰ کے پیارے رسول حضرت محمد صلی اللہ علیہ وآلہ وسلم کی بات ہو رہی ہے. تو کائنڈلی
آپ اس چیز کو یہاں پہ چھوڑ دیں اور اس پہ غور فکر کریں. یہ حضرت محمد صلی اللہ علیہ وآلہ وسلم کی بات ہو رہی ہے, یہی بات ضیاء رسول نے بھی کی ہے, اور ان کی محبت جو ہے کوئی شخص بھی جو کرتا ہے ہمیں وہ بڑا عزیز ہوتا ہے, اور ہم چاہتے ہیں کہ تمام لوگوں کے اندر حضرت محمد صلی اللہ علیہ وآلہ وسلم کی محبت وہ قائم اور دائم رہے ہمیشہ. جی اب آپ اچھا، شرک والی بات پہ جہاں اللہ پاک نے خود پر یعنی خدا تعالیٰ کی ذات پر جھوٹ باندھنے والے کے بارے میں عام قانون قدرت بیان فرمایا ہے نا, وہاں پر اللہ تعالیٰ نے ان کو دنیاوی مہلت دی ہوئی ہے. عام قانون قدرت یہ ہے کہ جو اللہ پر جھوٹ باندھے اس کو دنیا میں اللہ تعالیٰ مہلت دیتا ہے. یعنی اس کو آپ یوں بھی لے سکتے ہیں کہ اگر آپ کہتے ہیں کہ ہماری جماعت پھل پھول گئی تو یہ اللہ تعالیٰ کا قانون ہے کہ جو جھوٹ بولتا ہے اس کو دنیا میں پھلنے پھولنے کا موقع دے دیتا ہے اللہ تعالیٰ, یہ نہیں کہ اس کو فوراً ختم کر دے. ایک آیت میں دے دیتا ہوں, اور بھی آیات ہیں. سورہ اعراف کی ایک آیت میں آپ کو بتا دیتا ہوں. فَمَنْ أَظْلَمُ مِمَّنِ افْتَرَىٰ عَلَى اللَّهِ كَاذِبًا أَوْ كَذَّبَ بِآيَاتِهِ أُولَٰئِكَ يَنَالُهُمْ نَصِيبُهُم مِّنَ الْكِتَابِ حَتَّىٰ إِذَا جَاءَتْهُمْ رُسُلُنَا يَتَوَفَّوْنَهُمْ قَالُوا أَيْنَ مَا كُنتُمْ تَدْعُونَ مِن دُونِ اللَّهِ. تو کون ہے اس سے بڑھ کر ظالم جو اللہ پر جھوٹ باندھے یا اللہ تعالیٰ کے بارے میں جھوٹی باتیں پھیلائے یا جھٹلائے اللہ تعالیٰ کی آیات کو. ایسے لوگوں کو اولئک ینالہم, ایسے لوگ پائیں گے نصیبہم من الکتاب, اپنا حصہ جو ان کے قسمت میں لکھ دیا گیا ہے. یعنی کہ جو اللہ تعالیٰ نے ان کی قسمت میں مال ہے, دولت ہے, اولاد ہے, کچھ بھی ہے, اس کی عمر ہے, اللہ تعالیٰ نے جو اس کی قسمت میں لکھ دیا ہے وہ اس کو ملے گا. لیکن جب وہ مرنے لگے گا, موت کا وقت اس کا آئے گا, اس وقت اس کی سزا شروع ہوئے گی. جب فرشتے آئیں گے اس کی روح قبض کرنے کے لیے تو پھر وہ پوچھیں گے ہاں جی اب بتائیں کیا کرتے تھے تم. تو ان کی جو سزا ہے جو اللہ پر جھوٹ باندھتے ہیں موت کے وقت شروع ہوتی ہے, دنیا میں ان کو مہلت ملتی ہے. جی جی بالکل. اور لاسٹ بات محمد بھائی, آپ نے اپنے ہوش و حواس میں دیکھا ہوگا, اس پہ تو جماعت احمدیہ بھی مانتی ہے, تمام لوگ مانتے ہیں کہ نبی جو ہے وہ خاتون کوئی پیغمبر ہونے کا دعویٰ نہیں کر سکتی. ہم نے آج کل کے دور میں وہ بدبخت ثنا بھی دیکھی, اس نے تو اپنے دائیں ہاتھ سے اپنی گردن شاہ رگ نہیں پٹی. اس لیے خدارا یہ سمجھیں یہ حضرت محمد صلی اللہ علیہ وسلم کی صداقت کے لیے انہوں نے بیان کیا تھا. اب آپ کائنڈلی جماعت کا موقف یہ دے دیں کہ یہ انگوٹھی بے جان مسجد کے لیے لگائی گئی اینٹ کو. ایک چیز میں صرف اور ایڈ کر دوں, اور بہاء اللہ ایرانی جو ہے اس کے بارے میں ان کے مرزا مسرور صاحب نے خود اپنی تقریر میں فرمایا کہ اس نے نبوت کا دعویٰ کیا, تو وہ بھی آپ کے سامنے, وہ اپنی طبعی موت مرا ہے, اور آج بھی اس کی جماعت کے ماننے والے ایون ان کے فرینکفرٹ جرمنی میں موجود ہیں. سڈنی میں وہ لکھ رہے تھے نیچے اس بھائی, کا بھی سیم ہی دعویٰ تھا, بہاء اللہ کا دعویٰ بھی سیم ہی تھا مرزا صاحب والا, اور اس کی جو ہے وہ الہامی کلام, الہامی کتابیں بھی اس کی موجود ہیں. بالکل, میں کہتے ہیں تو میں 2 لفظ اس کے بتا دیتا ہوں دعوے کے. بالکل بتا دیں, اور وہ شیعہ نقطہ نظر سے تھا, یہ وہ تھوڑا سا ایڈ کر دیں صاحب. جی جی ایک اس کا حوالہ ہے جی, پہلا اس کی کتاب ہے جی کتاب اقدس, اس کا نام ہے, جو اس کی الہامی کتاب ہے نا اس کا نام ہے کتاب اقدس. اس کے 55 نمبر صفحے پہ ہے قد ظہر الموعود فی ہذہ المقام المحمود الذی بہ, کہ وہ بے شک ظاہر ہوا وہ موعود اس مقام محمود پر. یہ اپنے بارے میں کہہ رہا ہے. آگے ہے جی اس کا, کہتا ہے جی ان الذی یا اول ما نزل من السماء الوحی ویخرجہ عن الظاہر انہ, اگے کی لفظ لکھیا آیا وہ لفظ تھوڑے جو مٹے, حرف کلمۃ اللہ العلیٰ وکان من الاخسرین فی کتاب مبین. تو یہ کہتا ہے کہ جی آسمان سے جو ہے وہ مجھ پر وحی نازل ہوئی. اچھا جی, وحی کا آگے ہے هو الذی ارسل الرسل وانزل الکتاب علیہ, کہ اس نے رسول کو بھیجا اور نازل کی اس پر کتاب, اپنی طرف اشارہ کر رہا ہے. ایاکم ان یمنعکم ذکر النبی عن ھذہ النبأ الاعظم, کہ کیا تم اس نبی کے ذکر کرنے سے منع کرتے ہو. آگے اس کا جو ہے نا وہ مسیح موعود والا بھی دعویٰ ہے, وہ بھی میں آپ کو نکال کے دکھاتا ہوں. جی تب تک کوئی احمدی اگر اس پہ بات کرنا چاہے, نیچے ایک دوست لکھ رہے ہیں کہ جی رنگ پہ لکھا ہے کیا اللہ اپنے بندے کے لیے کافی نہیں.
یہ تو میرے دوست وہی والی بات ہوگی جیسے سگریٹ کی ڈبی کے اوپر لکھا ہوتا ہے کہ تمباکو نوشی صحت کے لیے مضر ہے. کمال بات کرتے ہیں آپ. ہم پوچھ رہے ہیں کہ یہ انگوٹھی سے اینٹ کو کیا مل رہا ہے، اور وہ بھی اینٹ مسجد جس کو آپ مسجد کہتے ہیں اس میں لگائی جائے گی. یار کمال بندے ہیں آپ، کیا سوچ کے یہ لگا رہے ہیں، کیا کر رہے ہیں؟ بابر بھائی دیکھیں بات سنیں. السلام علیکم. جی وعلیکم اچھا السلام. کے ساتھ جی آپ ذرا تقابلی جائزہ رکھ لیں، وہ درباروں والی تصویریں بھی ذرا لگا دینا جس میں وہ دھمال ڈال رہے ہیں، بنگڑے چل رہے ہیں، تو وہ فکیڑ دے دیا. سر میں ابھی پوچھ لیتا ہوں، آپ ایک سیکنڈ رک جائیں. یار ڈاکٹر ڈیرنگ صاحب، ضیاء رسول صاحب، تسی جا کے انگوٹھیاں رگڑ دے ہو کسی دربار مزار تے؟ تسی جا کے تمالاں پاندے ہو؟ نہیں جی، مزارات پہ جو ہے وہ جانا چاہیے، صرف جا کے وہاں دعا انگوٹھیاں مانگنی رگڑتے ہیں. چاہیے. سر میرا سوال جو میں شرک پہ ہوں، نہ سخت کوئی انگوٹھی رگڑنا جائز ہے، نہ کوئی دھمال ڈالنا جائز ہے، نہ کوئی ڈانس کرنا جائز ہے، نہ کوئی میوزک چلانا جائز آپ ہے. ایک کچھ سیکنڈ بھی بات، بہت سب شکریہ. خرافات ہے. یہ ابھی مانتے تو میں سر جی آپ کے سامنے ابھی مظاہرہ کرا دیتا. مجھے بتائیں اسامہ صاحب، آپ کبھی گئے ہیں، آپ نے کیا ہے؟ میں کبھی بھی کسی مزار پہ نہیں گیا ہوا. نہیں آپ نے انگوٹھی رگڑی ہے کبھی کسی اینٹ کو نہیں یا کبھی کسی بھی کو نہیں. رگڑتے دیکھا ہے یا آپ سپورٹ کرتے ہیں؟ میں نے کسی کو اپنی زندگی میں نہیں دیکھا. ڈنڈا پیر صاحب السلام علیکم. آپ کا کوئی ایسی سوچ ہو اور آپ خود کو مسلمان کہہ رہے ہیں تو پہلے آپ لائن میں لگیں. اور آپ پیر بھی ہیں. آپ نے میرے پیر کے ساتھ ڈنڈا نہیں دیکھا ہوا؟ سر جلدی بتائیں نا، آپ کی ایسی یہ سوچ ڈنڈا ہے اسی وجہ سے ہی ہے جو انگوٹیاں شوٹیاں یہ پیر اور خلفاء لڑتے ہیں نا، لگاتے ہیں، انہی کے لیے. جی سیکر صاحب آپ بھی اپنا جو ہے نا کلیریفائی کریں تاکہ پہلے آپ لوگوں کا تو پہلے قریب سے تو نہیں جی نہیں، قطعاً نہیں. شرک نہیں. اب محمد بھائی ہم ایسی کسی چیز کی تعویل ہرگز نہیں کریں گے. اب آپ کیا کہتے ہیں؟ آپ اپنا موقف بھی دے دیں. جی اگر اس کو آپ شرک سمجھ رہے ہیں، پھر دنیا میں جتنی بھی بابرکت یا تبرکات کے عجائب گھر ہیں وہ پھر سارے آپ لوگوں کو ختم کر دینے چاہیے. مطلب اس میں مجھے تو نہیں لگتا کہ جماعت تو شرک کے خلاف سب سے زیادہ آواز اٹھانے والی ہے باقی تمام فرقوں کے جو ہے. اگر جماعت میں اس میں ہلکا سا بھی کوئی شرک کا احتمال پایا جاتا ہوتا نا تو جماعت کبھی بھی اس قسم کی تصاویر جو ہے وہ سر عام نہ کرتی، یا بلکہ اس قسم کا. بہرحال آپ یہ پھر اس کو ایکسپلین کر دینا کہ ہمیں کیا سمجھنے میں شرک کی ڈیفینیشن پوچھ لیں ان سے بس. چلے وہ بھی بتا دیں اور یہ بھی آپ کلیریفائی کر دیں، ہو سکتا ہے ہم سمجھ ہی غلط. بہرحال میں اس کی اگر کوئی ایسی مثال دوں تو وہ پھر آپ لوگوں نے میرے پہ گستاخی کی، اور پتہ نہیں وہ آپ کہیں گے کہ نہیں تقابلی جائزہ. یہ ایک انسان کی فطرت ہے کہ جب بھی انسان کوئی نیک عمل کرنا شروع کرنا چاہ رہا ہوتا ہے تو اس کی کوشش ہوتی ہے، یا کوئی بھی کسی نیک چیز کی بنیاد رکھنا چاہ رہا ہوتا ہے. مسجد اللہ کا گھر ہے اور یہاں پہ ایک نیک عمل ہے، تو انسان کی اپنے گھر میں ہی انسان سوچتا ہے کہ یار ہمارے گھر میں جو بڑے بزرگ ہیں یا ہے وہ اس چیز کا افتتاح کریں یا وہ اس چیز کی بنیاد رقیں. بالکل یہ اس میں اسی طرح کا ہے. اچھا میری بات سنیں. نہیں انہوں نے اینٹوں کی ایک نقشہ سا بنایا ہوا ہے، اس میں وہ پہلی اینٹ یا بنیاد جو ہے، پہلی اینٹ بنیاد جو ہے وہ اس کو رکھ رہے ہیں اپنی کیسے جگہ پہ. ٹچ کر رہے ہیں؟ اس طرح ٹچ کیا جاتا ہے. جی ضیاء بھائی جلدی سے ایڈ کر لیں کیونکہ اس ٹاپک پہ ہم نے ان کی وضاحت لے لی. بس میں نے یہی کہنا تھا کہ میں بھی پوری دنیا کا امام ہوں، کوئی مانے نہ مانے اس کی مرضی. اچھا نہیں محمد بھائی آپ خود دیکھیں، اینٹ رکھنا یا آپ کے خلیفہ کی بات نہیں ہو رہی، وہ ٹھیک ہے آپ کے لیے. اور یہ کوئی پہلی مسجد تو نہیں تعمیر ہو رہی جماعت کے پیارے اللہ کے فضل سے. اینٹ ایسے رکھی جاتی ہے. یہ بلیسنگ ہے کہ فیتا کاٹا جا رہا ہے. میری چھوٹی چھوٹی میری بھی اٹ دے متعلق گل سن لو نا، میں بھی بار بار کہہ رہا جے نہیں سنی پھر میں دس دیو. اٹ دے بارے دسو. اٹ دے بارے سر تسی ضرور دسو، کوئی مسئلہ نہیں. ہاں جی اے تسی دسو مینوں کہ ایندے تانوں شرک کیڑا لگا، جڑا ہاتھ نال ہے اے شرک لگا یا انگوٹھی نال آئی او شرک لگا ہے؟ میں دس دینا. دیکھو میری گل سنو، چلو ਇੱਥੇ ਮੁਸਲਮਾਨ ਮੇਰੀ ਗੱਲ ਦਾ ਗੁੱਸਾ ਕਰ ਜਾਣਗੇ ਲੇਕਿਨ ਚਲੋ ਤੁਹਾਡੇ ਪੁਆਇੰਟ ਆਫ ਵਿਊ ਨਾਲ ਮੈਂ ਗੱਲ ਐਕਸਪਲੇਨ ਕਰਨਾ ਕਿ ਤੁਸੀਂ ਬਣਾ ਰਹੇ ਹੋ ਮਸਜਿਦ ਅੱਲਾ ਦਾ ਘਰ, ਠੀਕ हो गया, जो कि इट्स सेल्फ एक बाबरकत जगह है, इबादत के लिए, अल्लाह की इबादत के लिए इस्तेमाल होती है, उसका कोई और मरकज़ महवर नीयत कुछ भी नहीं होती. आपने बुला लिया अपने बड़े बुजुर्ग को कि आप इफ्तिताह करें, ठीक हो गया जी, आपकी मोहब्बत है, आपने बड़ों को बुलाना है और उन्होंने इफ्तिताह कर दिया. اب وہ افتتاح کرتے ہوئے ایک بے جان اینٹ کو بے جان انگوٹھی لگا رہے ہیں، یہ ہے شرک. اچھا ٹھہرے، وہ ایک بابرکت جگہ کو اور کیا برکت دے گی؟ نذیر بھائی پلیز اس کو سمجھیں. مسئلہ خلیفہ صاحب کا نہیں ہے، مسئلہ بنیاد کا نہیں ہے، مسئلہ اس سوچ کا ہے کہ جیسے 1 کلو پاک دودھ میں کوئی ایک مینگن ڈال دے نا تو وہ پورا دودھ کوئی بھی نہیں پیے گا. وہ یہ نہیں کہے گا چل یار ایک چھوٹی سی مینگن ہی پائی ہے.
पूछ लें असल मसला ये ये है यहाँ फीता पे शिरक काटना का, है कि बरकत दी जा रही है, ये पूछ लेना। असल मसला ये है यहाँ पे कि देखें हमारे नज़दीक तो ये नहीं होती मस्जिद, लेकिन आपके पॉइंट ऑफ व्यू से बात कर रहे हैं कि ये मस्जिद है, मस्जिद को बरकत वाला अल्लाह ने बनाया है, मस्जिद को बरकत देने वाला अल्लाह है, जबकि इधर मस्जिद को बरकत अंगूठी के जरिए दी जा रही है, अल्लाह के मुकाबल में गैरुल्लाह से बरकत दी जा रही है, जो काम अल्लाह का है वो गैरुल्लाह से लिया जा रहा है। ਉਹਨੇ ਸਵਾਲ ये है ਕੀਤਾ, जी। ਜਵਾਬ ਵੀ ਲਈਦਾ ਨਾ। ਮੈਂ ਪੁੱਛਿਆ ਸੀ, ਉਹਨੇ ਜਵਾਬ ਦਿੱਤਾ। ਹੁਣ ਮੈਨੂੰ ਉਹਦਾ ਜਵਾਬ ਦੇਣ ਦਿਓਗੇ ਵਾਪਸ? ਉਹ ਸਰ ਜੀ ਤਸੱਲੀ ਨਾਲ ਦਿਓ, ਤੁਸੀਂ ਮੇਰੇ ਕੋਲ ਪੁੱਛਿਆ ਤੇ ਤਾਂ ਮੈਂ ਕਲੀਅਰ ਕੀਤਾ, ਮੈਂ ਤਾਂ ਅਸੀਂ ਚੁੱਪ ਸਾਂ। ਨਹੀਂ, ਉਸ ਤੋਂ ਬਾਅਦ ਤੁਸੀਂ ਕਹਿਤਾ ਤਾਂ ਉਸ ਤੋਂ ਬਾਅਦ ਦੁਬਾਰਾ ਸੁਣੋ ਨਾ ਮੇਰੇ ਕੋਲੋਂ। ਇਹ ਅੰਗੂਠੀ ਜਿਹੜੀ ਨੇ, ਇਹ ਹਜ਼ਰਤ ਮਸੀਹ अलैहिस्सलाम ਨੇ ਇਹ ਅੰਗੂਠੀ ਪਹਿਨੀ, ਉਹ ਅੱਗੇ ਫਿਰ ਖੁਲਫਾ ਦੇ ਵਿੱਚ ਆਂਦੀ ਰਹੀ। ਕਿਆ ਤੁਸੀਂ ਇਹ ਸਮਝਦੇ ਨਹੀਂ ਦੇ ਕਿ ਇੱਕ ਇਹਦੇ ਚ ਬਰਕਤ ਹੈ, ਇਹਦੇ ਵਿੱਚ ਇੱਕ ਖੁਦਾ ਦੇ ਨਬੀ ਦੇ ਹੱਥ ਮੁਬਾਰਕ ਦੀ ਕੋਈ ਚੀਜ਼ ਹੈ, ਉਹ ਲਿਆ ਕੇ ਤੇ ਇੱਕ ਮਸਜਿਦ ਦੇ ਬੁਨਿਆਦ ਤੇ ਰੱਖੀ ਜਾਵੇ, ਇਹਨੂੰ ਸ਼ਿਰਕ ਕਹਿੰਦੇ ਹੋ? ਜੀ ਸਰ ਬਿਲਕੁਲ ਸ਼ਿਰਕ ਹੈ। ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਇਹ ਗੱਲ ਦੱਸਣਾ, ਮੈਂ ਜਦੋਂ ਦੱਸਣਾ। ਰੋਜ਼ਾ ਰਸੂਲ ਤੇ ਜਾਂਦੇ ਹੋ, ਜਦੋਂ ਰੋਜ਼ਾ ਰਸੂਲ ਤੇ ਜਾਂਦੇ ਹੋ, ਜੀ ਜੀ ਉੱਥੇ ਜਾ ਕੇ ਤੇ ਤੁਸੀਂ ਮਿਸਾਲ ਅਗਰ ਕੋਈ ਦੁਆ ਕਰਦੇ ਹੋ ਜਾਂ ਮਿਸਾਲ ਦੇ ਉੱਥੇ ਤੁਸੀਂ ਉਹ ਬੋਸਾ ਲੈਂਦੇ ਹੋ, ਤੇ ਉਹ ਸ਼ਿਰਕ ਹੈ ਜਾਂ ਨਹੀਂ? ਸਰ ਅਸੀਂ ਪਹਿਲੀ ਗੱਲ ਹੈ, ਉੱਥੇ ਬੋਸਾ ਤੁਸੀਂ ਲੈ ਨਹੀਂ ਸਕਦੇ। ਮੈਂ ਗਿਆ ਬੜੀ ਵਾਰੀ, ਅਲਹਮਦੁਲਿਲਾ ਅੱਲਾ ਨੇ ਮੈਨੂੰ ਸ਼ਹਾਦਤ ਦਿੱਤੀ ਹੈ। ਉੱਥੇ ਮੈਂ ਨਮਾਜ਼ ਕਿਬਲਾ ਰੁਖ ਹੋ ਕੇ ਪੜ੍ਹੀ ਹੈ, ਉੱਥੇ ਕੁਰਾਨ ਮਜੀਦ ਦੀ ਤਿਲਾਵਤ ਕੀਤੀ ਹੈ, दरूदो सलाम पढ़िया। सर असल मामला ये है कि वहाँ पे बोसा लें, हजर अस्वद को भी बोसा लिया जाता है, लेकिन वो हमें बरकत देता है ना कि हम उसको देते हैं। हाँ, मैं वो बताने लगा था नजीर साहब। अब आप सोचें कि मैं घर से कोई पत्थर उठा के ले जाऊं और उस हजर अस्वद से उसको रगड़ूं, तो यार मैं शिरक कर रहा हूं, क्योंकि मैं अब सुन्नत फॉलो नहीं कर रहा। वो अंगूठी आपके लिए मुबारक है, वो आगे अंगूठी क्या दे सकती है? यही तो शिरक है। अल्लाह बरकत देता है, अंगूठियां थोड़ी देती हैं। भाईजान आप बरकत और शिरक को ना मिक्सअप कर रहे हैं। मेरे घर खाने काबा की जगह से जानमाज पड़ी है और मेरी हद दर्जे कोशिश होती है कि मैं खाने काबा की जानमाज, ये जरा क्लियर कर दें। मतलब मदीना की एक जानमाज है मेरे पास और मक्का की भी जानमाज है। मेरी हद दर्जे कोशिश होती है कि घर में कहाँ की है, क्योंकि मक्का के अंदर हरम के पास तो वो टाइलें लगी हुई हैं। डिफरेंस ले लीजिएगा इनकी बात मुकम्मल होने के बाद। मतलब वहां के हजूर के घर से जानमाज आई है। यार कौन से घर से? आप थोड़ा सा परेशान कर दिया मुझे। एक तो है घर से जानमाज आई है, वो कह रहे हैं कहाँ से? मतलब मक्का और मदीना से जानमाज खरीदी है। मोहम्मद भाई आप थोड़ा सा कंफ्यूज मैं हो गया हूँ। देखें, आपको पता हरम के पास लगी हुई है टाइलें, और मस्जिद नबवी में रियाजुल जन्ना का कारपेट तो वो किसी को पुट के नहीं देते, क्योंकि रोज़ा रसूल के साथ रियाजुल जन्ना है। और खाने काबा के गिलाफ का टुकड़ा भी मेरे पास है। अच्छा, हम अजराए बरकत और शिरक को आप गिलाफ का टुकड़ा आपके पास है। अब ये मुझे बताएं, वो मेरे पास हो और मेरा दोस्त असद आए और मैं उसकी कमीज उससे रगड़ दूं, तो असद मुझे मुशरिक ही कहेगा ना? सर जी आप शिरक को और बरकत में मिक्सअप कर रहे हैं। मुझे 2 मिनट दे, मुझे 1 मिनट दे दे, मुझे 1 मिनट दे दे, मुझे 1 मिनट दे दे। ये भी पूछ लेंगे वो कपड़ा कैसे जो है। जी मैं आपके पास मोहम्मद सुहेल भाई खाने काबा के खिलाफ का टुकड़ा है? मुझे जी है या चोरी किया देखना पड़ना है। नहीं डंडा पीर साहब एक मिनट हसूल बरकत के लिए है। बिल्कुल मेरे पास जानमाज है जो मैं बकायदा दिखा भी सकता हूं। ठीक है। जब आप नई शर्ट लेके आते हैं मार्केट से, आप आके खाने काबा के खिलाफ के साथ उसको टच करते? यार आप ना, मुझे लग रहा है कि आप बरकत को और शिरक को ना मिक्सअप कर रहे हैं। सवाल कि जब आप मार्केट से नई शर्ट लेके आते हैं नाइकी की, एडिडास की, वो आकर आप उस खाने काबा के खिलाफ के टुकड़े के साथ लगाते हैं? यार मस्जिद एक मिनट नजीर साहब, 1 मिनट जी। मोहम्मद सुहेल भाई नहीं, मैं उसको नहीं लगाता, लेकिन मेरी कोशिश होती है कि जब भी मैं नमाज पढ़ूं तो जो मेरे पास बरकत वाली जानमाज है। आपके घर में कितने जायनमाज हैं? तकरीबन 8-10 होने हैं। वो जो मदीना के जायनमाज जो आपके पास है, उसके बाद कोई आपने लोकल जायनमाज भी खरीदा है वैसे इधर से? बिल्कुल जी, बहुत खरीदे हैं। वो जब नया जायनमाज आप लेके आए थे, वो मक्का वाले जायनमाज के साथ आपने मस्क किया था, रगड़ा था उसके साथ? यार अब इसको आप ना कॉम्प्लिकेटेड कर रहे हैं सवाल को। मुझे 2 मिनट यार, मैं 2 मिनट मांगता हूँ मुझे भाई। बड़ी आप शिरक और बरकत को
मिक्स अप कर रहे हैं अब जो मैंने मेरा अभी पॉइंट कोई ऑफ व्यू शिरक है। बरकत का नाम ही नहीं लिया। मैंने पूछा है जब नया जाय नमाज लाते हैं, पुराने जाय नमाज जो मक्का का जाय नमाज जो जिसमें आपको बरकत नजर आती है, कभी उसके साथ आपने उसको रगड़ा है? के इसमें बरकत भी आ जाए? जो ओरिजिनल चीज है वो कैसे जो है वो डुप्लीकेट की नेमुल बदल बन सकती है। तो यहाँ पर अंगूठी इस ईंट को कैसे बरकत और मस्जिद को बरकत देगी? यही बात हो रही है, छोटी सी बात है सुहेल मोहम्मद भाई। भाई इसको बुरा ना माने, तौहीद बहुत जरूरी चीज है। और दूसरे नंबर के ऊपर अज़राह बरकत, आप कोई भी चीज जो है ना वो आप दीन के अंदर शामिल करके बिदत के शिकार बन जाते हैं। बिल्कुल दोनों ही। बिल्कुल थैंक यू। अब देखें, इसको समझें। हम आपसे उस तरह नहीं कह रहे कि आपके खलीफा ने वो अंगूठियां क्यों पहनी है। जी आपकी मोहब्बत है, आपके बानी है जमात की है। आप अगले पॉइंट को काइंडली समझें। उनको बुलाना, आपके घर में कोई तकरीब हो, आप बुला लें खलीफा को, आप मोहब्बत करते हैं। लेकिन आप ये जो काम हो रहा है ना, ये मेरे भाई शिरक है। क्योंकि मस्जिद, जाय नमाज ये खास अल्लाह के लिए है। कोई शख्स जाय नमाज पे बैठ के महबूब को खत नहीं लिखता। आप इसको गुजारा समझें। ऐसा करना चाहूंगा सीकर भाई, कभी आपने अज़राए बरकत फजर की रकात नमाज फर्ज को अदा करते वक्त दूसरी रकात के जो सजूद हैं उनके अंदर आपने 2 सजदों की जगह अज़राए बरकत 8 कर दिए हूँ? नहीं भाई, क्यों करूंगा मैं? कभी कोशिश भी करने की सोच भी ला सकते हैं? सवाल ही पैदा नहीं होता। क्योंकि आप जानते हैं कि ये शरीयत में नहीं है, और मैं अपने पास से अगरचे अज़राए बरकत करने की कोशिश करूंगा तो ये बिदत बन जाएगी। ऐसे ही अजान कितनी अच्छी चीज है। अजान ईद की नमाज बेशक की अजान होती, बिल्कुल देनी चाहिए। क्योंकि बिदत हो जाएगी। हाँ जी। चले अब असद भाई लव यू हो गया, अब उनको मौका दे। मोहम्मद भाई खुदारा समझे, ऐड कर लूं थोड़ा सा अगर जी इजाजत उनको दें। भी इस मौका भाई दें, ने बड़ी वैलिड वो पॉइंट बता की है देंगे। कि उस टाइम ये खाना काबा भी था, गलाफ भी था, सब कुछ था। अगर कोई नस मिलती है तो बयान करें, हम आजिज हो जाएंगे। वो असल में ना उनको क्लियर करने दें प्लीज। उनको हम बता रहे हैं कि देखें मेरा भाई, उस चीज से या ये इन शख्सियत से आपकी मोहब्बत एक अलग चीज है। लेकिन ये जो काम हो रहा है ना, अब मैं आपको मुख्तलिफ तस्वीरें दिखाता हूँ, सारे नाजरीन ये देख लें गौर से कि ये जगह जगह ये काम, ये जो ये अंगूठियां लगाने वाला काम है ना यार, ये है शिरक। उनका जाकर इनके लिए किसी तकरीब में शामिल होना, इफ्तिताह करना, वो एक अलग चीज है। लेकिन ये जो हो रहा है ना, ये प्यारे दोस्तों ये दुरुस्त नहीं है, ये अल्लाह ताला को पसंद नहीं है, यही तो शिरक है। और वो भी इसमें इन बुजुर्ग को कह रहे हैं ना, किसी बुजुर्ग को आप बुलाते हैं, इन बुजुर्ग का कोई काम नहीं है। वो बुजुर्ग आते हैं एक आइटम लेकर, वो आइटम उनकी उंगली के अंदर है, उनके पास एक ऐसी चीज है, वो लाकर उस चीज को लगाते हैं इसके ऊपर कि बरकत मिल जाए। एक बेजान चीज में बरकत, ये क्या बुत परस्ती नहीं? क्या वो अंगूठी बुत नहीं है इस टाइम, जिसको बरकत जो देती है हर जगह पे जाके ईंटों के अंदर, मस्जिदों को बरकत दे रही। अच्छा चलें देखें, बात सुने। अंगूठी के ऊपर लिखा हुआ है अलैहिस्सलाहु बिकाफिन अब्दुहु, ठीक है। इसमें मतलब कि क्या अल्लाह अपने बंदे के लिए काफी नहीं? ये ईंट के लिए का क्या मतलब है? ईंट को यार क्या? ये तो वही बात होगी आसिफ भाई कि सिगरेट की डब्बी पे लिखा हुआ है तंबाकू नोशी सेहत के लिए मुजिर है। ये क्या बात है? मैं आपको एक बात देखें, मैंने ना कभी भी घर में बुत नहीं रखे हुए, ठीक है। मैंने जब अपना घर एस्टेब्लिश किया है यहाँ अमेरिका आकर, तो मेरे घर में कभी किसी खलीफा की, किसी मिर्ज़ा साहब की कोई तस्वीर कभी भी नहीं लगी रही थी, ठीक है। वो मेरी वाइफ के जो मेरे ससुर जो थे वो हाथों से बनाया करते थे तस्वीरें। तो अभी चंद दिन पहले बेगम से बात हो रही थी, तो मेरी जो ससुर ने बनाई हुई थी तस्वीरें, ससुर के इंतकाल पे वो तस्वीर जो थी ना मिर्ज़ा साहब की, वो हमारे घर आते आते रह गई, क्योंकि वो दरमियान में हम उसके भाई के घर रुके थे, तो उसके भाई ने कहा नहीं ये तो मैं रखूँगा, ठीक है, तो वो वहीं रह गई। तो मेरी बेगम कह रही थी देखें कितना अल्लाह ताला का फ़ज़ल है कि हमारे घर आते आते रह गई, नहीं तो वो बुत हमारे घर की दीवार पे जीनत बना हुआ होता। तो ये सवाल है हमारा जमात अहमदिया से कि खुदा के बंदो, मुशरिको, ये शिरक छोड़ दो, ये तस्वीरों वाला, और ये सबसे बड़ी बात मस्जिद कह के एक ईंट को। यार ऐसा मैं उन्हें पूछ लेना इन्हें दुनिया फिरी। असद साहब तुसी कोई दुनिया च
ये वो जरा चैट मैं पे एक गया। सेकंड देखता हूँ ਸਰ ਜੀ। ਉਹ ਦੋ ਮੁੰਦਰੀਆਂ ਨੇ, ਇੱਕ ਨਹੀਂ ਇੱਕ ਹੀ ਚੀਚੀ ਉਂਗਲੀ ਚ ਉਹਨਾਂ ਦੋ ਮੁੰਦਰੀਆਂ ਪਾਈਆਂ ਨੇ। ਮੈਨੂੰ ਇੱਕ ਸੈਕੰਡ ਦੇਖਣ ਦਿਓ। भोला बास ते एक ਇਹ लास्ट ਦੇਖੋ, ਇਹ ਲਓ। ये स्टोन कौन से हैं जी, इनसे ये भी पूछें जरा। ओ या अल्लाह यार, खुदा दा नहीं भाई, खैर हो तो सही जरा, नहीं हो भाई यार सकता है माफी कोई। दे दे ਅਸੀਂ। खैर तो सही यार, की हो गया? यार वैसे मोहम्मद भाई ये कौन से स्टोन्स हैं जो इन्होंने चीची में पहने हुए, चीची विच छल्ला? ਇਹ ਦੇਖਣਾ ਯਾਰ, ਇਸ ਤਰ੍ਹਾਂ ਕੋਈ ਇੱਟ ਚੁੱਕਦਾ ਅਸਦ? ਇਹ ਸਾਫ਼ ਉਲਾ ਰਹੇ ਨੇ। ਅਸੀਂ ਇੱਥੇ ਵੀਡੀਓਜ਼ ਚਲਾਈਆਂ ਨੇ, ਗੱਲ ਵੱਧ ਗਈ ਏ, ਇੱਟਾਂ ਤੋਂ ਵੱਧ ਕੇ ਟਾਇਲਾਂ ਤੇ ਵੀ ਆ ਗਈ ਏ, ਟਾਇਲੋं को टच कर रहे हैं, इसी तरह अंगूठियां लगा रहे हैं। अच्छा देखें, मैं जो आपको बरकत वासे अंगूठी लगाना से आए ने, जुती नहीं जे उन्होंने लाई हुई। अच्छा सर मैं ना एक मज़े की बात बताता हूँ। मेरे मामू जो थे ना, वो जियोलॉजिस्ट थे, ठीक है। उन्होंने जब अपना घर बनाया है ना, तो उन्होंने बुनियादों वगैरह में कॉइन्स वगैरह रखे हैं, ठीक है, कि कभी फ्यूचर में अगर कोई खुदाई वुदाई होगी आसार क़दीमा में, वो कॉइन्स निकलें, ठीक है। तो ये अंगूठियाँ जो हैं, इनको तो बना के अंगूठियाँ रखनी चाहिए, बजाय इसके कि अंगूठी चर्च करके जो है बरकत दे रहे हैं। अच्छा, एक बड़ा इंपॉर्टेंट, सारे हमारे नाजरीन मौजूद हैं। उसामा भाई आप इधर ही हैं। असद भाई आपके मुंह से कुछ निकल जाना है, आप 2 मिनट सिर्फ नीचे बैठ के एक चीज देखें। तारीख इंसानी में आपने ये वाला काम नहीं देखा होगा, जो जमात ठीक है, मुझे आपने ये क्यों जज किया कि मेरे मुझे मुंह से पता है कुछ सर, ये निकल आपके जाना है? बस से ऊपर वाला काम है। काम ऐसा डाला है। सर ਤੁਹਾਡੇ अच्छा जी, ठीक सीट है। बेल्ट पा लिया। उसामा भाई आप इधर ही हैं। जी जी मैं इधर ही हूँ। वो हवाला जो था 2.5 साल वाला, जो मिर्जा गुलाम अहमद कादियानी ने अपने बेटे मिर्जा मुबारक को बचाने के लिए 2.5 साल की बच्ची से शादी कराई, बच्चा ना बचा, और वो 2.5 साल की बच्ची बेवा बन गई। वो अल इस्लाम पे आप जाके खोल के दिखा सकते हैं, लोग बार बार सवाल करते हैं। चलो रुके मैं दिखा देता हूँ। असद जो है ना मेरा और वो जिगर सफेद भाई कपड़े है, भी प्यारा थे। भाई है, उसने मोहब्बत कोई नहीं दिखानी, वो मेरी वजह से लिहाज कर रहा है, मैंने इसलिए और उससे उसामा भाई बताना है आपने कि कैसे कैसे आप हाँ शुरू से दिखाना ताकि है। लोगों को पता ये चले खोलना असद की कैसे है। मोहब्बत है, चलो, प्यार है कि वो मैं चुप वो करके काम चला गया, नहीं तो जानते जानते ਤੁਹਾਨੂੰ ठीक ਉਹ है। ਕੁਝ ਦੇ ਜਾਂਦਾ ਨਾ कि ਤੁਹਾਡਾ। मैं उसामा या भाई इस्लाम पे सफेद जा रहा कपड़ों हूँ। तक प्लीज पढ़िए। अच्छा जी, आप सारे म्यूट करके अब आप बताएं कि आप कैसे जरा इस एक्सेस बताएं कि आप इस हवाले तक कैसे पहुंच रहे हैं। गूगल पे अल इस्लाम खोली, अच्छा मैं बताता हूँ। तो पिछले ये तो दिनों जीसस खुले हुए हैं। जी यार उनको डेमोन्स्ट्रेट करने दें। जी 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 प्लीज सारे भाई टैप टैप कर। जब जी जब पहली बार ये मैंने सुना था तो मैं खुद तहकीक करने गया था इस बारे में। तो मैंने इनके सर्च इंजन में जाकर लिखा था मिर्ज़ा मुबारक, एक मिनट रुकिए, मिर्ज़ा मुबारक, एक मिनट रुकिएगा, मुबारक, और फिर मैंने साथ मरियम लिखा था, और फिर मैंने सर्च किया था, और जो सबसे क्या नाम है, ये बुक है खलीफातुल मसीह 4 RTA मिर्ज़ा हज़रत मिर्ज़ा ताहिर अहमद अल इस्लाम। मैंने ये बुक खोली थी और फिर मैंने सिंपली कंट्रोल F करके दबाया था और सिर्फ मुबारक लिखा था, और वो शुरू में ही है बिल्कुल। रुके मैं निकाल देता हूँ यहाँ से, एक मिनट रुकेगा। यार उसामा भाई आप पे ये सलाम है। ये एक सेकंड आसिफ भाई प्लीज, ये शुरू से पढ़, बिल्कुल शुरू नहीं, से मैंने सिर्फ एक बात बतानी थी अभी इनको कि सलाम बड़े देते हैं। शुरू बड़े से प्यार से अलैहि सलाम कह ऊपर- दिया है, ऊपर से- मैं तो ऊपर से कहना ऊपर। बंद कर दिया है। कोई ऊपर सर, ऊपर इलनेस भी है, ऊपर वाला पेज। अच्छा मैं ऐसे बता रहा हूँ कि ये 2 पेज है, तो इसका मतलब ये पहला पेज है ऊपर। यहाँ से शुरू हो रहा है। इन द ईयर 1907 द यंगेस्ट सन ऑफ द प्रॉमिस्ड मसीह मिर्ज़ा मुबारक अहमद fell very ill when he was just 8 years old. This child was very dear to the promised Messiah, A.S. In one of his poems, he had referred to Mirza Mubarak Ahmad as a piece of my heart. During the illness, someone had a strange dream in which he saw Mirza Mubarak Ahmad getting married. When the promised Messiah was told about this, he said, अब एक quote आ गया, the meaning of this dream is that. But the समझाना भी है, डेमोन्स्ट्रेट अच्छा, कर रहे हैं आप। 1907 में मिर्ज़ा साहब का एक सबसे छोटा बेटा था जिसका नाम था मिर्ज़ा मुबारक अहमद। वो बहुत बीमार हो गए जब वो 8 साल की उम्र थी उनकी, और वो उनके बहुत दिल के करीब थे। यहाँ तक कि उन्होंने अपनी एक पोएम में लिखा है कि वो उनके दिल का टुकड़ा थे। और इस बीमारी के दौरान समवन किसी ने एक स्ट्रेंज ड्रीम देखा और कहा कि उनकी शादी हो रही है उस ड्रीम में। तो मिर्ज़ा साहब ने इस बारे में कहा है
کہ the meaning of this dream is that کہ جو خواب کی مطلب ہے وہ ہے موت، لیکن جو خواب کی تعبیر کرنے والے ہوتے ہیں انہوں نے اس بارے میں لکھا ہوا ہے کہ if a dream is fulfilled in a literal terms کہ اگر خواب کو حقیقت معنی میں پورا کر دیا جائے then sometime the actual which is the negative meaning of the dream can be altered، تب خواب کی تعبیر یا حقیقت بدلی جا سکتی ہے۔ For this reason let's get مبارک احمد married، اور اسی وجہ سے ہم مبارک احمد کا نکاح کرا دیتے ہیں۔ So the Allah میرج شادی کرا دیتے، نکاح کرا دیتے ہیں۔ آگے اچھا ٹھیک ہو گیا۔ So the Allah grant him health and death can be averted، تاکہ اللہ تعالیٰ انہیں صحت دے اور ان کی جو موت ہے وہ بدل جائے۔ اب آگے ہے حضرت ڈاکٹر عبدالستار شاہ who was the devoted companion of the promised Messiah۔ یہ حضرت ڈاکٹر عباس ستار شاہ ہے جو ان کے ایک فالورز تھے بہت قریبی، جی عبدالستار شاہ، وہ ان کے بہت قریبی فالورز تھے۔ اینڈ ہی واز ٹریٹنگ دی illness آف مرزا مبارک، وہ ان کے ڈاکٹر بھی تھے۔ ہیر اے ڈاکٹر نیم مریم، ان کی بیٹی بھی تھی جس کا نام ہے مریم، who was about 2.5 year old۔ who was about 2.5 year old and who was مریم who was about 2.5 year old۔ پہلے اردو میں 2.5 سال کی بچی، اب پنجابی میں 2.5 سال دی بچی۔ 2.5 سال کیوں اسد وجیا سر چ تیرے؟ 2.5 سال 2.5 سال پنجابی چ کی کہندے نے؟ ڈوڈ تے بعد کی ہوندا 2.5 سال۔ 2.5 سال۔ اچھا جی، here I go further. The promised Messiah AS asked for Maryam's hand in the marriage with Mubarak Ahmad۔ مرزا صاحب نے ہاتھ مانگا مریم کے لیے اپنے بیٹے مبارک کی شادی کے لیے۔ اینڈ دی حضرت ڈاکٹر عبدالستار شاہ ہیپیلی ایکسیپٹیڈ دی پرپوزل، انہوں نے خوشی سے اس پرپوزل کو ایکسیپٹ کیا۔ ہینس دی نکاح اور میرج سرمنی واز ہیلڈ آن 30 اگست 1907۔ سر ہینس نکاح اور میرج اگلوں نے بھی کلیئر نہیں کیا۔ ਭਾਵੇਂ ਨਕਾਹ ਰੱਖ ਲਓ 2.5 ਸਾਲਾਂ ਦਾ ਤੁਹਾਡੇ ਪਿਓ ਨੇ ਇਜਾਦ ਕੀਤਾ ਤੇ ਭਾਵੇਂ ਮੈਰਿਜ ਰੱਖ ਲਓ ਤੇ ਲਾਹਨਤ ਤੇ ਦੁੱਧ ਪੀਂਦੀ ਬੱਚੀ ਦਾ ਤੁਸੀਂ ਵਿਆਹ ਕਰ ਛੜਿਆ ਔਰ ਤੁਸੀਂ ਗੈਰਤਮੰਦ ਹੋ ਬੇਸ਼ਰਮੋ۔ اور یہ بس بھائی جان ایک منٹ رکیے، میں صرف ایک اور بتا دوں، یہ صرف ادھر نہیں لکھا ہوا، یہ کنڈیشن آف بیتھ میں بھی لکھا ہوا ہے۔ اگر آپ یہ کھولیں گے، رکے مجھے پی ڈی ایف کھولنے دیں، آپ تب تک کھولیں میں اس کا بیک گراؤنڈ دے دوں۔ اور تب تک بھائی جب نکاح ہو گیا، شادی ہو گئی، اس بچی کی رخصتی بھی ہو گئی، اور اس نبی جو کلیم کرتا ہے خود کو، اس کی توحید دیکھے کہ اس نے توم پرستی کو بخشا، اللہ کی اس پہ وحدانیت پہ اس کو یقین نہیں تھا، اس نے دعا نہیں مانگی اللہ سے۔ پھر 2.5 ہفتے بعد یہ بچہ فوت ہو گیا، بچی بیوہ ہو گئی، ینگسٹ بیوہ جماعت احمدیہ کی۔ اسد میں لے رہا ویٹ کری تے غصہ نہ کری، میں تینوں دس دیا، ہلے غصے دا ٹائم نہیں۔ سفید ساڑی نہیں بتائی گئی جی، وہ سوری ایک منٹ رکے میں نکال لوں۔ جی جی پورا کریں پورا، یہ آج نا بڑے دنوں سے یہ مس کر رہے تھے، اور یہ کوئی بچی معمولی بچی نہیں ہے، یہ 2.5 سال کی بیوہ ہونے کے بعد دوبارہ کم عمری میں شادی کی مسلم معود سے، اور بیٹا پیدا ہوا مرزا طاہر، چوتھا خلیفہ۔ یہ جان ہے جماعت احمدیہ کی، جان ہے، جان، ام طاہر بھی کہا جاتا ہے، جن کو ام طاہر کہا جاتا ہے۔ سفید ساڑی کا نہیں بتایا، سفید ساڑی میں ان کو دیکھا، یہ بھی ہم بیان کریں گے۔ نہیں سفید ساڑی نہیں تھی، اسد جڑا سفید ساڑی نہیں برداشت تھی۔ کر رہے ہیں، وہ کہہ رہے ہیں یا اللہ کہڑے پاسے جاواں، ویٹ کر سر، ویٹ کر، ویٹ۔ ایک منٹ رکے، یہاں کہیں پہ ہونا چاہیے، رکے مجھے کنٹرول ایف کرنے دے دوبارہ۔ مریم بھائی کو کہہ کے اسکرین شاٹ تو منگوا کے سینڈ کریں اس کے۔ ਤੁਸੀਂ ਸਬਰ ਕਰ ਜਾਓ, ਇਸ ਤੋਂ ਹਲੇ ਐਪੀਸੋਡ ਜਾਰੀ ਹੈ, ਹਲੇ ਤੁਹਾਨੂੰ ਪਤਾ ਨਹੀਂ ਇਹਦੇ ਚੋਂ ਅਸੀਂ ਕੱਢਣਾ ਕੀ ਹੈ ਹਲੇ। ਹੋਰ ਤੁਹਾਡੀ ਸੋਚ ਜਿੱਥੇ ਮੁੱਕਣੀ ਹੈ ਨਾ ਉੱਥੇ ਜਿਤਨਾ ਹਲੇ ਲੱਭ ਰਿਹਾ بٹھایا آپ نے اسد بھائی کو کال پر، ڈر مجھے نہیں اسد بھائی جو ہے نا ان کو بعد میں کریں گے، بعد میں۔ واٹس دا ریفرنس 9291 بھائی، ابھی ہم دوبارہ آپ کو یہ اس کا نا سمری بتائیں گے۔ جمیل مغل بھائی میں آپ کو فالو کر رہا ہوں،
जाहिद जमील साहब कह रहे हैं मेरे पास उर्दू में है ये, तो अगर اور उनको یہ लेना ساری چیزاں چ میرے کو پیا لے دے چ کڈنا ہے لے صبر کر جا دے چ بڑا ازدہائی نو زبانہ اللہ بھائی اوکے ایک منٹ ہلے دے چ بول میں تینوں ہنے پے بھیج دینا کچھ منٹاں کچھ سیکنڈاں چ ہلے تو اے دیکھ اور آپ ویسے بابر بھائی جان یہ آ گیا جی 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 ساکی بھائی یہ السلام دیکھیں جی یہ آ علیکم، گیا میں یہ کہہ کیا رہا ہوں دیر از میرا سن لو خیال پھر ایک جی اور جی کتاب سناؤ۔ جی دا اسپرچل ریولوشن کے اندر آیا دیر از این انسیڈنٹ اباؤٹ سید عبد الستار شاہ آگے تھوڑا سا کریں یا ریولوشن کے اندر آیا دیر از این انسیڈنٹ exemplifying the 10th condition of the Ba'ath, that bond of love with the promised Messiah shall be unprecedented in 1907 with the youngest son of the promised Messiah, صاحبزادہ مرزا مبارک احمد fell ill and with severe typhoid fever. Again, sometime during those days, had a dream that Mubarak Ahmad was getting married. The people skilled in interpreting dreams आगे क्या have written that if the marriage marriage seen in a dream is with an unknown woman, it means that some of them think that if such dream is carried out literally, the death may be averted. The person who had seen the dream mentioned that it is its possible interpretation to the promised Messiah. He agreed and said the interpreter of the dreams believed that the interpretation is that, but sometime to fulfill the dream literally may avert this outcome. Let us therefore get Mubarak Ahmad get married. Though that child who was too young to know anything about marriage, the promised Messiah took the thought in consideration. When Huzur was saying the above by chance, Sayyid, I don't know what's her name is, Nisa, the wife of Dr. Sayyid Abdul Sattar, who was the guest, happened to be in the courtyard of the house. The promised Messiah saw her and calling her over told her that he wished to arrange marriage for Mubarak Ahmad and said, "We have your daughter Maryam. If you like, you can marry her to Mubarak Ahmad." She replied that she had no objection, but if Hazur would permit, she wanted to consult her husband. Acha. During those days, late Dr. Saib and his family were staying in round room of the house. She went downstairs, but he was not there. When he returned, she talked to him in the following words: "When someone enters the religion of Allah Almighty, his faith is tested. Should Allah the Almighty test your faith by the trial, will you be steadfast?" She had two things on her mind, causing her to think that her husband might hesitate to make decision in that manner. One was that till then no girl of his memory was ever married to non-Sayyid, and second, Mubarak Ahmad was critically ill and he himself was treating him. He might think that that marriage was risky as it had 99% chance of failure, and soon their daughter might have the stigma of widowhood. For this reason, she was afraid that her husband might show weakness and thus lose his faith. When she asked him if Allah and the Almighty should test you with a trial, will you be steadfast? He replied, "I hope that Allah the Almighty shall grant me a steadfastness." On hearing this, she told him that the whole story, that the promised Messiah A.S. had suggested that they may agree to marry Maryam with Mubarak. On hearing this, he said, "Well, if the promised Messiah likes it, why should I have any objection?" On hearing this, she started to crying, and involuntarily tears started to flow from her eyes. What is this matter? Do you not like this relationship? Asked the late Dr. Sahib. The wife replied, "I like the arrangement. The thing is, when the promised Messiah asked me about this marriage nikah in court, my heart was beating fast, and with the anxiety that I was afraid that you may lose your faith by refusing the proposal. Now, on hearing your answer, I cannot پڑھے اردو میں ہم بتا دیں گے جو لوگ ویٹ کریں جی جی I cannot stop my tears due to the happiness." So the marriage nikah was performed, and after a few days, as the illness of Mubarak Ahmad was terminal, the girl became widow. And The those are girl the references. became widows. یہ یہاں پہ انہوں نے دوسری دفعہ ریفرنس دیا ہے
یہ دیکھیں وہ آگے دوسری دفعہ ان کی شادی ہوئی. ایک سیکنڈ رکے, میں نے آپ سے ایک کام لینا. اسد بھائی رکے, پھر تو وڈا کرنا. یہاں پہ بات یہ ہو رہی ہے کہ جب ان کو خواب دکھایا گیا, انہوں نے خواب دیکھا کہ جو ان کا بیٹا جو ہے اس کی شادی ہو رہی ہے, تو کہا گیا کہ اگر کسی جاننے والی سے شادی ہو تو خواب کی تعبیر مختلف ہے, اور اگر انجان لڑکی سے ہو تو تعبیر یہ ہے کہ بچہ مر جائے گا. تو انہوں نے کہا کہ جاننے والے جو لکیلی عبدالستار صاحب کی بیگم ان کے گول کمرے میں ہی رہائش گاہ تھی, تو انہوں نے ان سے بات کی کہ مریم جو ہے اپنی بیٹی کی شادی کر دیں میرے بیٹے کے ساتھ. انہوں نے کہا کہ اچھا میں تو ٹھیک ہے لیکن میں راضی ہوں, لیکن میں اپنے ہسبینڈ سے بات کروں گی, کیونکہ ان کے دل میں دو شک پریشانیاں تھیں. اور انہوں نے اپنے ہسبینڈ سے بات ایسے شروع کی کہ بہت دفعہ اللہ تعالیٰ ہمیں آزماتا ہے, ہم اللہ کے دین میں داخل ہوئے ہیں, تو کیا آپ اس آزمائش میں پورے اتریں گے؟ آگے سے وہ کہہ رہے ہیں کہ جی ہاں جی میں پورا اتروں گا. تو انہوں نے کہا آپ کو پتہ ہے کہ آپ اس کا علاج کر رہے ہیں, بچنے کے چانسز بہت کم ہیں, ہماری بیٹی جو ہے بہت کم عمر میں ہی بیوہ ہو جائے گی. یہ ساری باتیں گفتگو ہونے کے بعد وہ ایگری کر گئے اور انہوں نے شادی کر دی. اب آپ وہ جو پہلے والا ریفرنس آپ نے ڈھونڈا تھا لاسٹ ٹائم, ایک دفعہ بتا دیں آپ نے کیسے ڈھونڈا, پھر ہم ان کی اسکرین جو ہے بڑی کریں. اسد بھائی میں نے ڈھونڈا میں بول دیتا ہوں. یار ایک سیکنڈ یار, سارے ایزی اوکے, ایزی تحمل کرے پہلے سارے قائم. سارے بھائی غور سے یہ سن لیں کہ آپ نے اس ریفرنس تک کیسے پہنچ رہے ہیں. ہم آپ کو سینڈ تو نہیں نا سب کو کر سکتے بھائی. الاسلام اوپر دیکھ لیں, کھلی ہوئی ہے ویب سائٹ, اس کے سرچ انجن میں آپ زوم کر کے دکھائیں آپ کیا لکھا آپ نے. مرزا مبارک مریم. I just wrote 3 names. یہ 3 کی ورڈز لکھے ہیں, مرزا مبارک اور مریم. وہ جب آپ نے سرچ کیا تو یہ آپ کے سامنے پہلا ہی لنک آ گیا نیچے. سیکنڈ ہے یہاں پہ اس دفعہ جب آیا. ٹھیک, خلافت المسیح 4 RTA حضرت مرزا طاہر احمد الاسلام. جی. When I open this book opens up. This book belongs to, اگلے پیج پہ اردو میں خلیفۃ المسیح 4 حضرت مرزا طاہر احمد, اور یہ آگے بک ہے جو لکھی گئی ہے UK میں 2022 میں, ریٹن بائی نصیر احمد انجم, اور یہ اس کا سارا بیک گراؤنڈ ہے, یہ ان کی تصویر ہے, اور یہ اس کا بالکل اگر آپ کانٹیکٹ دیکھیں گے یہاں پہ پیپر کیا نام ہے ٹیبل آف کنٹینٹس دیکھیں گے, یہاں پر آ جائے گا برتھ اینڈ دی چائلڈ مرزا طاہر احمد. تو پہلے پیج پہ ہی ہم جائیں گے اسکرول کر کے, یہاں سے پہلا پیج شروع ہونے لگا ہے, یہ فارورڈ ہے اور یہ پہلا پیج آ گیا. اور میں اس کی اگزامپل اس لیے دے دیتا ہوں کیونکہ یہ دیکھ لیں یہاں پہ دوسرا اوپر لکھا. ہاں جی, یہ آپ پہلا پیج اور دوسرا پڑھیں گے تو وہاں پہ تعارف ہے مرزا مبارک کا اور مریم بی بی کی شادی. جو مریم بی بی ہیں وہ ہیں والدہ مرزا طاہر صاحب کی, اس لیے انہیں طاہر بھی کہا جاتا ہے. اب ہم اسد صاحب کی اسکرین بھی, ایک سیکنڈ آپ رکیے گا اسامہ بھائی, آپ بے شک آپ بند کر. اور بشیر الدین محمود صاحب نے بھی مائے مریم کے نام سے اس پہ انہوں نے, ہاں وہ کون سی اخبار تھی سیکر بھائی؟ وہ تھی الحکم کے اندر بھی ہے شاید, الحکم کے اندر مائے مریم کے آرٹیکل میں بھی انہوں نے ایگری کیا ہے کہ چھوٹی ساری 2.5 سال کی کھیلتے کھیلتے کبھی اوپر آ جاتی تھی تو مسلم ماؤد انہیں اٹھا کے نیچے لے آتے تھے, ان کی کزن کے ساتھ وہ کھیل رہی ہوتی تھی. تو اندازہ کریں کہ وہ 2.5 سال کے اندر جو بیوہ کا ریکارڈ انہوں نے قائم کیا پوری دنیا میں, گنیز بک آف ورلڈ ریکارڈ کے اندر بھی کوئی ان کا ریکارڈ نہیں توڑ سکتا. یہ اتنا آگے پہنچ گئے ہیں. اور کیا کیوں تھا؟ یہ ہے شرک, اور شرک کی بدترین مثال کے بیٹا بچانے کے لیے شریعت کو پامال کیا, بیٹا بچانے کے لیے. یار یہ تو یہ بھی بتائیں. کر وہ رہا ہے جو خود کو کلیم کرتا ہے کہ میں اللہ کی طرف سے مامور ہوں, مجھ پہ وحی ہوتی ہے. اس نے اپنے رب کی بارگاہ میں حضور میں پیش ہو کے یہ نہیں پوچھا کہ اس طرح کا خواب آیا ہے, کیا میں اس بچی کی شادی کروا دوں اس کی جان بچانے کے لیے. جو لوگوں کی تلیاں ٹھیک کرتا ہے, سر ایک منٹ, لوگوں کی تلیاں پکڑ کے ٹھیک کرتا ہے, چمبلیں ٹھیک کر دیتا ہے, لت پہ لت رکھ کے جناب لتیں ٹھیک کر دیتا ہے, اس کے چمچ سے شہد چاٹ کے لوگ مردے زندہ ہو جاتے ہیں. وہ اپنے بیٹے کی جان بچانے کے لیے کسی کی 2.5 سال کی بچی کی شادی کروا دی اور بیٹا پھر بھی مر گیا. اے قادی توحید ہے. اچھا ایک ایکسپریشنز لے لیں اسد صاحب, آپ اپنے ایکسپریشنز سامنے آ کے دیں گے یا آواز کے ذریعے دیں گے؟ یہ سن کے آپ کو کیسا لگا اور کیسا دیا؟ یہ آپ نے 9 بول پہ چھکا دیا ہے. اور دوسرے نمبر کے اوپر یہ طاہر ہے جی, اردو کتاب جو ہے نا جس کے اندر یہی حوالہ اردو میں لکھا ہوا ہے, تو اس کا نام طاہر ہے, اور یہ حوالہ میں نے اردو میں لگا دیا سامنے, اگر کسی نے لینا ہے اسکرین شاٹ تو لے لے. یہ مجھے بھیجا جی وہ صاحب نیچے جو ہیں انہوں نے. معذرت کے ساتھ میں ایک کامنٹ ایڈریس کرنا چاہوں گا. جی کرے رانا صاحب لکھتے ہیں
یہ تو سیم ہی آبجیکشن ہے جو حضرت عائشہ پہ جو کرتے ہیں نان مسلم. رانا صاحب آپ جائیں اپنی جماعت کے پاس، ٹھیک ہے، اپنے مربیوں کے پاس، اور ان سے پوچھے ان کا سٹانس کیا ہے اس پہ، ٹھیک ہے، پھر آپ ہمیں آ کے اس بارے میں بات کریے گا. کیونکہ ہم میں سے جتنے بھی ادھر بیٹھے ہوئے ہیں کوئی بھی بلیو نہیں کرتا کہ وہ نکاح ہوا تھا انڈر 21. سر وہ ہم نے ٹاپک رکھنا ہے. احادیث کی کتاب سے 100% ثابت ہوتا ہے 16 سے 17 سال وہ ہماری والدہ ہیں اور کوئی جان بچانے کے لیے نہیں نکاح ہوا. کسی صحابی نے بھی یہ شرک نہیں کیا جو مرزا غلام احمد قادیانی نے میں کیا. لگا ہوا ہوں ان کے ساتھ، آپ اپنی بات جاری رکھیں، مجھے ذرا کرنے دیں ان کے ساتھ. ہاں اس سے پہلے کہ کوئی اور بات آگے کریں، جی آصف بھائی، میں نا ایک بات جماعت احمدیہ کو، جتنے بھی سننے والے ہیں ان کو یہ بتانا چاہتا ہوں کہ اگر یہ انٹرنیٹ کا دور نہ آتا اور ابھی تک جو ہے انفارمیشن اس طرح سے نہ پھیلی ہوتی اور جماعت احمدیہ کے جھوٹ جو ہیں وہ نہ منظر عام پہ آئے ہوتے، تو جتنی ماشاءاللہ اسامہ بھائی نے توجہ سے ان کی کتابیں پڑھی ہیں تو یقیناً یہ احمدی ہو جاتے. تو لوز ٹھیک ہے، احمدیہ میں باقی سب آپ لگائیں گا، آپ انشاءاللہ پھر ملاقات ہوگی. بہت شکریہ، یہ بڑا بہترین آپ نے آج مزید انفارمیشن میں اضافہ کیا. تو باقی میں ادھر پریشان یہ ہوں کہ یہ دیکھیں برکت کے لیے آئے ہیں اور وہ بقول ان کے، ویسے تو ہم تو عبادت گاہ کہتے ہیں، ہمارے نزدیک تو یہ مسجد کا بالکل بھی نہیں آتا تصور. تو وہ ان کے لیے اگرچہ مقدس اور پاک جگہ کا وہ نیو رکھنے کے لیے آئے ہیں، تو کلین دے اتنے بابے ہوڑی بوٹ پا کے پہنچے جی. سارو شرک کرن آئے نے اسد صاحب کا خدا دیو بندیو. اے دیکھو کوئی انگوٹھیاں نال اٹاں یار پاک ہو رہی ہیں اور جان انہاں واسطے ریڈ کارپٹ وچدا ہے، انہاں نوں ٹورن نہیں دیندے ہو ایویں سخت زمین دے.